ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ-ਠਾਕ ਹੋਵੋਗੇ ਤੇ ਤੁਹਾਡੀ ਤਿਆਰੀ ਹੈ ਜਿਹੜੀ ਵਧੀਆ ਚੱਲ ਰਹੀ ਹੋਊਗੀ। ਸੋ ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਜਿਹੜੇ ਹੈ ਉਹ ਡਿਸਕਸ ਕਰ ਰਹੇ ਹਾਂ। ਸਪੈਸ਼ਲੀ ਆਪਾਂ ਫੋਕਸ ਕੀਤਾ ਹੋਇਆ ਸਬ ਇੰਸਪੈਕਟਰ ਤੇ। ਸੋ ਇਸ ਵੀਡੀਓ ਦੇ ਵਿੱਚ ਆਪਾਂ BOIP ਟੌਪਿਕ ਜਿਹਨੂੰ ਆਪਾਂ 15ਵੇਂ ਚੈਪਟਰ ਦੇ ਵਿੱਚ ਰੱਖਿਆ ਉਹ ਡਿਸਕਸ ਕਰਾਂਗੇ, ਠੀਕ ਹੈ। ਸੋ ਇਹ ਜਿਹੜਾ BOIP ਟੌਪਿਕ ਹੈ ਬਾਕੀ ਪੇਪਰਸ ਦੇ ਵਿੱਚ ਤਾਂ ਸਿਲੇਬਸ ਹੈ ਨਹੀਂ, ਸਿਲੇਬਸ ਦੇ ਵਿੱਚ ਹੈ ਨਹੀਂ ਇਹ। PET+B ਐਗਜ਼ਾਮ ਦੇ ਵਿੱਚ ਕਿਸੇ ਵੀ ਪੇਪਰ ਦੇ ਵਿੱਚ ਨਹੀਂ। ਸਪੈਸ਼ਲੀ ਇਹ ਪੰਜਾਬ ਪੁਲਿਸ ਦੇ ਵਿੱਚ ਹੀ, ਚਾਹੇ ਉਹ ਇੰਟੈਲੀਜੈਂਸ ਦਾ ਹੋਵੇ ਤੇ ਹੈੱਡ ਕਾਂਸਟੇਬਲ ਹੋਵੇ, ਹਨਾ, ਤੇ ਚਾਹੇ ਉਹ ਆਪਣਾ ਸਬ ਇੰਸਪੈਕਟਰ ਲੈਵਲ ਹੋਵੇ, ਉਹਨਾਂ ਦੇ ਵਿੱਚ ਇਹ ਕੁਐਸਚਨ ਸਬ ਇੰਸਪੈਕਟਰ ਦੇ ਵਿੱਚ ਤਾਂ ਕਾਫੀ ਸਵਾਲ ਪੁੱਛੇ ਵੀ ਗਏ ਨੇ, ਹਨਾ। ਸੋ ਉਹਨਾਂ ਦੇ ਵਿੱਚੋਂ ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਮੈਂ ਲਾਸਟ ਟਾਈਮ ਵੀ ਕਰਵਾਇਆ ਸੀ। ਉਦੋਂ ਥੋੜਾ ਜਿਹਾ ਇੱਕ ਤਾਂ ਸਮਾਂ ਥੋੜਾ ਸੀ, ਬਿਲਕੁਲ ਹੀ ਐਂਡ ਤੇ ਜਾ ਕੇ 1-2 ਦਿਨ ਪਹਿਲਾਂ ਹੀ ਆਪਾਂ ਵੀਡੀਓ ਬਣਾਈ ਸੀ ਤੇ ਉਹ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਸੀ ਤੇ ਉਹਦੇ ਵਿੱਚ ਮੈਂ ਜ਼ਿਆਦਾ ਐਕਸਪਲੇਨੇਸ਼ਨ ਨਹੀਂ ਕਰ ਪਾਇਆ। 2 ਘੰਟੇ ਦੀ ਸੀ। ਟੌਪਿਕ ਬਹੁਤ ਵੱਡਾ। 2 ਘੰਟੇ ਦੇ ਵਿੱਚ ਜਿੰਨਾ ਮੈਨੂੰ ਲੱਗਦਾ ਸੀ ਵੀ ਲੋੜ ਆ ਉਹਨਾਂ ਆਪਾਂ ਕਰਵਾਇਆ ਸੀ। ਇਸ ਵਾਰੀ ਆਪਾਂ ਪਾਰਟਸ ਦੇ ਵਿੱਚ ਇਹਨੂੰ ਜ਼ਿਆਦਾ ਡਿਟੇਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ 2 ਜਾਂ 3 ਸਵਾਲ, 2 ਸਵਾਲ ਬਣਦੇ ਨੇ, ਵੈਸੇ 2 ਸਵਾਲ ਇਹ 'ਚ ਆਉਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਵਾਰੀ 2022 ਵਾਲੇ ਦੇ ਵਿੱਚ ਵੀ ਤੁਹਾਨੂੰ ਪਤਾ ਵੀ 2 ਸਵਾਲ ਆਏ ਸੀ, ਬਟ ਉਹ ਬਹੁਤ ਜ਼ਿਆਦਾ ਸੌਖੇ ਪਾਏ ਸੀ ਉਹਨੇ ਐਜ਼ ਕੰਪੇਅਰ ਟੂ 2021। 2021 ਦੇ ਵਿੱਚ ਥੋੜੇ ਜਿਹੇ ਉਹਨੇ ਮਤਲਬ ਘੁਮਾ ਕੇ ਪਾਏ ਸੀ। ਆਪਾਂ ਕਰਾਂਗੇ ਜਿਵੇਂ ਜਿਵੇਂ ਸਵਾਲ, ਉਵੇਂ ਤੁਹਾਨੂੰ ਥੋੜਾ ਜਿਹਾ ਇਹਨਾਂ ਦਾ ਆਈਡੀਆ ਹੋ ਜਾਊਗਾ। ਕੋਈ ਗੱਲ ਨਹੀਂ, ਜੇਕਰ ਤੁਹਾਨੂੰ ਇਹ ਔਖਾ ਲੱਗੂਗਾ, ਹੋ ਸਕਦਾ ਸਾਨੂੰ ਪਹਿਲੀ ਵਾਰੀ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਨੇ ਜਿਹੜੀਆਂ ਉਹ ਔਖੀਆਂ ਲੱਗਦੀਆਂ ਨੇ, ਪਰ ਤੁਸੀਂ ਹਿੰਮਤ ਨਹੀਂ ਹਾਰਨੀ। ਮੈਂ ਤੁਹਾਡੇ ਨਾਲ ਆ, ਤੁਹਾਡਾ ਭਰਾ ਤੁਹਾਡੇ ਨਾਲ, ਠੀਕ ਹੈ। ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਗਰਦ ਠਾ ਦਾਂਗੇ। ਹੁਣ ਲੱਗ ਹੀ ਗਏ, ਹੁਣ ਤੁਸੀਂ ਲਗਾਤਾਰ ਕਰ ਹੀ ਰਹੇ ਹੋ ਕੰਮ, ਹਨਾ, ਤਾਂ ਪੋਜ਼ਿਟਿਵ ਹੀ ਸੋਚਣਾ। ਤਾਂ ਕੋਈ ਗੱਲ ਨਹੀਂ, ਚੀਜ਼ਾਂ ਥੋੜੀਆਂ ਬਹੁਤ ਇਹ ਹੁੰਦੀਆਂ ਵੀ ਵੀਡੀਓ ਚਾਹੇ ਤੁਹਾਨੂੰ 2 ਵਾਰੀ ਦੇਖਣੀ ਪੈ ਜੇ, ਰਿਪੀਟ ਕਰਕੇ ਦੇਖ ਲਿਓ, ਪਰ ਚੀਜ਼ਾਂ ਸਮਝ ਆਉਣਗੀਆਂ। ਹੌਲੀ ਹੌਲੀ ਚੱਲਾਂਗੇ, ਬੇਸ ਬਣਾਵਾਂਗੇ ਪੂਰਾ। ਭਜਾ ਕੇ ਨਹੀਂ ਕਰਾਊਂਗਾ, ਟਿਕਾ ਨਾ ਕਰਾਊਂਗਾ, ਪੂਰੀਆਂ ਡਿਟੇਲ 'ਚ ਕਰਾਂਗੇ ਡਿਸਕਸ ਚੀਜ਼ਾਂ, ਠੀਕ ਹੈ। ਥਿਊਰੀ ਜ਼ਿਆਦਾ ਹੋਊਗੀ ਇਹਦੇ 'ਚ, ਸਵਾਲ ਥੋੜੇ ਨੇ ਕਿਉਂਕਿ ਬੇਸਿਕ ਜਿਹੜਾ ਹੈ ਟੌਪਿਕ, ਇਹਦੇ ਪਹਿਲਾਂ ਬੇਸਿਕਸ ਜ਼ਿਆਦਾ ਕਲੀਅਰ ਹੋਣੇ ਜ਼ਰੂਰੀ ਨੇ ਆਪਣੇ। ਸੋ ਆਪਾਂ ਸਟਾਰਟ ਕਰਦੇ ਹਾਂ ਇੰਟਰੋਡਕਸ਼ਨ ਆਫ BOIP। ਇੰਟਰੋਡਕਸ਼ਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ ਇਹਦੀ ਐਬਰੀਵੇਸ਼ਨ ਹੈ। ਇਹਨੂੰ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਵਾਟ ਇਜ਼ BOIP। BOIP ਹੈ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ ਇਜ਼ ਟੈਕਨੋਲੋਜੀ that enables the transmission of voice and multimedia content over the internet। ਇੰਟਰਨੈਟ ਦੇ ਉੱਪਰ ਆਪਾਂ ਵੌਇਸ, ਆਵਾਜ਼ ਭੇਜਣੀ, ਆਡੀਓ ਤੇ ਮਲਟੀਮੀਡੀਆ ਕੰਟੈਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਵੀਡੀਓ ਭੇਜਣੀ, ਫੋਟੋਆਂ ਭੇਜਣੀਆਂ, ਗਿਫ ਭੇਜਣਾ, ਇੰਟਰਨੈਟ ਦੇ ਥਰੂ ਭੇਜਦੇ ਆ ਤਾਂ ਉਹਨੂੰ ਕੀ ਬੋਲਦੇ ਨੇ ਆ? BOIP ਬੋਲਦੇ ਆ। ਇਟ ਅਲਾਓ ਯੂਜ਼ਰ ਟੂ ਮੇਕ ਫੋਨ ਕਾਲ। ਅਸੀਂ ਇੰਟਰਨੈਟ ਦੁਆਰਾ ਫੋਨ ਕਾਲ ਕਰ ਸਕਦੇ ਹਾਂ। ਐਂਡ engage in other forms of communication। ਦੂਜੇ ਕਮਿਊਨੀਕੇਸ਼ਨ ਦੇ ਫਾਰਮ ਦੇ ਵਿੱਚ ਆਪਾਂ ਇੰਗੇਜ ਕਰ ਸਕਦੇ ਹਾਂ, ਸੱਚ ਐਜ਼ ਵੀਡੀਓ ਕਾਨਫਰੰਸਿੰਗ ਕਰ ਸਕਦੇ ਹਾਂ, ਹਨਾ। ਯੂਜ਼ਿੰਗ ਇੰਟਰਨੈਟ ਪ੍ਰੋਟੋਕਾਲ ਨੈਟਵਰਕਸ ਇੰਸਟੈਡ ਆਫ ਟ੍ਰੈਡੀਸ਼ਨਲ ਟੈਲੀਫੋਨ ਲਾਈਨਸ। ਪਹਿਲਾਂ ਵਾਲੀਆਂ ਟੈਲੀਫੋਨ ਲਾਈਨਸ ਹੁੰਦੀਆਂ ਪਬਲਿਕ ਸਵਿਚ ਟੈਲੀਫੋਨ ਨੈਟਵਰਕ, PSTN, ਜਿਹਦੇ ਵਿੱਚ ਪੁਰਾਣੀ ਜਿਹੜੀ ਕਾਲ ਹੁੰਦੀ ਸੀ ਉਹ ਟੈਲੀਫੋਨ ਲਾਈਨ ਦੁਆਰਾ ਹੀ ਹੁੰਦੀ ਸੀ। ਸਪੈਸੀਫਿਕ ਜਾਂ ਸਪੈਸ਼ਲ ਤਾਰਾਂ ਪਾਈਆਂ ਜਾਂਦੀਆਂ ਸੀ ਟੈਲੀਫੋਨ ਦੀਆਂ, ਹਨਾ, ਉਹਨਾਂ ਵਿੱਚ ਦੀ ਕਾਲ ਹੁੰਦੀ ਸੀ। ਬਟ ਅੱਜ ਕੱਲ੍ਹ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, WhatsApp, ਇਹ ਸਾਨੂੰ ਕੀ ਕਰਦੇ ਨੇ? ਇੰਟਰਨੈਟ ਕਾਲ ਵੀ ਪ੍ਰੋਵਾਈਡ ਕਰਦੇ ਨੇ। ਪੁਰਾਣਾ ਸਿਸਟਮ ਵੀ ਚੱਲ ਰਿਹਾ ਹੈ, ਉਹ ਸੈਲੂਲਰ ਨੈਟਵਰਕ ਜਿਹੜੇ ਮੈਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ, ਉਹ ਵਾਲਾ ਸੈਟੇਲਾਈਟ ਥਰੂ ਚੱਲ ਰਿਹਾ, ਉਹ ਵਾਇਰਲੈਸ ਹੋ ਗਿਆ ਹੁਣ। ਪਹਿਲਾਂ ਜੇ ਤਾਰਾਂ ਪਾਉਂਦੇ ਸੀ ਆਪਾਂ ਤਾਂ ਉਹ ਵਾਇਰਡ ਸੀਗਾ, ਹਨਾ। ਅੱਗੇ ਕਹਿੰਦਾ ਵੀ ਹਿਸਟਰੀ ਆਫ BOIP ਕੈਨ ਬੀ ਟ੍ਰੇਸਡ ਬੈਕ। ਕਹਿੰਦਾ ਹਿਸਟਰੀ ਪਿੱਛੇ ਤੋਂ ਆਪਾਂ ਟ੍ਰੇਸ ਬੈਕ ਕਰ ਸਕਦੇ ਹਾਂ ਟੂ ਦੀ ਅਰਲੀ ਡੇਜ਼ ਆਫ ਕੰਪਿਊਟਰ ਨੈਟਵਰਕਿੰਗ। ਜਦੋਂ ਕਹਿੰਦਾ ਕੰਪਿਊਟਰ ਨੈਟਵਰਕਿੰਗ ਸਟਾਰਟ ਹੋਈ ਸੀ ਐਂਡ ਡਿਵੈਲਪਮੈਂਟ ਆਫ ਪੈਕੇਟ ਸਵਿਚ ਨੈਟਵਰਕ। ਜਦੋਂ ਪੈਕੇਟ ਸਵਿਚ ਨੈਟਵਰਕ ਹੈ ਉਹ ਜਿਹੜਾ ਪਹਿਲੀ ਵਾਰੀ ਡਿਵੈਲਪਮੈਂਟ ਹੋਈ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਕੰਪਿਊਟਰ ਦਾ ਪਹਿਲਾ ਨੈਟਵਰਕ ਸੀ ਉਹ 1969 ਦੇ ਵਿੱਚ ਬਣਿਆ ਸੀ, ਜਿਹਦਾ ਨਾਮ ਕੀ ਸੀਗਾ? ARPANET। ਇਹ ਭੁੱਲਣਾ ਨਹੀਂ, ARPANET is the first network that was designed in 1969 by Department of Defense, US military। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਚੀਜ਼ਾਂ ਲਿਖ ਲਿਆ ਕਰੋ ਨਾਲ ਨਾਲ, ਹਨਾ। ਸੋ ਜਦੋਂ ਪੈਕੇਟ ਸਵਿਚ ਨੈਟਵਰਕ ਦੀ ਗੱਲ ਆ ਗਈ, ਇੱਕ ਪੈਕੇਟ ਸਵਿਚ ਨੈਟਵਰਕ ਹੁੰਦਾ ਹੈ, ਇੱਕ ਹੁੰਦਾ ਸਰਕਟ ਸਵਿਚ ਨੈਟਵਰਕ। ਸੋ ਇਹ BOIP ਟੌਪਿਕ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਰੀਕੀ ਦੇ ਵਿੱਚ ਬੇਸਿਕ ਕਨਸੈਪਟ ਸਮਝਣੇ ਪੈਣੇ ਨੇ। ਤਾਂ ਮੈਂ ਨਾਲ ਹੀ ਆਪਾਂ ਜਿੱਥੇ ਜਿੰਨੀ ਲੋੜ ਪਈ ਉਹ ਚੀਜ਼ਾਂ ਕਰਾਵਾਂਗੇ। ਜਿਵੇਂ ਹੁਣ ਆਪਾਂ ਨੂੰ ਪੈਕੇਟ ਸਵਿਚ ਤੇ ਸਰਕਟ ਸਵਿਚਿੰਗ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਫਾਊਂਡੇਸ਼ਨ ਹੈ BOIP ਦਾ। ਜੇ BOIP ਦੇ ਵਿੱਚ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਸਰਕਟ ਸਵਿਚਿੰਗ ਦਾ ਮਤਲਬ ਕੀ ਹੈ, ਪੈਕੇਟ ਸਵਿਚਿੰਗ ਕਿਵੇਂ ਹੋ ਰਹੀ ਹੈ, ਫਿਰ ਥੋੜਾ ਜਿਹਾ ਸਮਝਣਾ ਚੀਜ਼ਾਂ ਨੂੰ ਔਖਾ ਹੋ ਜਾਂਦਾ। ਸੋ ਆਉਣੇ ਆਪਾਂ ਪੈਕੇਟ ਸਵਿਚਿੰਗ ਤੇ ਸਰਕਟ ਸਵਿਚਿੰਗ ਕੀ ਹੁੰਦੀ ਹੈ। ਇਹ ਦੇਖੋ ਸਰਕਟ ਸਵਿਚਿੰਗ ਹੈ, ਇਹ ਬਹੁਤ ਸਾਰੇ ਟਰਮੀਨਲ ਨੇ, ਟਰਮੀਨਲ ਫੋਨ ਲੱਗਿਆ ਹੋਇਆ,
ਕੰਪਿਊਟਰ ਲੱਗੇ ਹੋਏ ਨੇ, ਲੈਪਟਾਪ ਨੇ, ਹਨਾ, ਇਹ ਹੈਗੇ ਨੇ ਸੈਂਡਰ ਸਾਈਡ, ਜਾਂ ਸੈਂਡਰ ਨਾ ਕਹੋ, ਇੱਕ ਸਾਈਡ ਆ, ਦੂਜੀ ਸਾਈਡ ਆ। ਇਹਨਾਂ ਨੂੰ ਕਨੈਕਟ ਕਰਨ ਦੇ ਲਈ ਆਪਸ ਦੇ ਵਿੱਚ ਸਵਿਚ ਲੱਗਦੇ ਨੇ। ਕੰਪਿਊਟਰ ਦੇ ਵਿੱਚ ਅੱਜ ਕੱਲ੍ਹ ਰਾਊਟਰ ਲੱਗਦੇ ਨੇ। ਪੁਰਾਣਾ ਜਿਹੜਾ ਇਹ ਹੈਗਾ ਸਰਕਟ ਸਵਿਚਿੰਗ, ਪੁਰਾਣਾ ਇਹ ਪਬਲਿਕ ਸਵਿਚ ਟੈਲੀਫੋਨ ਨੈਟਵਰਕ ਦੇ ਵਿੱਚ ਜ਼ਿਆਦਾ ਇਹ ਯੂਜ਼ ਹੁੰਦਾ ਸੀ ਸਰਕਟ ਸਵਿਚਿੰਗ। ਤਾਂ ਇਹ ਪੁਰਾਣਾ ਨੈਟਵਰਕ ਹੈ, ਇਹਦੇ ਵਿੱਚ ਸਵਿਚਸ ਹੀ ਲੱਗੇ ਹੁੰਦੇ ਸੀ। ਸਵਿਚ ਕੀ ਕਰਦੇ ਸੀ, ਇੱਕ ਕਨੈਕਸ਼ਨ, ਇੱਕ ਡਿਵਾਈਸ ਦੇ ਵਿੱਚ ਮਲਟੀਪਲ ਆਪਾਂ ਕਨੈਕਸ਼ਨ ਲਗਾ ਸਕਦੇ ਸੀ, ਉਹਨੂੰ ਆਪਾਂ ਸਵਿਚ ਬੋਲਦੇ ਹਾਂ। ਨੈਟਵਰਕ ਵਾਲੇ ਚੈਪਟਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ ਵੀ ਸਵਿਚ ਕੀ ਹੁੰਦਾ, ਹਨਾ। ਸੋ ਮੈਨੂੰ ਲੱਗਦਾ 6ਵਾਂ ਚੈਪਟਰ ਹੈ, 5ਵਾਂ ਚੈਪਟਰ ਮੈਮਰੀ ਦਾ, 6ਵਾਂ ਚੈਪਟਰ ਨੈਟਵਰਕਸ ਦਾ, ਉੱਥੇ ਆਪਾਂ ਇਹ ਸਾਰੀਆਂ ਚੀਜ਼ਾਂ ਪੜ੍ਹ ਚੁੱਕੇ ਹਾਂ। ਸੋ ਜੇਕਰ ਇਸ ਵਾਲੇ ਟਰਮੀਨਲ 1 ਨੇ ਟਰਮੀਨਲ 6 ਦੇ ਨਾਲ ਕਮਿਊਨੀਕੇਟ ਕਰਨਾ, ਤਾਂ ਸਭ ਤੋਂ ਪਹਿਲਾਂ ਇਹ ਆਪਦਾ ਇੱਕ ਪਾਥ ਕ੍ਰੀਏਟ ਕਰੂਗਾ। ਤਾਂ ਲੱਭੂਗਾ ਉਹ ਪਾਥ ਇਹ ਜਿਵੇਂ ਇਹਨੇ ਐਸਟੈਬਲਿਸ਼ ਕੀਤਾ, ਤਾਂ ਇੱਥੋਂ ਵੀ ਹੋ ਸਕਦਾ ਹੈ ਜਾਂ ਇਹ ਇੱਧਰ ਦੀ ਵੀ ਹੋ ਸਕਦਾ ਹੈ। ਪਹਿਲਾਂ ਇਹ ਆਪਣਾ ਰਸਤਾ ਫਾਈਂਡ ਆਊਟ ਕਰੂਗਾ, ਫਿਰ ਇੱਕ ਡੈਡੀਕੇਟਡ ਕਨੈਕਸ਼ਨ ਬਣ ਜਾਊਗਾ ਜਿਹੜਾ ਥਰੂ ਆਊਟ ਦਾ ਕਾਲ ਹੀ ਚੱਲੂਗਾ, ਚਾਹੇ ਫਿਰ ਉਹ ਕਾਲ ਘੰਟੇ ਦੀ ਹੋਵੇ, ਚਾਹੇ ਅੱਧੇ ਘੰਟੇ ਦੀ ਹੋਵੇ, ਤਾਂ ਇਹੀ ਰਸਤੇ ਦੇ ਵਿੱਚ ਸਾਰਾ ਕਮਿਊਨੀਕੇਸ਼ਨ ਕਰੂਗਾ, ਹਨਾ। ਸੋ ਪਹਿਲਾਂ ਕੀ ਹੈ, ਸਭ ਤੋਂ ਪਹਿਲਾਂ 3 ਫੇਜ਼ ਹੁੰਦੇ ਨੇ। ਪਹਿਲਾਂ ਕਨੈਕਸ਼ਨ ਐਸਟੈਬਲਿਸ਼ਮੈਂਟ ਹੁੰਦੀ ਹੈ, ਕਨੈਕਸ਼ਨ ਐਸਟੈਬਲਿਸ਼ ਹੁੰਦਾ ਹੈ, ਫਿਰ ਡੇਟਾ ਟ੍ਰਾਂਸਫਰ ਹੁੰਦਾ ਹੈ, ਫਿਰ ਕਨੈਕਸ਼ਨ ਟਰਮੀਨੇਟ ਹੁੰਦਾ ਸਰਕਟ ਸਵਿਚਿੰਗ ਦੇ ਵਿੱਚ, ਹਨਾ। ਸੋ ਇਹਦੇ ਫਾਇਦੇ ਵੀ ਨੇ, ਨੁਕਸਾਨ ਵੀ ਨੇ। ਸਭ ਤੋਂ ਵੱਡਾ ਨੁਕਸਾਨ ਕੀ ਆ ਕਿ ਜਦੋਂ ਅਸੀਂ ਕਨੈਕਸ਼ਨ ਨੂੰ ਐਸਟੈਬਲਿਸ਼ ਕਰਦੇ ਹਾਂ, ਹੋ ਸਕਦਾ ਨੈਟਵਰਕ ਦੇ ਵਿੱਚ ਬਹੁਤ ਸਾਰੀ ਟ੍ਰੈਫਿਕ ਅਵੇਲੇਬਲ ਹੋਵੇ, ਟ੍ਰੈਫਿਕ ਹੋਵੇ, ਨੈਟਵਰਕ ਜੈਮ ਹੋਇਆ ਪਿਆ ਹੋਵੇ ਤੇ ਸਾਨੂੰ ਰਸਤਾ ਹੀ ਨਾ ਮਿਲੇ। ਕਨੈਕਸ਼ਨ ਐਸਟੈਬਲਿਸ਼ ਕਰਨ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ। ਦੂਜੀ ਗੱਲ, ਜੇ ਅਸੀਂ ਮਤਲਬ ਕਿ ਫੋਨ ਲਾਈਨ ਨੂੰ ਕਨੈਕਟ ਕਰਕੇ ਰੱਖ ਦਈਏ 2-3 ਘੰਟੇ ਵੀ ਪਿਆ ਰਹਿਣ ਦਿਓ, ਅਸੀਂ ਨਹੀਂ ਚੱਕਦੇ ਜੀ, ਤਾਂ ਉਹਦੇ ਨਾਲ ਕੀ ਹੋ ਰਿਹਾ, ਚਾਹੇ ਫੋਨ ਨੂੰ ਕਨੈਕਟ ਕਰਕੇ ਰੱਖ ਦਈਏ, ਚਾਹੇ ਗੱਲ ਕਰ ਰਹੀ ਹੋਈ, ਜੇ ਅਸੀਂ 2 ਘੰਟੇ ਗੱਲ ਕਰ ਰਹੇ ਹਾਂ ਤਾਂ ਅਸੀਂ ਸਾਰੇ ਦਾ ਸਾਰਾ ਜਿਹੜਾ ਪਾਥ ਹੈ ਉਹਨੂੰ ਬਿਜ਼ੀ ਕਰਕੇ ਰੱਖਿਆ ਹੋਇਆ। ਡੈਡੀਕੇਟਡ ਕਨੈਕਸ਼ਨ ਹੈ ਜਿਹੜਾ, ਉਹਨੂੰ ਅਸੀਂ ਰਿਸੋਰਸ ਨੂੰ ਰਿਜ਼ਰਵ ਕੀਤੇ ਹੋਏ ਨੇ। ਤਾਂ ਰਸਤੇ ਦੇ ਵਿੱਚ ਮੰਨ ਲਓ ਇਹ ਸੜਕ ਹੈ, ਇਹ ਸੜਕ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਲੰਘਣਾ ਹੁੰਦਾ, ਆਪਣੇ ਇੰਡੀਆ ਦੇ ਵਿੱਚ ਇਹੀ ਚੱਲਦਾ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ, ਤਾਂ ਸਾਰਾ ਰਸਤਾ ਉਹ ਜੈਮ ਕੀਤਾ ਹੁੰਦਾ। ਤਾਂ ਰਿਸੋਰਸ ਜਿਹੜੇ ਹੈਗੇ ਇੱਕ ਬੰਦੇ ਵਾਸਤੇ ਰਿਜ਼ਰਵ ਕੀਤੇ ਜਾਂਦੇ ਨੇ। ਤਾਂ ਜੇ ਆਪਾਂ ਨੂੰ ਪੁੱਛ ਲਏ ਵੀ ਰਿਸੋਰਸ ਰਿਜ਼ਰਵੇਸ਼ਨ ਕਿਹਦਾ ਫੀਚਰ ਹੈ, ਤਾਂ ਸਰਕਟ ਸਵਿਚਿੰਗ ਦਾ। ਪੈਕੇਟ ਸਵਿਚਿੰਗ ਦੇ ਵਿੱਚ ਕੋਈ ਰਿਸੋਰਸ ਰਿਜ਼ਰਵੇਸ਼ਨ ਨਹੀਂ ਹੁੰਦੀ। ਮੈਂ ਅੱਗੇ ਜਦੋਂ ਆਵਾਂਗੇ ਆਪਾਂ ਉਦੋਂ ਇਹ ਗੱਲਾਂ ਕਲੀਅਰ ਹੁੰਦੀਆਂ ਜਾਣਗੀਆਂ। ਵੇਸਟੇਜ ਆਫ ਰਿਸੋਰਸ ਦੀ ਇਹਦੇ ਵਿੱਚ ਜ਼ਿਆਦਾ ਆ, ਹਨਾ, ਇਹ ਪ੍ਰੋਬਲਮ ਆਉਂਦੀ ਆ। ਤੇ ਬੈਂਡਵਿਡਥ ਨੂੰ ਇਹ ਜ਼ਿਆਦਾ ਕੰਜ਼ਿਊਮ ਕਰਦਾ, ਵੀ ਹੋਰ ਬੰਦੇ ਯੂਜ਼ ਨਹੀਂ ਕਰ ਸਕਦੇ। ਇਹ ਸੀਗਾ ਸਰਕਟ ਸਵਿਚਿੰਗ ਟ੍ਰੈਡੀਸ਼ਨਲ ਸਿਸਟਮ। ਹੁਣ ਇਹਦੀਆਂ ਡਰਾਬੈਕ ਕੀ, ਕਾਸਟ ਜ਼ਿਆਦਾ ਹੈ, ਕਿਉਂਕਿ ਕਾਸਟਲੀ ਤਾਂ ਹੋਣਾ ਹੀ ਆ, ਵੀ ਪੱਕੇ ਤੌਰ ਤੇ ਅਸੀਂ ਇੱਕ ਰਸਤਾ ਦੱਬ ਕੇ ਬੈਠੇ ਹੋਏ ਆ। ਤਾਂ ਇਹ ਸਾਰੀਆਂ ਹੀ ਡਰਾਬੈਕ ਨੂੰ ਦੂਰ ਕਰਨ ਦੇ ਲਈ ਇੰਟਰਨੈਟ ਆਇਆ ਸੀਗਾ। ਇੰਟਰਨੈਟ ਦੇ ਵਿੱਚ ਦੂਜੀ ਆਈ ਸੀ ਪੈਕੇਟ ਸਵਿਚਿੰਗ। ਮੰਨ ਲਓ ਇਹ ਏ ਨੇ ਡੀ ਨੂੰ ਡੇਟਾ ਭੇਜਣਾ, ਤਾਂ 4 ਪੈਕੇਟ ਜਨਰੇਟ ਹੋਏ, ਇੱਥੇ ਜਾ ਕੇ 2 ਪੈਕੇਟ ਇੱਧਰ ਗਏ, ਇੱਕ ਇੱਧਰ ਗਿਆ, ਇੱਕ ਇੱਧਰ ਦੀ ਗਿਆ, ਸਾਰੇ ਪੈਕੇਟ ਹੀ ਵੱਖੋ ਵੱਖਰੇ ਰਸਤਿਆਂ ਦੇ ਥਰੂ ਡੈਸਟੀਨੇਸ਼ਨ ਤੇ ਪਹੁੰਚ ਗਏ। ਇਹਨੂੰ ਅਸੀਂ ਬੋਲਦੇ ਹਾਂ ਪੈਕੇਟ ਸਵਿਚਿੰਗ। ਇਹਨਾਂ ਦੇ ਵਿੱਚ ਕੋਈ ਵੀ ਡੈਡੀਕੇਟਡ ਪਾਥ ਨਹੀਂ ਹੁੰਦਾ, ਜਾਂ ਆਪਾਂ ਕਹਿ ਸਕਦੇ ਹਾਂ ਡੈਡੀਕੇਟਡ ਪਾਥ ਜਾਂ ਸੈਪਰੇਟ ਪਾਥ। ਤਾਂ ਇਹਦੇ ਵਿੱਚ ਕੋਈ ਵੀ ਨਹੀਂ ਹੁੰਦਾ, ਸਾਰੇ ਨੈਟਵਰਕ ਦੇ ਵਿੱਚ ਦੀ ਹੀ ਪੈਕੇਟ ਫਲੋ ਕਰਦੇ ਨੇ। ਤਾਂ ਰਿਸੋਰਸ ਇਹਦੇ ਵਿੱਚ ਰਿਜ਼ਰਵ ਨਹੀਂ ਹੁੰਦੇ। ਤਾਂ ਰਿਸੋਰਸ ਨੇ ਜਿਹੜੇ ਸਾਰੇ ਬੰਦੇ ਹੀ ਯੂਜ਼ ਕਰ ਸਕਦੇ ਨੇ। ਇਹ ਨਹੀਂ ਹੈਗਾ ਵੀ ਮੁੱਖ ਮੰਤਰੀ ਇੱਥੋਂ ਦੀ ਲੰਘ ਰਿਹਾ ਤੇ ਹੋਰ ਕੋਈ ਲੰਘ ਨਹੀਂ ਸਕਦਾ। ਤਾਂ ਮੁੱਖ ਮੰਤਰੀ ਦੀਆਂ ਗੱਡੀਆਂ ਦਾ ਜੇ 50 ਦਾ ਕਾਫਲਾ ਹੈ, 2 ਕਿੱਧਰ ਦੀ ਭੇਜਤੀਆਂ, 2 ਕਿੱਧਰ ਦੀ, 2 ਕਿੱਧਰ ਦੀ, ਤਾਂ ਟ੍ਰੈਫਿਕ ਨਹੀਂ ਹੋਊਗਾ ਜ਼ਿਆਦਾਤਰ। ਜੇ ਇੱਕ ਜਗ੍ਹਾ ਤੇ ਜਾਈ ਜਾਣਗੇ, ਰਿਸੋਰਸ ਰਿਜ਼ਰਵ ਕਰਾਂਗੇ। ਵੈਸੇ ਰੀਅਲ ਲਾਈਫ 'ਚ ਐਵੇਂ ਹੁੰਦਾ ਨਹੀਂਗਾ। ਸੋ ਉਹ ਪਾਵਰ ਦਿਖਾਉਣ ਦੇ ਮਾਰੇ ਕਰਦੇ ਹੁੰਦੇ ਨੇ ਬੰਦੇ, ਵੀ ਬੰਦਿਆਂ ਨੂੰ ਪਤਾ ਲੱਗੇ ਵੀ ਕਾਫਲਾ ਕਿੰਨਾ ਹੈ। ਜੇ ਕਾਫਲਾ ਛੋਟਾ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਖਣੀ ਚੜਾਈ ਨਹੀਂ ਹੋਣੀ। ਆਪਾਂ ਸੋਚਦੇ ਹਾਂ ਚਲੋ ਵੈਸੇ ਹੋਰ ਰੀਜਨ ਵੀ ਹੋ ਸਕਦਾ, ਸਿਕਿਉਰਿਟੀ ਵਾਲੇ ਵੀ ਜ਼ਿਆਦਾ ਹੁੰਦੇ ਨੇ ਵੈਸੇ, ਹਨਾ। ਤੇ ਹੁਣ ਇਹਦੇ ਵਿੱਚ ਆਪਾਂ ਡਿਫਰੈਂਸ ਬਹੁਤ ਜਾਣਨਾ ਜ਼ਰੂਰੀ ਹੈ ਸਰਕਟ ਸਵਿਚਿੰਗ ਤੇ ਪੈਕੇਟ ਸਵਿਚਿੰਗ ਦੇ ਲਈ, ਕਿਉਂਕਿ ਇਹ ਬੇਸ ਬਣੂਗਾ ਅੱਗੇ ਜਾ ਕੇ VoIP ਦੇ ਲਈ। ਇਹ ਫਾਊਂਡੇਸ਼ਨ ਨੀਂਹ ਬਣੂਗੀ, ਹਨਾ। ਜੇ ਨੀਂਹ ਸਾਡੀ ਮਜ਼ਬੂਤ ਹੋਊਗੀ ਤਾਂ ਸਾਨੂੰ ਟੌਪਿਕ ਚੰਗੀ ਤਰ੍ਹਾਂ ਸਮਝ ਆਊਗਾ। ਸਰਕਟ ਸਵਿਚਿੰਗ ਲੈਫਟ ਹੈਂਡ ਸਾਈਡ ਤੇ ਹੈ, ਰਾਈਟ ਹੈਂਡ ਸਾਈਡ ਤੇ ਪੈਕੇਟ ਸਵਿਚਿੰਗ ਹੈ। 3 ਫੇਜ਼ ਹੁੰਦੇ ਨੇ ਕਹਿੰਦਾ ਸਰਕਟ ਸਵਿਚਿੰਗ ਦੇ ਵਿੱਚ। ਪਹਿਲਾਂ ਕਨੈਕਸ਼ਨ ਐਸਟੈਬਲਿਸ਼ਮੈਂਟ ਹੁੰਦੀ ਹੈ, ਫਿਰ ਡੇਟਾ ਟ੍ਰਾਂਸਫਰ, ਤੇ ਫਿਰ ਕਨੈਕਸ਼ਨ ਰਿਲੀਜ਼ ਹੋ ਜਾਂਦਾ। ਜਦੋਂ ਡੇਟਾ ਟ੍ਰਾਂਸਫਰ ਯਾਨੀ ਕਿ ਗੱਲਬਾਤ ਮੁੱਕ ਗਈ, ਫਿਰ ਅਸੀਂ ਕੀ ਕਰ ਦਿੰਦੇ ਹਾਂ, ਕਨੈਕਸ਼ਨ ਨੂੰ ਰਿਲੀਜ਼ ਕਰ ਦਿੰਦੇ ਹਾਂ। ਤੇ ਪੈਕੇਟ ਸਵਿਚਿੰਗ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਹੁੰਦਾ, ਡਾਇਰੈਕਟਲੀ ਤੁਸੀਂ ਪੈਕੇਟ ਭੇਜੋ, ਵੱਖੋ ਵੱਖਰੇ ਰਸਤਿਆਂ ਤੇ ਚਲੇ ਜਾਂਦੇ ਨੇ। ਕਾਲ ਸੈਟਅਪ ਇਜ਼ ਰਿਕੁਆਇਰਡ। ਇਹਦੇ ਵਿੱਚ ਸੈਟਅਪ ਫੇਜ਼ ਹੁੰਦਾ ਹੈ, ਤੇ ਇੱਧਰ ਕੋਈ ਸੈਟਅਪ ਨਹੀਂ, ਸਿੱਧਾ ਪੈਕੇਟ ਬਣਾ ਕੇ ਡੋਡੀ ਭੇਜ ਦਿੰਦੇ ਹਾਂ। ਅਗਲਾ ਇਹ ਸਲੋਅਰ ਹੈ ਤੇ ਇਹ ਫਾਸਟਰ ਹੈ। ਵੈਸੇ ਤਾਂ ਆਪਾਂ ਨੂੰ ਇਹ ਲੱਗਦਾ, ਜੇ ਆਪਾਂ ਦੇਖਿਆ ਜਾਵੇ
ਇਹਦੇ ਵਿੱਚ ਸਲੋ ਕਿਹੜੀ ਚੀਜ਼ ਹੈ, ਕਨੈਕਸ਼ਨ ਐਸਟੈਬਲਿਸ਼ ਕਰਨ ਤੇ ਟਾਈਮ ਲੱਗਦਾ, ਉਦੋਂ ਬਾਅਦ ਜਿਹੜਾ ਇਹ ਡੇਟਾ ਹੈ ਉਹ ਜਲਦੀ ਫਾਸਟ ਹੁੰਦਾ। ਤਾਂ ਇਹਦੇ ਵਿੱਚ ਕਨੈਕਸ਼ਨ ਐਸਟੈਬਲਿਸ਼ਮੈਂਟ ਫੇਜ਼ ਹੀ ਹੈ ਨਹੀਂਗਾ, ਤਾਂ ਕਰਕੇ ਜਿਹੜਾ ਇਹ ਹੈਗਾ ਮਤਲਬ ਕਿ ਇਹ ਫਾਸਟਰ ਹੈ। ਠੀਕ ਹੈ, ਪੈਕੇਟ ਸਵਿਚਿੰਗ ਫਾਸਟਰ ਹੈ, ਸਪੀਡ ਜ਼ਿਆਦਾ। ਈਚ ਪੈਕੇਟ ਫੋਲੋ ਸੇਮ ਪਾਥ, ਇਹ ਗੱਲ ਜ਼ਰੂਰ ਯਾਦ ਰੱਖਣੀ ਹੈ। ਸਰਕਟ ਸਵਿਚਿੰਗ ਦੇ ਵਿੱਚ ਇੱਕ ਡੈਡੀਕੇਟਡ ਪਾਥ ਹੁੰਦਾ, ਸਾਰੇ ਪੈਕੇਟ ਨੇ ਜਿਹੜੇ ਇੱਕੋ ਹੀ ਰਸਤਾ ਫੋਲੋ ਕਰਦੇ ਨੇ, ਹਨਾ। ਇਹਦੇ ਵਿੱਚ ਈਚ ਪੈਕੇਟ ਕੈਨ ਫੋਲੋ ਐਨੀ ਰੂਟ, ਕੋਈ ਵੀ ਤੁਹਾਡੇ ਕੋਲ ਆਜ਼ਾਦੀ ਹੈ, ਕੋਈ ਵੀ ਰੂਟ ਆਪਾਂ ਫੋਲੋ ਕਰ ਸਕਦੇ ਹਾਂ। ਠੀਕ ਹੈ, ਇੱਥੇ ਮੈਨੂੰ ਥੋੜਾ ਜਿਹਾ ਡਾਊਟ ਹੈ, ਇਹਦੇ ਤੇ ਨਾ ਮੈਂ ਤੁਹਾਨੂੰ ਕਲੀਅਰ ਕਰਕੇ ਦੱਸੂਗਾ, ਕਿਉਂਕਿ ਜੇ ਆਹ ਵਾਲੇ ਫੇਜ਼ ਤੇ ਟਾਈਮ ਨਹੀਂ ਲੱਗਦਾ ਕਨੈਕਸ਼ਨ ਐਸਟੈਬਲਿਸ਼ਮੈਂਟ ਤੇ, ਫਿਰ ਇਹ ਬਹੁਤ ਜ਼ਿਆਦਾ ਫਾਸਟ ਹੈ। ਪੈਕੇਟ ਸਵਿਚਿੰਗ ਦੇ ਵਿੱਚ ਕਿਉਂਕਿ ਹੋ ਸਕਦਾ ਪੈਕੇਟ ਵੱਖੋ ਵੱਖਰੇ ਹੋ ਕੇ ਜਾਂ ਬਣ ਰਹੇ ਆ, ਪੈਕੇਟ ਦੀ ਸੈਗਮੈਂਟੇਸ਼ਨ ਤੇ ਰੀਅਸੈਂਬਲੀ ਉਹਦੇ ਤੇ ਵੀ ਟਾਈਮ ਲੱਗਦਾ। ਸੋ ਇਹਨੂੰ ਹਜੇ ਤੁਸੀਂ ਡਾਊਟ 'ਚ ਹੀ ਰਹਿਣ ਦਿਓ, ਮੈਂ ਅਗਲੇ ਪਾਰਟਸ ਦੇ ਵਿੱਚ ਤੁਹਾਨੂੰ ਦੱਸ ਦੂੰਗਾ ਕਲੀਅਰ ਕਰਕੇ। ਸੋ ਰਿਸੋਰਸ ਰਿਜ਼ਰਵੇਸ਼ਨ ਸਰਕਟ ਸਵਿਚਿੰਗ ਦਾ ਪਾਰਟ ਹੈ। ਪੈਕੇਟ ਸਵਿਚਿੰਗ ਦੇ ਵਿੱਚ ਕੋਈ ਰਿਸੋਰਸ ਦੀ ਰਿਜ਼ਰਵੇਸ਼ਨ ਨਹੀਂ ਹੁੰਦੀ। ਇਹਦੇ ਸਵਾਲ ਬਣ ਸਕਦਾ ਸਿੱਧਾ ਵੀ ਰਿਸੋਰਸ ਰਿਜ਼ਰਵੇਸ਼ਨ ਕਿਹਦਾ ਫੀਚਰ ਹੈ ਸਰਕਟ ਸਵਿਚਿੰਗ ਦਾ। ਅਗਲਾ, ਇਹ ਕੋਸਟਲੀ ਹੈ ਕਿਉਂਕਿ ਇਹ ਰਿਸੋਰਸ ਬਹੁਤ ਜ਼ਿਆਦਾ ਰਿਜ਼ਰਵ ਕਰਕੇ ਰੱਖਦਾ, ਇਹ ਚੀਪਰ ਆ ਪੈਕੇਟ ਸਵਿਚਿੰਗ। ਵੇਸਟੇਜ ਆਫ ਰਿਸੋਰਸ ਸਰਕਟ ਸਵਿਚਿੰਗ ਦੇ ਵਿੱਚ ਇੱਧਰ ਲੈਸ ਵੇਸਟੇਜ ਹੈ। ਯੂਨੀਫਾਰਮ ਡਿਲੇ ਇਨ ਆਲ ਦੀ ਪੈਕੇਟਸ, ਕਿਉਂਕਿ ਇੱਕੋ ਹੀ ਰਸਤਾ ਫੋਲੋ ਕਰ ਰਹੇ ਨੇ ਤਾਂ ਡਿਲੇ ਕੀ ਹੈ, ਯੂਨੀਫਾਰਮ ਹੈ। ਇੱਧਰ ਨਾਟ ਯੂਨੀਫਾਰਮ, ਵੱਖੋ ਵੱਖਰੀ ਹੋ ਸਕਦੀ ਹੈ। ਮੋਰ ਰਿਲਾਇਬਲ, ਇਹਦੀ ਭਰੋਸੇਯੋਗਤਾ ਜ਼ਿਆਦਾ ਹੈ, ਕਿਉਂ? ਕਿਉਂਕਿ ਇੱਕ ਡੈਡੀਕੇਟਡ ਪਾਥ ਹੁੰਦਾ, ਇੱਥੇ ਲੈਸ ਰਿਲਾਇਬਿਲਿਟੀ ਹੈ। ਹੋ ਸਕਦਾ ਗੱਡੀਆਂ ਹੋਰ ਰਸਤੇ ਵਿੱਚ ਦੀ ਗਈਆਂ ਨੇ, ਉਧਰ ਕੋਈ ਮੀਂਹ ਪੈਣ ਕਾਰਨ ਖੱਡੇ ਖੁੱਡੇ ਪਏ ਹੋਣ ਤੇ ਗੱਡੀਆਂ ਨਾ ਪਹੁੰਚਣ, ਉਵੇਂ ਪੈਕੇਟਸ ਨੇ ਜਿਹੜੇ ਨੈਟਵਰਕ ਦੇ ਕਿਸੇ ਵੀ ਕਾਰਨ ਹੋ ਸਕਦੇ ਡੈਸਟੀਨੇਸ਼ਨ ਤੇ ਨਾ ਪਹੁੰਚਣ। ਬਟ ਕਿਉਂ ਇਹਨੂੰ ਯੂਜ਼ ਕਰਦੇ ਆ? ਕਿਉਂਕਿ ਇਹਦੇ ਵਿੱਚ ਕੋਸਟ ਆਲਮੋਸਟ ਨੈਗਲੀਜੀਬਲ ਹੁੰਦੀ ਹੈ ਐਜ਼ ਕੰਪੇਅਰ ਟੂ ਸਰਕਟ ਸਵਿਚਿੰਗ ਦੇ। ਤਾਂ ਹੀ ਤਾਂ WhatsApp ਕਾਲ ਤੇ ਸਾਨੂੰ ਕੋਈ ਪੈਸੇ ਨਹੀਂ ਦੇਣੇ ਪੈਂਦੇ, ਦੂਜੀਆਂ ਕਾਲ ਸਾਨੂੰ ਕਿੰਨੀਆਂ ਕਾਸਟਲੀ ਪੈਂਦੀਆਂ ਨੇ, ਹਨਾ। ਅਗਲਾ ਪੁਆਇੰਟ, ਸਰਕਟ ਸਵਿਚਿੰਗ ਦੇ ਵਿੱਚ ਈਚ ਡੇਟਾ ਯੂਨਿਟਸ ਨੋਜ਼ ਦੀ ਐਂਟਾਇਰ ਪਾਥ ਐਡਰੈਸ, ਇੱਕ ਜਿਹੜਾ ਇੱਕ ਡੇਟਾ ਯੂਨਿਟ ਹੈ ਉਹਨੂੰ ਸਾਰੇ ਰਸਤੇ ਦਾ ਪਤਾ ਹੁੰਦਾ। ਤਾਂ ਪੈਕੇਟ ਸਵਿਚਿੰਗ ਦੇ ਵਿੱਚ ਈਚ ਡੇਟਾ ਯੂਨਿਟਸ ਜਸਟ ਨੋ ਦੀ ਫਾਈਨਲ ਡੈਸਟੀਨੇਸ਼ਨ ਐਡਰੈਸ, ਇੰਟਰਮੀਡੀਏਟ ਪਾਥ ਇਜ਼ ਡੈਡੀਕੇਟਡ ਬਾਈ ਦੀ ਰਾਊਟਰ, ਡਿਸਾਈਡਡ ਬਾਈ ਦੀ ਰਾਊਟਰ। ਉਹਨੂੰ ਸਿਰਫ ਐਂ ਹੀ ਪਤਾ ਹੁੰਦਾ ਵੀ ਮੈਂ ਕਿੱਥੇ ਪਹੁੰਚਣਾ ਹੈ, ਰਸਤੇ 'ਚ ਨਹੀਂ ਪਤਾ, ਰਸਤੇ ਦਾ ਨਹੀਂ ਪਤਾ ਹੁੰਦਾ। ਰਸਤੇ ਦਾ ਵਿੱਚ ਜਿਹੜੇ ਉਹ ਰਾਊਟਰ ਤੇ ਜਾਂਦਾ ਹੈ, ਇੱਥੋਂ ਜੇ ਇੱਥੇ ਗਿਆ, ਇੱਥੋਂ ਇੱਥੇ ਗਿਆ, ਪਹੁੰਚਣਾ ਸੀਗਾ ਇੱਥੋਂ, ਆਹ ਡੈਸਟੀਨੇਸ਼ਨ ਸੀ, ਆਹ 1 ਨੰਬਰ ਹੈ, ਆਹ 5 ਨੰਬਰ ਹੈ, ਉਹਨੂੰ ਇਹ ਪਤਾ ਵੀ 5 ਤੇ ਜਾਣਾ। ਆਹ ਨਹੀਂ ਪਤਾ ਲੱਗਣਾ ABCD ਰਾਊਟਰ ਨੇ A ਨੇ ਡਿਸਾਈਡ ਕਰਨਾ ਵੀ ਤੂੰ ਇੱਧਰ ਜਾਣਾ ਕਿ ਹੋਰ ਕੋਈ ਰਸਤਾ, ਅੱਗੇ B ਨੇ ਡਿਸਾਈਡ ਕਰਨਾ, C ਨੇ। ਤਾਂ ਇੰਟਰਮੀਡੀਏਟ ਪਾਥ ਹੈ ਜਿਹੜਾ ਉਹ ਰਾਊਟਰ ਦੱਸਦੇ ਨੇ। ਰਾਊਟਰ ਦਾ ਮੇਨ ਕੰਮ ਕੀ ਹੁੰਦਾ? ਰੂਟ ਪ੍ਰੋਵਾਈਡ ਕਰਨਾ। ਕਲੀਅਰ? ਸੋ ਅਗਲਾ ਪੁਆਇੰਟ ਸੀਗਾ ਡੇਟਾ ਇਜ਼ ਪ੍ਰੋਸੈਸਡ ਐਟ ਦੀ ਸੋਰਸ ਸਿਸਟਮ ਓਨਲੀ। ਡੇਟਾ ਜਿਹੜਾ ਹੁੰਦਾ ਪ੍ਰੋਸੈਸਿੰਗ ਉਹਦੀ ਸੋਰਸ ਸਿਸਟਮ ਤੇ ਹੁੰਦੀ ਹੈ, ਡੈਸਟੀਨੇਸ਼ਨ ਤੇ ਤਾਂ ਉਹ ਇਕੱਠਾ ਹੀ ਪਹੁੰਚ ਜਾਂਦਾ, ਹਨਾ। ਡੇਟਾ ਇਜ਼ ਪ੍ਰੋਸੈਸਡ ਐਟ ਆਲ ਇੰਟਰਮੀਡੀਏਟ ਨੋਡ ਇਨਕਲੂਡਿੰਗ ਦਾ ਸੋਰਸ ਸਿਸਟਮ। ਰਸਤੇ ਦੇ ਵਿੱਚ ਸਾਰੇ ਸਿਸਟਮਾਂ ਤੇ ਵੀ ਡੇਟਾ ਦੀ ਪ੍ਰੋਸੈਸਿੰਗ ਹੁੰਦੀ ਹੈ, ਕਿਉਂ? ਕਿਉਂਕਿ ਟੁੱਟ ਟੁੱਟ ਕੇ ਜਾ ਰਿਹਾ, ਹਨਾ। ਸੋ ਉਹਦੀ ਸੀਕੁਐਂਸ ਬਣਾ ਕੇ ਰੱਖਣੀ ਜ਼ਰੂਰੀ ਹੈ। ਕੰਜੈਸ਼ਨ ਕੈਨ ਅਕਰ ਡਿਊਰਿੰਗ ਦੀ ਕਨੈਕਸ਼ਨ ਐਸਟੈਬਲਿਸ਼ਮੈਂਟ ਫੇਜ਼। ਕੰਜੈਸ਼ਨ ਦਾ ਮਤਲਬ ਹੁੰਦਾ ਵੀ ਮੰਨ ਲਓ ਸੜਕ ਤੇ ਆਪਾਂ ਨਹੀਂ ਕਹਿੰਦੇ ਵੀ ਜਾਮ ਉਦੋਂ ਹੀ ਲੱਗ ਸਕਦਾ ਜਦੋਂ ਕਿ ਆਪਾਂ ਕਨੈਕਸ਼ਨ ਨੂੰ ਸਟੈਬਲਿਸ਼ ਕਰਦੇ ਹਾਂ। ਜਦੋਂ ਕਨੈਕਸ਼ਨ ਇੱਕ ਵਾਰੀ ਸਟੈਬਲਿਸ਼ ਹੋ ਗਿਆ ਫਿਰ ਕੰਜੈਸ਼ਨ ਨਹੀਂ ਆ ਸਕਦਾ। ਇਹਦੇ ਵਿੱਚ ਪੈਕੇਟ ਸਵਿਚਿੰਗ ਦੇ ਵਿੱਚ ਕੰਜੈਸ਼ਨ ਹੈ ਜਿਹੜਾ ਉਹ ਕਿਤੇ ਵੀ ਆ ਸਕਦਾ। ਠੀਕ ਆ। ਅਗਲਾ, ਦੀ ਚਾਰਜ ਡਿਪੈਂਡ ਔਨ ਟਾਈਮ ਐਂਡ ਡਿਸਟੈਂਸ ਨੋਟ ਔਨ ਟ੍ਰੈਫਿਕ ਇਨ ਦਾ ਨੈਟਵਰਕ। ਕਹਿੰਦਾ ਚਾਰਜ ਕਿਹੜੇ ਤੇ ਡਿਪੈਂਡ ਕਰਦਾ, ਕਿੰਨਾ ਟਾਈਮ ਤੁਸੀਂ ਕਾਲ ਲਾਈ ਤੇ ਕਿੰਨੀ ਦੂਰ ਤੱਕ ਕਾਲ ਲਾਈ। ਤਾਂ ਹੀ ਆਪਾਂ ਫੋਰਨ 'ਚ ਕਾਲਾਂ ਕਰਦੇ ਹਾਂ, ਜਿਹੜਾ ਨਾਰਮਲ ਫੋਨ ਤੇ ਜ਼ਿਆਦਾ ਕਾਸਟਲੀ ਪੈਂਦੀ ਹੈ। ਕਿਉਂ? ਕਿਉਂਕਿ ਡਿਸਟੈਂਸ ਜ਼ਿਆਦਾ ਵੱਧ ਗਈ। ਡਿਸਟੈਂਸ ਵੱਧ ਗਈ ਤਾਂ ਰਸਤੇ ਦੇ ਵਿੱਚ ਰਾਊਟਰ ਸਵਿਚਸ ਡਿਵਾਈਸਿਸ ਨੇ ਜਿਹੜੇ ਉਹ ਅਸੀਂ ਜ਼ਿਆਦਾ ਯੂਜ਼ ਕੀਤੇ ਨੇ, ਤਾਂ ਕਰਕੇ ਸਾਨੂੰ ਪੈਸੇ ਜ਼ਿਆਦਾ ਦੇਣੇ ਪੈਂਦੇ ਨੇ। ਹੁਣ ਇੰਡੀਆ ਦੇ ਵਿੱਚ ਕਾਲ ਸਸਤੀ ਕਿਉਂ ਪੈਂਦੀ ਆ? ਕਿਉਂਕਿ ਰਾਹ ਦੇ ਵਿੱਚ ਜਿਹੜੇ ਡਿਵਾਈਸ ਨੇ, ਰਿਸੋਰਸ ਨੇ, ਉਹ ਅਸੀਂ ਘੱਟ ਯੂਜ਼ ਕਰ ਰਹੇ ਹਾਂ। ਫੋਰਨ ਦੇ ਵਿੱਚ ਆ ਤਾਂ ਰਸਤੇ ਦੇ ਵਿੱਚ ਰਾਊਟਰ ਕਿੰਨੀਆਂ ਸਵਿਚਸ ਦੇ ਵਿੱਚੋਂ ਸਾਡਾ ਕਨੈਕਸ਼ਨ ਹੋ ਕੇ ਜਾ ਰਿਹਾ, ਹਨਾ। ਸੋ ਇਹਦੇ ਵਿੱਚ ਕੀ ਹੈ, ਪੈਕੇਟ ਸਵਿਚਿੰਗ ਦੇ ਵਿੱਚ ਚਾਰਜਿਸ ਬੇਸਡ ਔਨ ਦਾ ਨੰਬਰ ਆਫ ਬਾਈਟਸ ਐਂਡ ਕਨੈਕਸ਼ਨ ਟਾਈਮ। ਕਿੰਨੀਆਂ ਤੁਸੀਂ ਬਾਈਟਸ ਸੈਂਡ ਕੀਤੀਆਂ, ਇੰਟਰਨੈਟ ਉਹੀ ਹੈ ਨਾ 2 GB 4 GB, ਤੇ ਕਿੰਨਾ ਤੁਹਾਡਾ ਟਾਈਮ ਲੱਗਿਆ ਉਹਦੇ ਲਈ, ਹਨਾ। ਨੋਟ ਸਟੋਰ ਐਂਡ ਫਾਰਵਰਡ ਟੈਕਨੀਕ, ਇਹ ਬਹੁਤ ਜ਼ਿਆਦਾ ਪੁਆਇੰਟ ਇੰਪੋਰਟੈਂਟ ਹੈ, ਪੁੱਛਿਆ ਜਾਂਦਾ। ਸਟੋਰ ਐਂਡ ਫਾਰਵਰਡ ਕਿਹਦੇ ਚ ਹੁੰਦਾ? ਪੈਕੇਟਸ ਦੇ ਵਿੱਚ ਹੁੰਦਾ। ਇੱਕ ਨੋਡ ਤੋਂ ਦੂਜੇ ਨੋਡ ਤੇ ਡੇਟਾ ਗਿਆ ਉਹ ਸਟੋਰ ਕਰ ਲੈਂਦਾ, ਫਿਰ ਅੱਗੇ ਫਾਰਵਰਡ ਕਰ ਦਿੰਦਾ। ਇਹਦੇ ਵਿੱਚ ਕੋਈ ਸਟੋਰ ਐਂਡ ਫਾਰਵਰਡ ਨਹੀਂ ਹੁੰਦਾ। ਸਰਕਟ ਸਵਿਚਿੰਗ ਦੇ ਵਿੱਚ ਡਾਇਰੈਕਟਲੀ ਹੀ ਸੈਂਡ ਕਰਦਾ ਰਹਿੰਦਾ, ਹਨਾ। ਅਗਲਾ, ਤੇ ਵਰਕਸ ਐਟ ਫਿਜ਼ੀਕਲ ਲੇਅਰ। ਆਪਾਂ ਨੂੰ ਪਤਾ ਵੀ 7 ਲੇਅਰਸ ਹੁੰਦੀਆਂ ਨੇ, ਜਿਵੇਂ ਸਭ ਤੋਂ ਲੇਅਰ 1 2 3
4 5 6 ਤੇ 7 ਇਹ ਲੇਅਰ ਮੈਂ ਸਾਰੀਆਂ ਕਰਵਾਉਂਗਾ ਫਿਜ਼ੀਕਲ ਲੇਅਰ ਨੈਟਵਰਕ ਲੇਅਰ ਸੌਰੀ ਡਾਟਾ ਲਿੰਕ ਲੇਅਰ ਨੈਟਵਰਕ ਲੇਅਰ ਟਰਾਂਸਪੋਰਟ ਲੇਅਰ ਇਹ ਹੈਗੇ ਐਪਲੀਕੇਸ਼ਨ ਲੇਅਰ ਇਹ ਪ੍ਰੈਜੈਂਟੇਸ਼ਨ ਤੇ ਇਹ ਮੇਰੇ ਯਾਦ ਨਹੀਂ ਮੈਂ ਭੁੱਲ ਗਿਆ ਮੈਂ ਸਾਰੀਆਂ ਤੁਹਾਨੂੰ 7 ਦੀਆਂ 7 ਲੇਅਰ ਕਰਾਉਂਗਾ OSI ਮਾਡਲ ਦੀਆਂ 7 ਲੇਅਰ ਨੇ ਤੇ ਇੱਕ TCP/IP ਮਾਡਲ ਹੁੰਦਾ ਉਹਦੇ ਵਿੱਚ ਵੀ 4 ਪਤਾ ਨਹੀਂ 5 ਲੇਅਰਸ ਐਗਜ਼ਿਸਟ ਕਰਦੀਆਂ ਨੇ ਸੌਰੀ ਹਾਂ ਆਹ ਹੈ ਸੈਸ਼ਨ ਆਹ ਹੈ ਪ੍ਰੈਜੈਂਟੇਸ਼ਨ ਇਹ ਮੈਂ ਲਿਖਾਉਂਗਾ ਅੱਗੇ ਤੁਸੀਂ ਇੱਕ ਵਾਰੀ ਛੱਡ ਲਓ ਆਪਾਂ ਕਰਾਂਗੇ ਜ਼ਰੂਰੀ ਤੇ ਜਿਹੜਾ ਸਰਕਟ ਸਵਿਚਿੰਗ ਆ ਉਹ ਪਹਿਲੀ ਲੇਅਰ ਤੇ ਕੰਮ ਕਰਦਾ ਯਾਨੀ ਕਿ ਫਿਜ਼ੀਕਲ ਲੇਅਰ ਤੇ ਜਿਹੜਾ ਨੈਟਵਰਕ ਸੌਰੀ ਪੈਕੇਟ ਸਵਿਚਿੰਗ ਹੈ ਤੀਜੀ ਲੇਅਰ ਦੇ ਨੈਟਵਰਕ ਤੇ ਦੋ ਤਿੰਨ ਲਿਖਣੀਆਂ ਲਿਖ ਲਓ ਫਿਜ਼ੀਕਲ ਡਾਟਾ ਲਿੰਕ ਤੇ ਨੈਟਵਰਕ ਇਹ ਵਾਲੀ ਟਰਾਂਸਪੋਰਟ ਠੀਕ ਹੈ ਅੱਗੇ ਆਪਾਂ ਡਿਸਕਸ ਕਰਾਂਗੇ ਚੀਜ਼ਾਂ ਸੋ MCQ ਦੇਖਦੇ ਆ ਆਪਾਂ ਇਹ ਮੈਂ ਦੋ ਸੋਰਸ ਹੈ MCQ ਲਰਨ ਤੇ ਸੈਨ ਫਾਊਂਡਰੀ ਇਹਨਾਂ ਨੇ ਬੜੇ ਵਧੀਆ ਸਵਾਲ ਦਿੱਤੇ ਹੋਏ ਸੀ ਇਹਨਾਂ ਦੇ ਆਪਾਂ ਚੱਕੇ ਨੇ ਠੀਕ ਹੈ ਸੋ ਕ੍ਰੈਡਿਟ ਦੇਣਾ ਜ਼ਰੂਰੀ ਹੈ ਐਵੇਂ ਆਪਾਂ ਕਿਸੇ ਦਾ ਡਾਟਾ ਚੱਕ ਕੇ ਨੰਬਰ ਬਣਾਈਏ ਇਹਦਾ ਕੋਈ ਫਾਇਦਾ ਨਹੀਂ ਜਾਂ ਆਪਾਂ ਪੁਰਾਣੇ ਕੁਐਸਚਨ ਡਿਸਕਸ ਕਰਦੇ ਆ ਜਾਂ ਆਪਾਂ ਜੇ ਕਿਤੋਂ ਕੁਐਸਚਨ ਚੱਕਿਆ ਹੋਵੇ ਤਾਂ ਆਪਾਂ ਕ੍ਰੈਡਿਟ ਦਿੰਨੇ ਆ ਪੂਰਾ ਬੰਦੇ ਨੂੰ ਹਨਾ ਸੋ ਸਵਾਲ ਹੈਗਾ ਜਿਵੇਂ ਇਹ ਲੋਕਲ ਟੈਲੀਫੋਨ ਨੈਟਵਰਕ ਇਜ਼ ਐਗਜ਼ਾਮਪਲ ਆਫ ਨੈਟਵਰਕ ਡੈਸ਼ ਨੈਟਵਰਕ ਜਿਹੜਾ ਲੋਕਲ ਟੈਲੀਫੋਨ ਨੈਟਵਰਕ ਪੁਰਾਣਾ ਚੱਲਦਾ ਸੀ ਕਿ ਉਹ ਸਰਕਟ ਸਵਿਚਿੰਗ ਹੈ ਕਿ ਪੈਕੇਟ ਸਵਿਚਿੰਗ ਹੈ ਬਿਟ ਸਵਿਚ ਦਾ ਲਾਈਨ ਸਵਿਚ ਦਾ ਤਾਂ ਆਪਾਂ ਹੁਣੀ ਪੜ੍ਹ ਕੇ ਗਏ ਆ ਵੀ ਉਹ ਸਰਕਟ ਸਵਿਚਿੰਗ ਬੇਸਡ ਸੀਗਾ ਪੁਰਾਣਾ ਅਗਲਾ ਸਵਾਲ ਹੈ what are the method to move data through a network of links and switches ਕਹਿੰਦਾ ਮੈਥਡ ਉਹ ਕਿਹੜੇ ਮੈਥਡ ਨੇ ਜਿਹਦੇ ਵਿੱਚ ਡੇਟਾ ਮੂਵ ਕਰਦਾ ਕਾਹਦੇ ਵਿੱਚ ਦੀ ਨੈਟਵਰਕ ਲਿੰਕਸ ਤੇ ਸਵਿਚਸ ਦੇ ਵਿੱਚ ਦੀ ਤੇ ਲਿੰਕਸ ਦੇ ਵਿੱਚ ਦੀ ਪੈਕੇਟ ਸਵਿਚਿੰਗ ਐਂਡ ਲਾਈਨ ਸਵਿਚਿੰਗ ਇਹ ਵੀ ਨਹੀਂ ਹੁੰਦਾ ਸਰਕਟ ਸਵਿਚਿੰਗ ਐਂਡ ਲਾਈਨ ਇਹ ਵੀ ਨਹੀਂ ਹੁੰਦਾ ਲਾਈਨ ਸਵਿਚਿੰਗ ਐਂਡ ਬਿਟ ਸਵਿਚਿੰਗ ਇਹ ਵੀ ਨਹੀਂ ਹੁੰਦਾ ਪੈਕੇਟ ਸਵਿਚਿੰਗ ਐਂਡ ਸਰਕਟ ਸਵਿਚਿੰਗ ਹਾਂ ਦੋ ਤਰ੍ਹਾਂ ਦੀ ਸਵਿਚਿੰਗ ਹੁੰਦੀ ਹੈ ਪੈਕੇਟ ਸਵਿਚਿੰਗ ਤੇ ਸਰਕਟ ਸਵਿਚਿੰਗ ਇੱਕ ਡਾਟਾਗ੍ਰਾਮ ਸਵਿਚਿੰਗ ਤੇ ਮੈਸੇਜ ਸਵਿਚਿੰਗ ਵੀ ਹੁੰਦੀ ਹੈ ਹਨਾ ਉਹ ਪੈਕੇਟ ਸਵਿਚਿੰਗ ਦਾ ਹੀ ਪਾਰਟ ਨੇ ਵੈਸੇ ਉਹ ਬਹੁਤ ਜ਼ਿਆਦਾ ਡਿਟੇਲ ਚ ਹੋ ਜਾਊਗਾ ਉਹ ਨਹੀਂ ਆਪਾਂ ਕਰਾਂਗੇ ਹਨਾ ਸੋ ਆਨਸਰ ਡੀ ਹੈ ਅਗਲਾ ਸਵਾਲ the required resources for communication between end system are reserved for the during of session between end system in dash method ਆ ਦੇਖੋ ਬੜਾ ਵਧੀਆ ਸਵਾਲ ਹੈ ਦੀ ਰਿਕੁਆਇਰਡ ਰਿਸੋਰਸ ਜਿਹੜੇ ਤੁਹਾਨੂੰ ਕਮਿਊਨੀਕੇਸ਼ਨ ਦੇ ਲਈ ਰਿਸੋਰਸ ਚਾਹੀਦੇ ਨੇ ਉਹ ਰਿਜ਼ਰਵ ਕਿਹਦੇ ਚ ਹੁੰਦੇ ਨੇ ਤਾਂ ਆਪਾਂ ਨੂੰ ਪਤਾ ਵੀ ਉਹ ਸਰਕਟ ਸਵਿਚਿੰਗ ਦੇ ਵਿੱਚ ਹੁੰਦੇ ਨੇ ਆਨਸਰ ਬੀ ਹੈ ਪੈਕੇਟ ਸਵਿਚਿੰਗ ਦੇ ਵਿੱਚ ਕੋਈ ਵੀ ਰਿਸੋਰਸ ਦੀ ਰਿਜ਼ਰਵੇਸ਼ਨ ਨਹੀਂ ਹੁੰਦੀ ਅਗਲਾ ਇਨ ਡੈਸ਼ ਸਿਸਟਮ ਰਿਸੋਰਸ ਆਰ ਐਲੋਕੇਟਡ ਔਨ ਡਿਮਾਂਡ ਕਿਹੜੀ ਟੈਕਨੀਕ ਹੈ ਕਹਿੰਦਾ ਜਿਹਦੇ ਵਿੱਚ ਰਿਸੋਰਸ ਨੇ ਜਿਹੜੇ ਔਨ ਡਿਮਾਂਡ ਤੇ ਹੀ ਐਲੋਕੇਟ ਕੀਤੇ ਜਾਂਦੇ ਨੇ ਆਪਾਂ ਨੂੰ ਪਤਾ ਹੈ ਵੀ ਸਰਕਟ ਸਵਿਚਿੰਗ ਦੇ ਵਿੱਚ ਤਾਂ ਰਿਜ਼ਰਵ ਹੋ ਜਾਂਦੇ ਨੇ ਪੈਕੇਟ ਸਵਿਚਿੰਗ ਦੇ ਵਿੱਚ ਰਿਸੋਰਸ ਨੇ ਜਿਹੜੇ ਔਨ ਡਿਮਾਂਡ ਤੇ ਦਿੱਤੇ ਜਾਂਦੇ ਨੇ ਅਗਲਾ ਬੜਾ ਸੋਹਣਾ ਸਵਾਲ ਹੈ ਮੋਸਟ ਪੈਕੇਟ ਸਵਿਚਸ ਯੂਜ਼ ਦਿਸ ਪ੍ਰਿੰਸੀਪਲ ਪੈਕੇਟ ਸਵਿਚਿੰਗ ਕਿਹੜਾ ਪ੍ਰਿੰਸੀਪਲ ਯੂਜ਼ ਕਰਦਾ ਸਟਾਪ ਐਂਡ ਵੇਟ ਸਟੋਰ ਐਂਡ ਫਾਰਵਰਡ ਸਟੋਰ ਐਂਡ ਵੇਟ ਸਟਾਪ ਐਂਡ ਫਾਰਵਰਡ ਇਹ ਆਪਾਂ ਹੁਣੀ ਪੜ੍ਹ ਕੇ ਗਏ ਆ ਵੀ ਸਟੋਰ ਕਰ ਲੈਣਾ ਤੇ ਫਾਰਵਰਡ ਕਰ ਦੇਣਾ ਸਟੋਰ ਕਿਉਂ ਕਰਦਾ ਕਿਉਂਕਿ ਅੱਗੇ ਜਾ ਕੇ ਸਪੋਜ਼ ਕਰੋ ਅੱਗੇ ਅਗਲੇ ਰਾਊਟਰ ਤੇ ਜਾ ਕੇ ਪੈਕੇਟ ਪਹੁੰਚਿਆ ਨਹੀਂ ਰਸਤੇ ਦੇ ਵਿੱਚ ਕਲੈਸ਼ ਹੋ ਗਿਆ ਤਾਂ ਉੱਥੇ ਟਾਈਮਰ ਲੱਗਿਆ ਹੁੰਦਾ ਉਹਨੇ ਟਾਈਮ ਦੇ ਮੰਨ ਲਓ ਆਪਾਂ ਥੋੜੀ ਜਿਹੀ ਐਗਜ਼ਾਮਪਲ ਦੇ ਦੇਣਾ ਵੈਸੇ ਲੋਡ ਹੈ ਨਹੀਂ ਪਰ ਮੈਨੂੰ ਐ ਹੁੰਦਾ ਵੀ ਤੁਹਾਨੂੰ ਜਿੰਨੀ ਜ਼ਿਆਦਾ ਕਲੈਰਿਟੀ ਹੋਊਗੀ ਉਨਾ ਹੀ ਤੁਹਾਨੂੰ ਵਧੀਆ ਲੱਗੂਗਾ ਮੰਨ ਲਓ ਇੱਥੋਂ ਮੈਸੇਜ ਸੀਗਾ ਜਿਹੜਾ ਇੱਥੇ ਜਾਣਾ ਸੀ ਆ ਬੀ ਹੈ ਆ ਏ ਆ ਹੁਣ ਇੱਥੇ ਆਇਆ ਇੱਕ ਦੋ ਪੈਕੇਟ ਆ ਗਏ ਇਹਨੇ ਸਟੋਰ ਕਰ ਲੈਣੇ ਨੇ ਅੱਗੇ ਭੇਜ ਦੇਣੇ ਨੇ ਅੱਗੇ ਦੋਨੇ ਪਹੁੰਚੇ ਨਹੀਂ ਕਲੈਸ਼ ਹੋ ਗਏ ਤਾਂ ਇਹਦੇ ਕੋਲੇ ਟਾਈਮਰ ਚੱਲੂਗਾ ਇੱਥੋਂ ਲੈ ਕੇ ਇੱਥੋਂ ਪਹੁੰਚਣ ਤੇ ਸਪੋਜ਼ ਕਰੋ 4 ਮਿਲੀ ਸੈਕਿੰਡ ਲੱਗਦੇ ਨੇ 4 ਮਿਲੀ ਸੈਕਿੰਡ ਇੱਥੋਂ ਲੈ ਕੇ ਇੱਥੇ ਜਾਣ ਤੇ ਲੱਗਦੇ ਨੇ ਇੱਥੋਂ ਵਾਪਸ ਇੱਥੋਂ ਜਾ ਕੇ ਵਾਪਸ ਆਉਣ ਤੇ ਟੋਟਲ ਕਿੰਨੇ ਹੋ ਗਏ 8 ਮਿਲੀ ਸੈਕਿੰਡ ਹੋ ਗਏ ਜਿਹਨੂੰ ਟਰਨ ਅਰਾਊਂਡ ਟਾਈਮ ਵੀ ਬੋਲਦੇ ਚਲੋ ਟਰਨ ਅਰਾਊਂਡ ਟਾਈਮ ਮੈਂ ਨੈਟਵਰਕਸ ਦੇ ਵਿੱਚ ਸਮਝਾਉਂਗਾ ਇੱਥੇ ਇੰਨੀ ਜ਼ਿਆਦਾ ਲੋਡ ਨਹੀਂ ਹਨਾ ਸੋ ਇੱਥੋਂ ਜਾ ਕੇ ਇੱਥੇ ਵਾਪਸ ਆਉਣ ਤੇ 8 ਮਿਲੀ ਸੈਕਿੰਡ ਲੱਗੇ ਨੇ ਇਹਨੇ ਕੀ ਕਰਨਾ ਇਹਦੇ ਕੋਲ ਟਾਈਮਰ ਚਲਾ ਦੇਣਾ ਜਦੋਂ ਹੀ ਪੈਕੇਟ ਭੇਜੇ ਇਹਨੇ 9 ਮਿਲੀ ਇੱਕ ਟਾਈਮਰ ਚਲਾ ਦੇਣਾ ਜਦੋਂ ਹੀ 9 ਮਿਲੀ ਸੈਕਿੰਡ ਹੋ ਗਏ ਇਹ ਵੇਟ ਕਰੂਗਾ ਕਿ ਮੇਰੇ ਕੋਲੇ ਫੀਡਬੈਕ ਆਈ ਹਨਾ ਫੀਡਬੈਕ ਜੇਕਰ ਨਹੀਂ ਪਹੁੰਚਦੀ ਰਿਸਪੌਂਸ ਨਹੀਂ ਪਹੁੰਚਦਾ ਐਕਨੋਲੇਜਮੈਂਟ ਨਹੀਂ ਪਹੁੰਚਦੀ ਐਕਨੋਲੇਜਮੈਂਟ ਬੋਲਦੇ ਨੇ ਹੁੰਦੇ ਆ ਜੇਕਰ ਐਕਨੋਲੇਜਮੈਂਟ ਨਹੀਂ ਪਹੁੰਚਦੀ ਤਾਂ ਇਹਨੇ ਆਪਦੇ ਕੋਲੇ ਪੈਕੇਟ ਜਿਹੜੇ ਸਟੋਰ ਕਰੇ ਪਏ ਸੀ ਉਹਨੇ ਦੁਬਾਰੇ ਭੇਜ ਦੇਣੇ ਤਾਂ ਦੁਬਾਰੇ ਭੇਜ ਕੇ ਜੇਕਰ ਡੈਸਟੀਨੇਸ਼ਨ ਤੇ ਪਹੁੰਚ ਗਏ ਤਾਂ ਇਹ ਵਾਲੇ ਨੇ ਪੈਕੇਟ ਸਟੋਰ ਕਰ ਲੈਣੇ ਨੇ ਅੱਗੇ ਭੇਜ ਦੇਣੇ ਨੇ ਇਹਨੂੰ ਕੀ ਕਰ ਦੇਣਾ ਐਕਨੋਲੇਜਮੈਂਟ ਭੇਜ ਦੇਣੀ ਹੈ ਕਿ ਮੇਰੇ ਕੋਲੇ ਜਿਹੜੇ ਪੈਕੇਟ ਪਹੁੰਚ ਗਏ
ਜਦੋਂ ਅੱਗੇ ਨਹੀਂ ਪਹੁੰਚਦੇ ਉਹ ਬਾਰ ਆਪਣੇ ਆਪ ਹੀ ਰੀਸੈਂਡ ਕਰ ਦਿੰਦਾ। ਕਲੀਅਰ ਹੋਈ ਗੱਲ? ਤਾਂ ਕਰਕੇ ਸਟੋਰ ਐਂਡ ਫਾਰਵਰਡ ਯੂਜ਼ ਕਰਦੇ ਆ। ਠੀਕ ਹੈ, ਸੋ ਡੀਪ ਅੰਡਰਸਟੈਂਡਿੰਗ ਮੈਂ ਵਾਰੀ-ਵਾਰੀ ਤੁਹਾਨੂੰ ਬੋਲਦਾ ਕਿ ਚੀਜ਼ਾਂ ਦੇ ਪ੍ਰਤੀ ਸਮਝ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕੋਈ ਵੀ ਕੰਪੀਟੀਟਿਵ ਐਗਜ਼ਾਮ ਅਸੀਂ ਕਰੈਕ ਕਰਨ ਜਾ ਰਹੇ ਹਾਂ, ਸਿਰਫ ਤੋਤਾ ਰੱਟਾ ਲਾਉਣਾ ਹੀ ਜ਼ਰੂਰੀ ਨਹੀਂ ਹੁੰਦਾ, ਸਮਝ ਬਣਾਓ। ਤਾਂ ਬਹੁਤ ਸਾਰੇ ਸਟੂਡੈਂਟ ਮੇਰੇ ਮਿੱਤਰ ਨੇ, ਦੋਸਤ, ਅਕਸਰ ਹੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਜਿਹੜੇ ਬੰਦੇ ਤਿਆਰੀ ਕਰਨ ਵਾਲੇ ਨੇ ਉਹਨਾਂ ਦੀਆਂ ਬਹੁਤ ਜ਼ਿਆਦਾ ਦਿੱਕਤਾਂ ਨੇ। ਮੈਂ ਸਮਝਦਾ, ਮੈਂ ਖੁਦ ਇੱਕ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕੀਤੀ ਤੇ ਮੈਂ ਕਈ ਪੇਪਰ ਕਲੀਅਰ ਵੀ ਕੀਤੇ। ਸੋ ਇਹਨਾਂ ਚੀਜ਼ਾਂ ਦਾ ਵੀ ਮੈਨੂੰ ਕਾਫੀ ਜ਼ਿਆਦਾ ਤਜਰਬਾ ਵੀ ਹੈਗਾ, ਹਨਾ। ਸੋ ਬਾਕੀ ਤੁਸੀਂ ਅਗਰ ਚਾਹੁੰਦੇ ਵੀ ਹੋ ਸਾਡੇ ਨਾਲ ਗੱਲਬਾਤ ਕਰਨੀ ਤਾਂ ਤੁਸੀਂ ਟਾਈਮ ਲੈ ਸਕਦੇ ਹੋ। ਤੁਸੀਂ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ 94 635 90 346, ਇਹ WhatsApp ਨੰਬਰ ਹੈ ਆਪਣਾ। ਕਾਲ ਨਾ ਕਰਿਆ ਕਰੋ, ਪਹਿਲਾਂ ਮੈਸੇਜ ਕਰ ਲਿਆ ਕਰੋ, ਕਿਉਂਕਿ ਕਈ ਵਾਰੀ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੁੰਦਾ, ਕਾਲ ਪਿਕਅਪ ਨਹੀਂ ਹੁੰਦੀ, ਬਾਅਦ ਦੇ ਵਿੱਚ ਫੋਲੋ ਅਪ ਵੀ ਨਹੀਂ ਹੁੰਦਾ। ਮੈਸੇਜ ਕਰ ਲਿਆ ਕਰੋ, WhatsApp ਮੈਸੇਜ, ਤਾਂ ਉਹਦੇ ਨਾਲ ਇਹ ਹੁੰਦਾ ਵੀ ਥੋੜਾ ਜਿਹਾ ਆਪਾਂ ਸਮਾਂ ਕੱਢ ਕੇ ਤੁਹਾਨੂੰ ਸਮਾਂ ਦੇ ਸਕਦੇ ਹਾਂ। ਤਾਂ ਬੜੀਆਂ ਪ੍ਰੋਬਲਮ ਨੇ ਸਟੂਡੈਂਟ ਦੀਆਂ, ਸਟੂਡੈਂਟ ਕਈ ਵਾਰੀ ਨੈਗੇਟਿਵਿਟੀ ਬੜੀ ਆ ਜਾਂਦੀ ਆ। ਹੁਣ ਤਾਂ ਚਲੋ 2-3 ਪੇਪਰ ਹੋ ਗਏ, ਪਹਿਲਾਂ ਬਹੁਤ ਜ਼ਿਆਦਾ ਨੈਗੇਟਿਵਿਟੀ ਆਈ ਹੋਈ ਸੀ ਕਿ ਪੜ੍ਹਨ ਨੂੰ ਜੀ ਨਹੀਂ ਕਰਦਾ, ਹਨਾ। ਤੁਸੀਂ ਬਹੁਤ ਜ਼ਿਆਦਾ ਕਿਸੇ ਦੇ ਹਾਲਾਤ ਵੱਖੋ ਵੱਖਰੇ, ਕੋਈ ਫਾਈਨੈਂਸ਼ੀਅਲ ਤੌਰ ਤੇ ਬੱਚਾ ਹੋ ਸਕਦਾ ਹੈ, ਹਰ ਬੰਦੇ ਦੀ ਲਾਈਫ ਦੇ ਵਿੱਚ ਪ੍ਰੋਬਲਮਸ ਨੇ, ਹਨਾ। ਤਾਂ ਉਹ ਪ੍ਰੋਬਲਮਸ ਨੂੰ ਲੜਦੇ ਹੋਏ ਅਸੀਂ ਕੰਮ ਕਰਨਾ। ਕੋਈ ਗੱਲ ਨਹੀਂ, ਤੁਸੀਂ ਨੈਗੇਟਿਵ ਮਹਿਸੂਸ ਨਾ ਕਰੋ। ਇੱਕ ਵਾਰੀ ਪੇਪਰ ਦੇ ਵਿੱਚ ਤੁਹਾਡਾ ਨਾਂ ਨਹੀਂ ਆਇਆ, ਕੋਈ ਗੱਲ ਨਹੀਂ, ਕਿਉਂਕਿ ਅੰਡਰਸਟੈਂਡਿੰਗ ਬਣਾਉਣ ਦੇ ਲਈ 4-5 ਸਾਲ ਲੱਗ ਜਾਂਦੇ ਨੇ। ਜੇ ਤੁਹਾਡੀ ਜੌਬ ਲੱਗ ਵੀ ਗਈ ਤਾਂ ਤੁਸੀਂ ਉੱਥੇ ਰੁਕੋ ਨਾ, ਤੁਸੀਂ ਹੋਰ ਜ਼ਿਆਦਾ ਟਰਾਈ ਕਰੋ, ਸਮਝੋ ਚੀਜ਼ਾਂ ਨੂੰ। ਜੇ ਚੀਜ਼ਾਂ ਸਮਝ ਗਏ ਆਪਾਂ ਰੱਟਾ ਮਾਰੇ ਬਿਨਾ, ਤਾਂ ਸਲੋ ਐਂਡ ਸਟੱਡੀ ਕਹਿੰਦੇ ਹੁੰਦੇ ਨਾ, ਵਿਨਸ ਦੀ ਰੇਸ। ਤਾਂ ਜੇ ਤੁਸੀਂ ਹੌਲੀ ਜਾਓਗੇ ਤਾਂ ਮੰਜ਼ਿਲ ਤੇ ਆਪਾਂ ਜ਼ਰੂਰ ਪਹੁੰਚ ਜਾਵਾਂਗੇ। ਤਾਂ ਮੋਟੀਵੇਟ ਰਿਹਾ ਕਰੋ, ਚੰਗੀਆਂ ਚੀਜ਼ਾਂ ਸੁਣੋ। YouTube ਤੇ ਮੋਟੀਵੇਟਰ ਬਹੁਤ ਸਾਰੇ ਬੰਦੇ ਹੈਗੇ ਨੇ। ਤਾਂ ਪਾਗਲ ਹੀ ਹੋਣਾ ਸੀ ਕਾਹਦੇ ਲਈ? ਸਿੱਖਣ ਦੇ ਲਈ। ਠੀਕ ਹੈ, ਐ ਨਹੀਂ ਪਾਗਲ ਹੋਣਾ ਕਿ ਮੇਰੇ ਪੇਪਰ ਕਲੀਅਰ ਹੋਣੇ ਚਾਹੀਦੇ ਨੇ। ਜੇ ਨੌਲੇਜ ਦੇ ਪਿੱਛੇ ਜਾਓਗੇ, ਲਰਨਿੰਗ ਐਟੀਟਿਊਡ ਰੱਖੋਗੇ, ਸਿੱਖਣ ਵਾਲਾ ਆਪਦਾ ਨਜ਼ਰੀਆ ਆਪਾਂ ਰੱਖਾਂਗੇ, ਤਾਂ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹੈਗੀ ਵੀ ਸਾਡਾ ਪੇਪਰ ਕਲੀਅਰ ਹੋਣ ਤੋਂ ਰੋਕ ਲੇ। ਇਹ ਪੇਪਰ ਦੇ ਵਿੱਚ ਕੁਝ ਹੋਰ ਸਿੱਖਾਂਗੇ, ਅਗਲੇ 'ਚ ਹੋਰ ਸਿੱਖਾਂਗੇ, ਅਗਲੇ 'ਚ ਹੋਰ ਸਿੱਖਾਂਗੇ। ਤਾਂ ਸਿੱਖਦੇ ਰਹਿਣਾ ਹੀ ਜ਼ਿੰਦਗੀ ਹੈ ਤੇ ਬਹੁਤ ਜ਼ਿਆਦਾ ਨਜ਼ਾਰਾ, ਆਨੰਦ ਆਉਂਦਾ। ਹੁਣ ਜਿਵੇਂ ਮੈਂ ਤੁਹਾਨੂੰ ਪੜ੍ਹਾ ਰਿਹਾ, ਮੈਂ ਤੁਹਾਨੂੰ ਫ੍ਰੀ ਪੜ੍ਹਾ ਰਿਹਾ, ਮੈਨੂੰ ਕੀ ਮਿਲ ਰਿਹਾ? ਟੈਸਟ ਸੀਰੀਜ਼ ਆ, ਉਹਦੇ ਵਿੱਚ ਵੀ ਆਪਾਂ ਬਹੁਤ ਇੰਨੇ ਜ਼ਿਆਦਾ ਪੈਸੇ ਨਹੀਂ ਰੱਖੇ ਹੋਏ ਵੀ ਉਹਦੇ ਨਾਲ ਹੀ ਲੱਖਾਂ ਆਪਾਂ ਪੈਸੇ ਇਕੱਠੇ ਕਰ ਜਾਈਏ, ਹਨਾ। ਉਹ ਸਿਰਫ ਗੁਜ਼ਾਰੇ ਲਈ ਹੈ ਵੀ ਉਹ ਅਸੀਂ ਕੁਐਸਚਨ ਇਕੱਠੇ ਕਰਨੇ, ਟੀਮ ਨੂੰ ਦੇਣੇ। ਬਹੁਤ ਸਾਰੇ ਬੰਦੇ ਆਪਣੀ ਟੀਮ ਹੈ ਜਿਵੇਂ ਕੰਮ ਕਰ ਰਹੇ ਨੇ, ਆਪਾਂ ਕੰਮ ਕਰ ਰਹੇ ਹਾਂ ਨੋ ਪ੍ਰੋਫਿਟ ਐਂਡ ਨੋ ਲਾਸ ਤੇ, ਬਸ ਇੱਕ ਸ਼ੌਂਕ ਹੈ, ਵਧੀਆ ਲੱਗਦਾ ਬਸ। ਵੀ ਜਦੋਂ ਤੁਹਾਡੇ ਕਮੈਂਟ ਪੜ੍ਹੀਦੇ ਆ ਤਾਂ ਫਿਰ ਸਕੂਨ ਮਿਲਦਾ ਮਨ ਨੂੰ ਵੀ, ਠੀਕ ਹੈ ਯਾਰ, ਬੰਦਿਆਂ ਨੂੰ ਸਮਝ ਆ ਰਹੀ ਆ। ਤੇ ਇਹਦੇ ਨਾਲ ਜੇ ਤੁਸੀਂ ਪੋਜ਼ਿਟਿਵਿਟੀ ਦਿੰਦੇ ਹੋ ਤਾਂ ਤੁਹਾਨੂੰ ਡਬਲ ਮਿਲਦੀ ਹੈ, ਹਨਾ। ਜੇ ਮੈਂ ਤੁਹਾਨੂੰ ਪੜ੍ਹਾ ਕੇ ਤੁਹਾਨੂੰ ਪੋਜ਼ਿਟਿਵ ਹੁਣੇ ਤੁਸੀਂ ਕਮੈਂਟ ਕਰਦੇ ਹੋ ਤਾਂ ਉਹਦੇ ਨਾਲ ਮੇਰਾ ਵੀ ਕੰਮ ਕਰਨ ਨੂੰ ਹੋਰ ਜ਼ਿਆਦਾ ਮਨ ਕਰਦਾ ਵੀ ਨਹੀਂ ਯਾਰ, ਬੰਦੇ ਆਪਣੇ ਨਾਲ ਜੁੜੇ ਹੋਏ ਆ। ਸੋ ਇਸੇ ਕਰਕੇ ਹੀ ਮੈਨੂੰ ਲੱਗਦਾ ਵੀ ਆਪਾਂ ਥੋੜੇ ਗਰੋ ਹੋਣੇ ਚਾਹੀਦੇ ਆ। ਥੋੜਾ ਬਹੁਤ ਤੁਹਾਡੀ ਹੈਲਪ ਦੇ ਨਾਲ ਹੀ ਗਰੋ ਕਰਨਾ। ਹੋਰ ਪੁੱਠੇ ਸਿੱਧੇ ਤਰੀਕੇ ਬਥੇਰੇ ਨੇ ਸਬਸਕ੍ਰਾਈਬਰ ਵਧਾਉਣ ਦੇ, ਵੀਡੀਓ ਤੇ ਵਿਊ ਵਧਾਉਣ ਦੇ, ਉਹ ਆਪਾਂ ਨਹੀਂ ਕਰਨਾ। ਆਪਾਂ ਆਰਗੈਨਿਕਲੀ ਹੀ ਗਰੋ ਕਰਨਾ ਆਪਣਾ ਚੈਨਲ। ਤੁਸੀਂ ਸਾਰੇ ਟੀਮ ਦਾ ਹਿੱਸਾ ਹੋ, ਤੁਸੀਂ ਮੈਂਬਰ ਹੋ, ਤੁਹਾਡਾ ਆਪਣਾ ਚੈਨਲ ਹੈ। ਠੀਕ ਹੈ, ਚੰਗੀਆਂ ਚੀਜ਼ਾਂ ਲੈ ਕੇ ਆਵਾਂਗੇ, ਮਿਹਨਤ ਕਰਾਂਗੇ, ਇਹ ਤੁਹਾਡੇ ਨਾਲ ਵਾਅਦਾ ਕਰਦੇ ਆ। ਸਟੂਡੈਂਟ ਦਾ ਕਦੇ ਵੀ ਨੁਕਸਾਨ ਨਹੀਂ ਕਰਾਂਗੇ। ਠੀਕ ਹੈ, ਸੋ ਚਲੋ ਅਗਲਾ ਸਵਾਲ ਹੈ, ਇਨ ਵਿਚ ਆਫ ਦੀ ਫੋਲੋਇੰਗ ਸਵਿਚਿੰਗ ਦੀ ਕਾਲ ਸੈਟਅਪ ਇਜ਼ ਨਾਟ ਰਿਕੁਆਇਰਡ। ਇਹ ਵੀ ਆਪਾਂ ਪੜ੍ਹਿਆ ਸੀ ਵੀ ਕਾਲ ਸੈਟਅਪ ਕਿਹੜੇ 'ਚ ਨਹੀਂ ਚਾਹੀਦਾ? ਸਰਕਟ ਸਵਿਚਿੰਗ, ਪੈਕੇਟ ਸਵਿਚਿੰਗ, ਕਿ ਦੋਨਾਂ 'ਚ ਹੀ ਨਹੀਂ ਚਾਹੀਦਾ, ਜਾਂ ਨਨ ਆਫ ਦੀ ਅਬਵ। ਤਾਂ ਆਪਾਂ ਨੂੰ ਪਤਾ ਹੈਗਾ ਵੀ ਜਿਹੜਾ ਪੈਕੇਟ ਸਵਿਚਿੰਗ ਹੈ ਇਹਦੇ 'ਚ ਕਾਲ ਸੈਟਅਪ ਨਹੀਂ ਚਾਹੀਦਾ, ਡਾਇਰੈਕਟ ਮੈਸੇਜ ਆਪਾਂ ਸੈਂਡ ਕਰ ਦਿੰਦੇ ਹਾਂ। ਅਗਲਾ ਸਵਾਲ ਹੈ, ਇਨ ਵਿਚ ਆਫ ਦੀ ਫੋਲੋਇੰਗ ਸਵਿਚਿੰਗ ਦੇਅਰ ਵਿਲ ਨਾਟ ਬੀ ਐਨੀ ਡੈਡੀਕੇਟਡ ਕਨੈਕਸ਼ਨ। ਕਿਹਦੇ ਵਿੱਚ ਕਹਿੰਦਾ ਡੈਡੀਕੇਟਡ ਕਨੈਕਸ਼ਨ ਆਪਾਂ ਨੂੰ ਬਿਟਵੀਨ ਟੂ ਹੋਸਟਸ? ਠੀਕ ਹੈ, ਡੈਡੀਕੇਟਡ ਆਪਾਂ ਨੂੰ ਪਤਾ ਸਰਕਟ ਸਵਿਚਿੰਗ ਦੇ ਵਿੱਚ ਹੁੰਦਾ। ਗਲਤ ਹੋ ਗਿਆ, ਇਨ ਵਿਚ ਆਫ ਦੀ ਫੋਲੋਇੰਗ ਤੇ ਅੱਛਾ ਨੋਟ ਪੁੱਛ ਰਿਹਾ, ਦੇਅਰ ਵਿਲ ਨਾਟ ਬੀ ਡੈਡੀਕੇਟਡ ਕਨੈਕਸ਼ਨ, ਡੈਡੀਕੇਟਡ ਪੈਕੇਟ ਦੇ ਵਿੱਚ ਨਹੀਂ ਚਾਹੀਦਾ। ਜੇ ਚਾਹੀਦਾ ਹੁੰਦਾ ਤਾਂ ਆਨਸਰ ਇਹ ਹੋ ਜਾਣਾ ਸੀ। ਅਗਲਾ ਦੇਖੋ, ਬਹੁਤ ਹੀ ਸੋਹਣਾ ਸਵਾਲ ਹੈ, ਮੈਨੂੰ ਲੱਗਦਾ ਵੀ ਐਤਕੀ ਪਾ ਦੇ ਪੇਪਰ ਦੇ ਵਿੱਚ ਤਾਂ ਨਜ਼ਾਰਾ ਆ ਜੇ, ਹਨਾ। ਡੈਸ਼ ਸਵਿਚਿੰਗ ਇਜ਼ ਵੈਲ ਸੂਟਡ ਫॉर ਵੌਇਸ ਕਮਿਊਨੀਕੇਸ਼ਨ। ਕਿਹੜੀ ਸਵਿਚਿੰਗ ਕਹਿੰਦਾ ਵੌਇਸ ਕਮਿਊਨੀਕੇਸ਼ਨ ਦੇ ਲਈ ਵਧੀਆ ਹੈ? ਵਾਈਲ ਦੀ ਸਵਿਚਿੰਗ ਡੈਸ਼ ਸਵਿਚਿੰਗ ਇਜ਼ ਬੈਟਰ ਸੂਟਡ ਫॉर ਡੇਟਾ ਐਂਡ ਅਦਰ ਨਾਨ ਵੌਇਸ ਕਮਿਊਨੀਕੇਸ਼ਨ। ਵੈਸੇ ਅੱਜ ਕੱਲ ਪ੍ਰੈਕਟੀਕਲ ਲਾਈਫ ਦੇ ਵਿੱਚ ਉਲਟਾ ਹੋ ਰਿਹਾ, ਪੁਰਾਣੇ ਲੈਵਲ ਦਾ ਸਵਾਲ ਹੈ। ਕਿਹੜੀ ਮੈਸੇਜ ਤੇ ਸਰਕਟ? ਵੈਸੇ ਤਾਂ ਆਪਾਂ ਗੱਲ ਕਰਾਂਗੇ ਇਹਨਾਂ ਦੋ ਦੇ ਵਿੱਚੋਂ, ਪੈਕੇਟ ਤੇ ਸਰਕਟ, ਸਰਕਟ ਤੇ ਪੈਕੇਟ। ਕਹਿੰਦਾ ਵੌਇਸ ਕਮਿਊਨੀਕੇਸ਼ਨ ਦੇ ਲਈ ਜ਼ਿਆਦਾ ਵਧੀਆ ਤਾਂ ਆਪਣੇ ਕੋਲੇ ਸਰਕਟ ਸਵਿਚਿੰਗ ਹੈ। ਕਿਉਂ? ਕਿਉਂਕਿ ਡੈਡੀਕੇਟਡ ਪਾਥ ਬਣ ਜਾਂਦਾ, ਬਟ ਉਹਦੇ ਨੁਕਸਾਨ ਵੀ ਨੇ ਵੀ ਉਹ ਬੈਂਡਵਿਡਥ ਜ਼ਿਆਦਾ ਕੰਜ਼ਿਊਮ ਕਰਦਾ, ਕਾਸਟ ਜ਼ਿਆਦਾ। ਪਰ ਇੱਥੇ ਇਹ ਆ ਵੀ ਕੁਆਲਿਟੀ ਜ਼ਿਆਦਾ ਮਿਲਦੀ ਆ, ਸਕੇਲੇਬਿਲਿਟੀ ਜ਼ਿਆਦਾ, ਰਿਲਾਇਬਿਲਿਟੀ ਜ਼ਿਆਦਾ, ਭਰੋਸੇਯੋਗਤਾ ਜ਼ਿਆਦਾ। ਤੇ ਦੂਜੀ ਹੈ ਜਿਹੜੀ ਡੇਟਾ ਵਗੈਰਾ ਤੇ ਅਦਰ ਵੌਇਸ ਕਮਿਊਨੀਕੇਸ਼ਨ, ਨਾਨ ਵੌਇਸ ਕਮਿਊਨੀਕੇਸ਼ਨ, ਉੱਥੇ
पैकेट स्विचिंग। ਤਾਂ ਆਨਸਰ ਫਿਰ डी ਹੋ ਜਾਊਗਾ। ਠੀਕ ਹੈ। ਅਗਲਾ ਸਵਾਲ ਹੈ ਪੋਰਟਸ ਨੈਟਵਰਕ ਵਰਕਸ ਔਨ ਪ੍ਰਿੰਸੀਪਲ ਆਫ। ਇਹ ਟੈਲੀਫੋਨ ਸਵਿਚਿੰਗ ਦਾ ਹੀ ਕਨਸੈਪਟ ਹੈ। ਇਹ ਹੈਗਾ ਪਲੇਨ 올ਡ ਟੈਲੀਫੋਨ ਸਰਵਿਸਿਜ਼ ਔਰ ਪਲੇਨ ਪਬਲਿਕ ਸਵਿਚ ਟੈਲੀਫੋਨ ਨੈਟਵਰਕਿੰਗ। ਟੈਲੀਫੋਨ ਸਵਿਚਿੰਗ ਕੁਝ ਹੁੰਦਾ ਹੀ ਨਹੀਂ, ਤਾਂ ਇਹ ਸਰਕਟ ਸਿਸਟਮ ਤੇ ਹੈ ਜਾਂ ਸਰਕਟ ਸਵਿਚਿੰਗ ਤੇ ਹੈ। ਕਲੀਅਰ ਹੋਈ ਗੱਲ। ਸੋ ਇਹ ਸੀਗੇ ਸਵਾਲ ਜਿਹੜੇ ਆਪਾਂ ਸਰਕਟ ਸਵਿਚਿੰਗ ਤੇ ਪੈਕਟ ਸਵਿਚਿੰਗ ਦੇ ਵਿੱਚੋਂ ਦੇਖੇ। ਅੱਗੇ ਆਪਾਂ ਦੇਖਦੇ ਹਾਂ ਵੀ VoIP ਦੀ ਡਿਵੈਲਪਮੈਂਟ। ਸ਼ੁਰੂ ਦੇ ਵਿੱਚ VoIP ਕਿਵੇਂ ਕਿਹੜੇ ਸਟੇਜਸ ਦੇ ਵਿੱਚੋਂ ਹੋ ਕੇ ਗੁਜ਼ਰਿਆ। ਅਰਲੀ ਡਿਵੈਲਪਮੈਂਟ VoIP ਦੀ ਕੀ ਸੀ। ਕਹਿੰਦਾ ਇਨ 1973 1973 ਦੇ ਵਿੱਚ ਦੀ ਕਨਸੈਪਟ ਆਫ ਪੈਕਟ ਸਵਿਚਡ। ਆਪਾਂ ਹੁਣੀ ਪੜ੍ਹ ਕੇ ਗਏ ਨਾ ਪੈਕਟ ਸਵਿਚਿੰਗ ਤੇ ਸਰਕਟ ਸਵਿਚਿੰਗ ਕੀ ਹੁੰਦਾ। ਦੇਖੋ ਕਨਸੈਪਟ ਬਿਲਡ ਕਰਨਾ ਜ਼ਰੂਰੀ ਸੀ। ਨੈਟਵਰਕ ਵਾਜ਼ ਇੰਟਰੋਡਿਊਸ। ਦੇਖੋ ਪੈਕਟ ਸਵਿਚ ਨੈਟਵਰਕ ਕਦੋਂ ਆਇਆ ਸੀ 1973 ਦੇ ਵਿੱਚ। was introduced by the Advanced Research Project Agency Network, यानी कि ARPANET ਦੁਆਰਾ ਇਹ ਬਣਾਇਆ ਸੀ। ARPANET ਆਪ ਕਦੋਂ ਬਣਿਆ ਸੀ 1969 ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ US ਮਿਲਟਰੀ। ਕਈ ਵਾਰੀ ਸਵਾਲ ਉਹ ਇਹ ਪੁੱਛ ਲੈਂਦਾ, ਵੈਸੇ ਮੈਂ ਨੈਟਵਰਕਸ ਵਾਲੇ ਦੇ ਵਿੱਚ ਦੱਸਿਆ ਹੋਇਆ ਵੀ ARPANET ਇਨੀਸ਼ੀਅਲੀ ਕਾਹਦੇ ਪਰਪਸ ਲਈ ਬਣਿਆ ਸੀ, ਤਾਂ ਮਿਲਟਰੀ ਪਰਪਸ ਦੇ ਲਈ ਬਣਿਆ ਸੀ। ਵਿਚ ਲੇਟਰ ਬਿਕਮ ਫਾਊਂਡੇਸ਼ਨ ਆਫ ਇੰਟਰਨੈਟ। ਕੀ ਫਾਊਂਡੇਸ਼ਨ ਬਣਿਆ ਪੈਕਟ ਸਵਿਚ। ਇੰਟਰਨੈਟ ਕਿਹੜਾ ਸਟਰਕਚਰ ਫੋਲੋ ਕਰਦਾ ਸਰਕਟ ਸਵਿਚ ਕੇ ਪੈਕਟ ਸਵਿਚ। ਯਾਦ ਰੱਖਣਾ ਇੰਟਰਨੈਟ ਪੈਕਟ ਸਵਿਚ ਨੈਟਵਰਕ ਫੋਲੋ ਕਰਦਾ। ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਸੀ ਇਹ। ਅਗਲਾ 1980 ਦੇ ਵਿੱਚ ਕੀ ਹੋਇਆ ਐਕਸਪੈਰੀਮੈਂਟਲ ਸਿਸਟਮ ਅਮਰਜਡ ਦੈਟ ਅਨੇਬਲ ਵੌਇਸ ਟ੍ਰਾਂਸਮਿਸ਼ਨ ਓਵਰ ਪੈਕਟ ਸਵਿਚ ਨੈਟਵਰਕ। ਕਹਿੰਦਾ 1980 ਦੇ ਵਿੱਚ ਇਹ ਟਰਾਈ ਕੀਤਾ ਗਿਆ ਵੀ ਵੌਇਸ ਹੈ ਜਿਹੜੀ ਉਹ ਅਸੀਂ ਇੰਟਰਨੈਟ ਤੇ ਕਿਵੇਂ ਭੇਜ ਸਕਦੇ ਹਾਂ। ਠੀਕ ਹੈ। ਫਿਰ ਹਾਊਐਵਰ ਦਾ ਟੈਕਨੋਲੋਜੀ ਵਾਜ਼ ਨਾਟ ਯੈਟ ਕਮਰਸ਼ਲੀ ਵਾਇਬਲ। ਉਸ ਸਮੇਂ ਤੇ ਕਹਿੰਦਾ ਵੀ ਟੈਕਨੋਲੋਜੀ ਇੰਨੀ ਕੁ ਜ਼ਿਆਦਾ ਇਮਰਜ ਨਹੀਂ ਹੋਈ ਸੀ, ਇੰਨੀ ਕੁ ਜ਼ਿਆਦਾ ਇੰਪਰੂਵ ਨਹੀਂ ਹੋਈ ਸੀ ਡਿਊ ਟੂ ਲਿਮਿਟੇਸ਼ਨ ਇਨ ਨੈਟਵਰਕ ਕੈਪੈਸਿਟੀ ਐਂਡ ਕੁਆਲਿਟੀ। ਨੈਟਵਰਕ ਦੀ ਕੈਪੈਸਿਟੀ ਵੀ ਇੰਨੀ ਜ਼ਿਆਦਾ ਨਹੀਂ ਸੀ ਤੇ ਕੁਆਲਿਟੀ ਵੀ ਨਹੀਂ ਸੀ। ਕਿਉਂ? ਕਿਉਂਕਿ ਆਪਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ। ਆਪਾਂ ਨੂੰ 2 GB ਡਾਟਾ ਮਿਲਦਾ ਹੁੰਦਾ ਸੀ 1 ਮਹੀਨੇ ਦਾ। ਤੁਹਾਨੂੰ ਯਾਦ ਹੋਵੇ BSNL ਦਾ ਚਾਹੇ ਏਅਰਟੈਲ ਦਾ ਸੀ 2 GB 1 ਮਹੀਨਾ ਚਲਾਉਂਦੇ ਸੀ, ਤੇ ਅੱਜ ਕੱਲ ਹੁਣ 2 GB 1.5 GB ਪਰ ਡੇ। ਦੇਖੋ ਕਿੰਨੀ ਕੁ ਜ਼ਿਆਦਾ ਨੈਟਵਰਕ ਦੀ ਕੈਪੈਸਿਟੀ ਸੀਗੀ, ਹੈ ਨਾ। ਅਗਲਾ VoIP ਦੇ ਵਿੱਚ ਵੋਕਲ ਟੈਕ ਐਂਡ ਫਰਸਟ ਇੰਟਰਨੈਟ ਫੋਨ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। 1995 ਵੋਕਲ ਟੈਕ ਕਮਿਊਨੀਕੇਸ਼ਨ ਇੰਟਰੋਡਿਊਸ ਫਰਸਟ ਕਮਰਸ਼ੀਅਲ ਅਵੇਲੇਬਲ VoIP ਸੌਫਟਵੇਅਰ ਕਾਲਡ ਇੰਟਰਨੈਟ ਫੋਨ। ਵੋਕਲ ਟੈਕ ਇੱਕ ਕੰਪਨੀ ਆਪਣੇ ਕੋਲੇ ਇਹ ਹੈਗੀ ਹੈ ਇਜ਼ਰਾਈਲ ਟੈਲੀਕਾਮ, ਜਿਹੜੀ 1985 ਚ ਬਣੀ ਸੀ। ਇਹਨਾਂ ਨੇ 1995 ਦੇ ਵਿੱਚ ਇੰਟਰਨੈਟ ਫੋਨ ਇੱਕ ਆਪਣਾ ਲਾਂਚ ਕੀਤਾ, ਸੌਫਟਵੇਅਰ ਸੀ VoIP ਦਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਇਟ ਅਲਾਉਡ ਯੂਜ਼ਰ ਟੂ ਮੇਕ ਲੌਂਗ ਡਿਸਟੈਂਸ ਕਾਲ ਓਵਰ ਦੀ ਇੰਟਰਨੈਟ। ਕਹਿੰਦਾ ਇਹਨੇ ਅਲਾਉਡ ਕੀਤਾ ਯੂਜ਼ਰ ਨੂੰ ਕੀਤਾ ਕਿ ਤੁਸੀਂ ਇੰਟਰਨੈਟ ਦੇ ਥਰੂ ਲੌਂਗ ਡਿਸਟੈਂਸ ਕਾਲ ਕਰ ਸਕਦੇ ਹੋ। ਕਲੀਅਰ ਹੋਈ ਗੱਲ। ਸੋ ਦੀ ਇੰਟਰਨੈਟ ਫੋਨ ਵਾਜ਼ ਯੂਜ਼ਡ ਏ ਟੈਕਨੋਲੋਜੀ ਕਾਲਡ ਰੀਅਲ ਟਾਈਮ ਟ੍ਰਾਂਸਫਰ ਪ੍ਰੋਟੋਕਾਲ। ਤਾਂ ਇਸ ਨੇ ਕਹਿੰਦਾ ਇੰਟਰਨੈਟ ਫੋਨ ਸੀਗਾ ਜਿਹੜਾ ਇੰਟਰਨੈਟ ਫੋਨ ਜਿਹੜਾ VoIP ਸੌਫਟਵੇਅਰ ਸੀ ਪਹਿਲਾਂ, ਇਹਨੇ ਕਿਹੜੀਆਂ ਪ੍ਰੋਟੋਕਾਲ ਯੂਜ਼ ਕੀਤੀਆਂ। RTP ਯਾਨੀ ਕਿ ਰੀਅਲ ਟਾਈਮ ਟ੍ਰਾਂਸਫਰ ਪ੍ਰੋਟੋਕਾਲ ਟੂ ਟ੍ਰਾਂਸਮਿਟ ਵੌਇਸ ਪੈਕਟ। ਵੌਇਸ ਪੈਕਟ ਨੂੰ ਟ੍ਰਾਂਸਮਿਟ ਕਰਨ ਦੇ ਲਈ ਸ਼ੁਰੂ ਦੇ ਵਿੱਚ ਇਹਨੇ ਕਿਹੜੀ ਪ੍ਰੋਟੋਕਾਲ ਯੂਜ਼ ਕੀਤੀ RTP ਯਾਨੀ ਕਿ ਰੀਅਲ ਟਾਈਮ ਟ੍ਰਾਂਸਫਰ ਪ੍ਰੋਟੋਕਾਲ। ਐਂਡ ਦੀ ਸਿਗਨਲਿੰਗ ਵਾਜ਼ ਮੈਨੇਜਡ ਥਰੂ H.323 ਐਨ ਅਰਲੀ VoIP ਪ੍ਰੋਟੋਕਾਲ। ਦੇਖੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਨੇ, ਆਪਾਂ ਪੜਾਂਗੇ। RTP ਕੀ ਹੈ, H.323 ਕੀ ਹੈ। VoIP ਦੇ ਵਿੱਚ ਬਹੁਤ ਸਾਰੀਆਂ ਪ੍ਰੋਟੋਕਾਲ ਬਾਅਦ ਦੇ ਵਿੱਚ ਬਣੀਆਂ। SIP ਬਣੀ, ਜਿਵੇਂ ਬਾਅਦ ਦੇ ਵਿੱਚ H.711 721 ਵਰਗੀਆਂ 729 ਵਰਗੀਆਂ, ਹਨਾ। ਇਹ ਸਾਰੀਆਂ ਪ੍ਰੋਟੋਕਾਲ ਨੇ ਜਿਹੜੀਆਂ VoIP ਦੀਆਂ ਪ੍ਰੋਟੋਕਾਲ ਨੇ। 1 ਬਾਏ 1 ਕਰਕੇ ਆਪਾਂ ਪੜ੍ਹਦੇ ਜਾਵਾਂਗੇ। ਸਿਗਨਲਿੰਗ ਦੇ ਵਾਸਤੇ H.323 ਪ੍ਰੋਟੋਕਾਲ ਬਣੀ। ਕਲੀਅਰ ਹੋਈ ਗੱਲ। ਫਿਰ ਕਹਿੰਦਾ ਐਡਵਾਂਸਮੈਂਟ ਹੋਈਆਂ VoIP ਟੈਕਨੋਲੋਜੀ ਦੇ ਵਿੱਚ, ਉਹ ਵੀ ਆਪਾਂ ਦੇਖ ਲੈਂਦੇ ਹਾਂ। ਐਂਡ ਐਜ਼ ਇੰਟਰਨੈਟ ਕਨੈਕਟੀਵਿਟੀ ਇੰਪਰੂਵਡ ਐਂਡ ਬ੍ਰੌਡਬੈਂਡ ਬਿਕਮ ਮੋਰ ਵਾਈਡ ਸਪਰੈਡ। ਬ੍ਰੌਡਬੈਂਡ ਹੁੰਦਾ ਇੱਕ ਇੰਟਰਨੈਟ ਕਨੈਕਸ਼ਨ, ਬੜੀ ਡਿਟੇਲ 'ਚ ਜਾਣ ਦੀ ਲੋੜ ਨਹੀਂ। ਬ੍ਰੌਡਬੈਂਡ ਕੀ ਹੁੰਦਾ, ਇੰਟਰਨੈਟ ਕਨੈਕਸ਼ਨ ਦੀ ਤਰ੍ਹਾਂ ਹੀ ਸਮਝ ਲਓ ਇਹਨੂੰ। ਮੋਰ ਵਾਈਡ ਸਪਰੈਡ, ਜਦੋਂ ਇਹਦਾ ਘੇਰਾ ਵਧਿਆ VoIP ਸਟਾਰਟ ਗੇਨਿੰਗ ਪਪੂਲੈਰਿਟੀ। VoIP ਦੀ ਆਪਾਂ ਨੂੰ ਪਤਾ ਪਪੂਲੈਰਿਟੀ ਹੋਣ ਲੱਗ ਗਈ। ਠੀਕ ਹੈ। ਕਹਿੰਦਾ ਇਨ ਲੇਟ 1990 ਸੈਸ਼ਨ ਇਨੀਸ਼ੀਏਸ਼ਨ ਪ੍ਰੋਟੋਕਾਲ SIP, ਯਾਨੀ ਕਿ ਪਹਿਲਾਂ ਕਿਹੜੀ ਚੱਲਦੀ ਸੀ ਇਕੱਲੀ H.323 ਬਟ ਐਜ਼ ਏ ਆਲਟਰਨੇਟਿਵ SIP ਡਿਵੈਲਪ ਹੋ ਗਈ 1990 ਦੇ ਵਿੱਚ। ਤੇ 80 ਦੇ ਵਿੱਚ ਪਿੱਛੇ ਜਿਵੇਂ ਆਪਾਂ ਪੜ੍ਹ ਕੇ ਆਏ ਹਾਂ 95 ਦੇ ਵਿੱਚ ਇਹ ਤਾਂ ਉਲਟ ਜਿਹਾ ਨਹੀਂ ਹੋਇਆ ਕੰਮ। ਹਾਂ
ਇਹ ਪਹਿਲਾਂ ਹੀ ਬਣੀ ਹੋਈ ਸੀ, ਮੈਂ ਅੱਗੇ ਈਅਰ ਦੱਸੂਗਾ ਕਦੋਂ ਬਣੀ ਹੋਈ ਸੀ। ਸ਼ੁਰੂ ਦੇ ਵਿੱਚ ਪ੍ਰੋਟੋਕਾਲ ਤਾਂ ਦੇਖੋ ਪਹਿਲਾਂ ਹੀ ਬਣੀਆਂ ਹੁੰਦੀਆਂ ਨੇ। ਪ੍ਰੋਟੋਕਾਲ ਨੂੰ ਕਿਹੜੀ ਪ੍ਰੋਟੋਕਾਲ ਨੂੰ ਯੂਜ਼ ਕੀਤਾ ਜਾਂਦਾ, ਤਾਂ 1995 ਦੇ ਵਿੱਚ ਪਹਿਲਾ ਇੰਟਰਨੈਟ ਫੋਨ ਬਣਿਆ ਸੀ, ਤਾਂ ਉਹਦੇ ਵਿੱਚ H.323 ਪ੍ਰੋਟੋਕਾਲ ਸੀਗੀ, ਤੇ 1990 ਦੇ ਵਿੱਚ ਸਿਪ ਬਣੀ ਸੀ, ਜਿਹੜੀ ਬਾਅਦ ਦੇ ਵਿੱਚ ਐਜ਼ ਏ ਆਲਟਰਨੇਟਿਵ ਅੱਜ ਕੱਲ ਮਤਲਬ ਕਿ ਕਹ ਲਓ 2010 ਤੋਂ ਬਾਅਦ ਸਿਪ ਬਹੁਤ ਜ਼ਿਆਦਾ ਪਪੂਲਰ ਹੋਈ। ਠੀਕ ਹੈ, ਕਹਿੰਦਾ ਸਿਪ ਕੁਆਲੀਫਾਈਡ ਦੀ ਪ੍ਰੋਸੈਸ ਆਫ ਇਨੀਸ਼ੀਏਟਿੰਗ, ਮੋਡੀਫਾਈਂਗ ਐਂਡ ਟਰਮੀਨੇਟਿੰਗ ਵੀਓਆਈਪੀ ਸੈਸ਼ਨ। ਸਿਪ ਦਾ ਜਿਹੜਾ ਸਟਰਕਚਰ ਸੀਗਾ ਉਹ H.323 ਦੇ ਨਾਲੋਂ ਥੋੜਾ ਜਿਹਾ ਸਿੰਪਲ ਸੀ, ਤਾਂ ਕਰਕੇ ਇਹਨੇ ਕੀ ਕਰਤਾ, ਪ੍ਰੋਸੈਸ ਨੂੰ ਸਿੰਪਲੀਫਾਈ ਕਰਤਾ, ਇਨੀਸ਼ੀਏਟ ਕਰਨਾ, ਮੋਡੀਫਾਈ ਕਰਨਾ ਤੇ ਟਰਮੀਨੇਟ ਕਰਨਾ ਕਿਸੇ ਵੀਓਆਈਪੀ ਦੇ ਸਿਗਨਲ ਨੂੰ। ਠੀਕ ਹੈ, ਸੋ ਸਿਪ ਉਹਦਾ ਐਜ਼ ਏ ਆਲਟਰਨੇਟਿਵ ਚੱਲੀ। ਅਰਾਊਂਡ ਦੀ ਸੇਮ ਟਾਈਮ ਕੋਡੈਕ ਰਿਲੀਜ਼ ਹੋਇਆ, ਕੰਪਰੈਸ਼ਨ ਡੀਕੰਪਰੈਸ਼ਨ ਐਲਗੋਰਿਥਮ। ਇੱਕ ਮਿੰਟ, ਹਾਂ, ਅਰਾਊਂਡ ਦੀ ਸੇਮ ਟਾਈਮ ਕੋਡੈਕ ਹੁੰਦਾ ਕੰਪਰੈਸ਼ਨ ਤੇ ਡੀਕੰਪਰੈਸ਼ਨ ਐਲਗੋਰਿਥਮ ਸੱਚ ਹੈ G.711 G.729 was developed to improve the voice quality and reduce bandwidth requirement। ਹੁਣ ਇੱਥੋਂ ਲੈ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਆਪਾਂ ਇੰਟਰਨੈਟ ਦੇ ਥਰੂ ਵੌਇਸ ਭੇਜਣੀ ਹੈ, ਰਸਤੇ ਦੇ ਵਿੱਚ ਪਤਾ ਹੀ ਨਹੀਂ ਕਿੰਨਾ ਕੁ ਵੱਡਾ ਨੈਟਵਰਕ ਹੈ, ਸਵਿਚ ਲੱਗੇ ਹੋਏ ਨੇ, ਰਾਊਟਰ ਲੱਗੇ ਹੋਏ ਨੇ, ਹੱਬ ਲੱਗੇ ਹੋਏ ਨੇ, ਨੋਡ ਲੱਗੇ ਹੋਏ ਨੇ, ਇਹਦੇ ਵਿੱਚ ਦੀ ਜਾਣਾ ਤਾਂ ਵੌਇਸ ਦੇ ਪੈਕੇਟਸ ਬਣ ਜਾਣਗੇ ਬਹੁਤ ਸਾਰੇ। ਉਹ ਪੈਕੇਟਸ ਨੂੰ ਅੱਗੇ ਭੇਜਣਾ ਤਾਂ ਉਹਦੇ ਲਈ ਸਾਨੂੰ ਕੋਡੈਕ ਚਾਹੀਦਾ, ਉਹਦੀ ਕੰਪਰੈਸ਼ਨ ਤੇ ਡੀਕੰਪਰੈਸ਼ਨ। ਕੰਪਰੈਸ਼ਨ ਦਾ ਮਤਲਬ ਹੁੰਦਾ ਸਾਈਜ਼ ਘਟਾਉਣਾ। ਜੇ ਮੰਨ ਲਓ 70 MB ਦੀ ਫਾਈਲ ਆ ਤਾਂ ਨੈਟਵਰਕ ਦੇ ਵਿੱਚ 70 MB ਤਾਂ ਜ਼ਿਆਦਾ ਲੱਗੂਗਾ, ਕਿਉਂ ਨਾ ਇਹਨੂੰ ਅਸੀਂ 30 ਜਾਂ 35 MB ਤੱਕ ਕਰਕੇ ਭੇਜ ਦਈਏ, ਰਿਸੀਵਰ ਕੋਲੇ ਪਹੁੰਚ ਕੇ ਫਿਰ 70 MB ਹੋ ਜਾਏ, ਤਾਂ ਇਹਨੂੰ ਬੋਲਦੇ ਆ ਕੰਪਰੈਸ਼ਨ ਤੇ ਡੀਕੰਪਰੈਸ਼ਨ। ਇਹਦੇ ਲਈ ਬਹੁਤ ਸਾਰੇ ਐਲਗੋਰਿਥਮ ਯੂਜ਼ ਕੀਤੇ ਜਾਂਦੇ ਨੇ, ਜਿਵੇਂ ਕਿ ਦੋ ਉਹਨਾਂ ਦੇ ਵਿੱਚੋਂ G.711 G.729 ਨੇ, ਜਿਹੜੇ ਕਿ ਵੌਇਸ ਦੀ ਕੁਆਲਿਟੀ ਨੂੰ ਵੀ ਇੰਪਰੂਵ ਕਰਦੇ ਨੇ ਤੇ ਬੈਂਡਵਿਡਥ ਘੱਟ ਚਾਹੀਦੀ ਹੈ। ਕਿਵੇਂ, ਦੇਖੋ ਜੇ 70 MB ਭੇਜਣਾ ਸੀ ਤਾਂ ਉਹਦੀ ਥਾਂ ਤੇ 30 MB ਭੇਜ ਰਹੇ ਹਾਂ, ਬੈਂਡਵਿਡਥ ਘੱਟ ਗਈ ਨਾ ਆਪਣੀ। ਬੈਂਡਵਿਡਥ ਹੁੰਦਾ ਇੱਕ ਰਸਤਾ, ਜਿਹੜੇ ਰਸਤੇ ਦੇ ਵਿੱਚ ਦੀ ਅਸੀਂ ਡਾਟਾ ਭੇਜਣਾ। ਮੰਨ ਲਓ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਤੱਕ ਇੱਕ ਸੜਕ ਬਣੀ ਹੋਈ ਹੈ, ਮੰਨ ਲਓ ਕਹਿ ਲਓ ਵੀ 20 ਫੁੱਟ ਆ, ਇਹ ਹੋ ਗਈ ਬੈਂਡਵਿਡਥ। ਤਾਂ ਜੇ ਹੁਣ ਸਾਨੂੰ 20 ਫੁੱਟ ਦੇ ਨਾਲ ਨਹੀਂ ਸਰਦਾ ਤਾਂ ਅਸੀਂ ਬਣਾਤੀ ਜੀ 50 ਫੁੱਟ ਸੜਕ ਬਣਾਤੀ, ਬੈਂਡਵਿਡਥ ਜ਼ਿਆਦਾ ਹੋਊਗੀ। ਕਿਉਂ ਨਾ ਅਸੀਂ ਐਵੇਂ ਦਾ ਹੀ ਕਰੀਏ ਵੀ 20 ਫੁੱਟ ਦੇ ਨਾਲ ਹੀ ਸਾਡਾ ਕੰਮ ਸਰ ਜੇ, ਤਾਂ ਫਿਰ ਅਸੀਂ ਇਹ ਕਰੀਏ ਵੀ ਇੱਕ ਇੱਥੋਂ ਟ੍ਰੇਨਾਂ ਚਲਾ ਦਿਆਂ ਸਪੈਸ਼ਲ, ਇੱਥੋਂ ਇੱਥੇ ਜਾਣ ਦੇ ਲਈ ਟ੍ਰੇਨਾਂ ਹੀ ਜਾਂਦੀਆਂ ਨੇ, ਤਾਂ ਹਰ 5-5 ਮਿੰਟ ਬਾਅਦ ਟ੍ਰੇਨ ਜਿਹੜੀਆਂ ਜਾਣ ਵਾਲੀਆਂ ਇੱਕੋ ਲਾਈਨ ਤੇ ਸੇਮ ਸਪੀਡ ਤੇ ਜਾਈ ਜਾਂਦੀਆਂ ਨੇ ਅੱਗੇ, ਤਾਂ ਫਿਰ ਉਸ ਦੇ ਨਾਲ ਸਿਰਫ 20 ਫੁੱਟ ਦੀ ਵੀ ਲੋੜ ਨਹੀਂ, ਫਿਰ ਤਾਂ 5 ਫੁੱਟ ਦਾ ਹੀ 5-5 ਫੁੱਟ ਦੇ ਦੋ ਦਾ ਟਰੈਕ 10 ਫੁੱਟ ਦੇ ਵਿੱਚ ਹੀ ਟ੍ਰੇਨਾਂ ਜਾਣ ਲੱਗ ਜਾਣੀਆਂ, ਤਾਂ ਬੈਂਡਵਿਡਥ ਦੀ ਰਿਕੁਆਇਰਮੈਂਟ ਘਟ ਗਈ ਹੈ ਨਾ। ਤਾਂ ਜੇ ਬੈਂਡਵਿਡਥ ਦੀ ਰਿਕੁਆਇਰਮੈਂਟ ਕਦੋਂ ਘਟੂਗੀ ਤਾਂ ਨੈਟਵਰਕ ਦੇ ਵਿੱਚ ਟ੍ਰੈਫਿਕ ਘਟੂਗਾ। ਤਾਂ ਉਵੇਂ ਹੀ ਇਹ ਵਾਲੀਆਂ ਜਿਹੜੀਆਂ ਟੈਕਨੀਕਸ ਨੇ ਇਹ ਕੀ ਕਰਦੀਆਂ ਨੇ, ਇੱਕ ਤਾਂ ਕੁਆਲਿਟੀ ਵਧਾਉਂਦੇ ਨੇ, ਇੱਕ ਬੈਂਡਵਿਡਥ ਨੂੰ ਰਿਡਿਊਸ ਕਰ ਦਿੰਦੇ ਨੇ। ਕਲੀਅਰ, ਸੋ ਇਹਨਾਂ ਦੀ ਕੋਡੈਕ ਦੀ ਮਹੱਤਤਾ ਇਹ ਆਪਾਂ ਪੜਾਂਗੇ ਅੱਗੇ। ਕਹਿੰਦਾ ਕੰਪਨੀਜ਼ ਲਾਈਕ ਸਿਸਕੋ, ਅਵਾਇਆ ਐਂਡ Alcatel Lucent begin to offering VoIP solutions for business। ਇਹਨਾਂ ਨੇ ਇਹ ਕੰਪਨੀਆਂ ਨੇ ਸਟਾਰਟ ਕੀਤਾ ਉਸ ਸਮੇਂ ਦੇ ਵਿੱਚ ਵੀ ਬਿਜ਼ਨਸ ਦੇ ਲਈ VoIP ਦੀ ਜਿਹੜੀ ਲੋਕਾਂ ਦੇ ਵਿੱਚ ਡਿਮਾਂਡ ਸੀ, ਉਹ ਵਾਲੀ ਡਿਮਾਂਡਸ ਨੂੰ ਪੂਰਾ ਕਰਨ ਲਈ ਇਹਨਾਂ ਨੇ ਡਿਵਾਈਸਿਸ ਵਗੈਰਾ ਬਣਾਏ, ਇੰਪਲੀਮੈਂਟੇਸ਼ਨ ਬਣਾਈ ਤੇ ਸਪੋਰਟ ਵਗੈਰਾ ਦਿੱਤੀ। ਠੀਕ ਹੈ, ਸੋ ਸ਼ੁਰੂ ਦੇ ਵਿੱਚ ਇਹਨੂੰ ਜਿਵੇਂ ਕੋਈ ਵੀ ਚੀਜ਼ ਨਵੀਂ ਲਾਂਚ ਹੁੰਦੀ ਹੈ ਉਹਦੇ ਤੇ ਰੂਲ ਤੇ ਰੈਗੂਲੇਸ਼ਨ ਬਣਾਉਣੇ ਔਖੇ ਹੁੰਦੇ ਨੇ। ਜਿਵੇਂ ਅੱਜ ਕੱਲ ਬਿਟਕੋਇਨ ਨੂੰ ਬਹੁਤ ਸਾਰੀਆਂ ਕੰਟਰੀਆਂ ਨੇ ਬੈਨ ਹੀ ਕੀਤਾ ਹੋਇਆ, ਜਿਵੇਂ ਇੰਡੀਆ ਦੇ ਵਿੱਚ ਬਿਟਕੋਇਨ ਦਾ ਕੋਈ ਰੂਲ ਰੈਗੂਲੇਸ਼ਨ ਨਹੀਂ ਹੈ, ਸਟਾਰਟਿੰਗ ਦੇ ਵਿੱਚ ਇਹੀ ਹੁੰਦਾ। ਕਈ ਕੰਪਨੀਆਂ ਨੇ ਇਹਨੂੰ ਲੀਗਲ ਕੀਤਾ ਹੋਇਆ, ਕਈਆਂ ਨੇ ਇਲੀਗਲ ਕੀਤਾ ਹੋਇਆ। ਉਵੇਂ ਹੀ VoIP ਇਨੀਸ਼ੀਅਲੀ ਇਹਦੇ ਤੇ ਕੋਈ ਰੈਗੂਲੇਟਰੀ ਚੈਲੰਜ ਸੀਗੇ, ਬੜਾ ਸਟਰਗਲ ਕੀਤਾ ਤੇ ਕਈ ਥਾਵਾਂ ਤੇ ਇਹਨੂੰ ਰੈਗੂਲੇਸ਼ਨਾਂ ਤੇ ਲਾਉਣੀਆਂ ਕਰਨੀਆਂ ਔਖੀਆਂ ਹੋਈਆਂ, ਕਈ ਥਾਵਾਂ ਤੇ ਰਿਸਟ੍ਰਿਕਸ਼ਨਾਂ ਵੀ ਲਾਈਆਂ ਗਈਆਂ, ਵੀ ਪੂਰੀ ਤਰ੍ਹਾਂ ਬੈਨ ਵੀ ਕੀਤਾ ਗਿਆ। ਕਿਉਂਕਿ ਇਹ ਸਰਕਾਰ ਦੇ ਅੰਡਰ ਨਹੀਂ ਆਉਂਦਾ ਸੀ, ਉਹ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਸੀ। ਵੀ ਕੁਝ ਜਿਵੇਂ ਟੈਰਰਿਸਟ ਐਕਟੀਵਿਟੀ ਹੋ ਰਹੀਆਂ ਨੇ, ਵੈਸੇ ਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਡਿਪਾਰਟਮੈਂਟ ਹੁੰਦਾ ਸਾਰੀਆਂ ਐਕਟੀਵਿਟੀ ਉਹਦੇ ਥਰੂ ਹੁੰਦੀਆਂ ਨੇ, ਬਟ ਇਹਦੇ VoIP ਦੇ ਵਿੱਚ ਪ੍ਰੋਪਰ ਰੂਲ ਐਂਡ ਰੈਗੂਲੇਸ਼ਨ ਨਾ ਹੋਣ ਕਾਰਨ ਕਈ ਜਗ੍ਹਾ ਤੇ ਰਿਸਟ੍ਰਿਕਸ਼ਨਾਂ ਲਾਉਣੀਆਂ ਪਈਆਂ। ਠੀਕ ਹੈ, ਬਟ ਕਹਿੰਦਾ availability of reliable internet connection and quality of service become crucial for widespread adoption। ਬਟ ਕਹਿੰਦਾ ਇਹਦਾ ਫਾਇਦਾ ਬਹੁਤ ਜ਼ਿਆਦਾ ਸੀ, ਕਿਉਂਕਿ ਤਾਂ ਰਿਲਾਇਬਿਲਿਟੀ ਹੋ ਗਈ ਇੰਟਰਨੈਟ ਕਨੈਕਸ਼ਨ ਦੀ, ਭਰੋਸੇਯੋਗਤਾ ਵੀ, ਇੱਕ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸੀ। ਕਈ ਵਾਰ ਤੁਸੀਂ ਦੇਖਿਆ ਹੋਣਾ ਵੀ WhatsApp ਕਾਲ ਕਰਦੇ ਆ, ਸਾਨੂੰ ਐਂ ਲੱਗਦਾ ਬੰਦਾ ਸਾਡੇ ਕੋਲ ਹੀ ਆ,
ਸੋ ਕਿਉਂ? ਕਿਉਂਕਿ ਨੈਟਵਰਕ ਸਟਰਕਚਰ ਜ਼ਿਆਦਾ ਇੰਪਰੂਵ ਹੋਇਆ। ਪੁਰਾਣਾ ਜਿਹੜਾ ਸਿਸਟਮ ਸੀਗਾ ਸਰਕਿਟ ਸਵਿਚਿੰਗ ਵਾਲਾ, ਉਹਦੇ ਵਿੱਚ ਪੈਸਾ ਕੋਈ ਲਾਉਣ ਨੂੰ ਤਿਆਰ ਨਹੀਂ, ਕਿਉਂਕਿ ਉਹ ਤਾਂ ਸ਼ਿਫਟ ਹੀ ਹੁੰਦਾ ਜਾ ਰਿਹਾ, ਤਾਂ ਉੱਥੇ ਹੀ ਕੁਆਲਿਟੀ ਘਟਦੀ ਜਾ ਰਹੀ ਹੈ, ਇੰਟਰਨੈਟ ਬੰਨੀ ਜ਼ਿਆਦਾ ਸ਼ਿਫਟ ਹੁੰਦਾ ਜਾ ਰਿਹਾ। ਠੀਕ ਹੈ। The early year of VoIP often suffer from issues like latency, jitter and packet loss। ਕਹਿੰਦਾ ਸ਼ੁਰੂ ਦੇ ਵਿੱਚ ਇਹ ਵਾਲੇ ਇਸ਼ੂਜ਼ ਤੋਂ ਵੀ ਸਫਰ ਕੀਤਾ, ਲੇਟੈਂਸੀ, ਜਿਟਰ ਤੇ ਪੈਕੇਟ ਲਾਸ। ਇਹ ਵੀ ਆਪਾਂ ਕੱਲੇ ਪੜ੍ਹਦੇ ਹਾਂ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਹਨਾਂ ਦੇ ਵਿੱਚੋਂ ਸਵਾਲ ਉਹਨੇ ਪੁੱਛੇ ਨੇ ਵੀ ਲੇਟੈਂਸੀ ਤੇ ਜਿਟਰ ਤੇ ਪੈਕੇਟ ਲਾਸ। ਪਹਿਲਾਂ ਇਹ ਕਨਸੈਪਟ ਸਮਝਦੇ ਆਪਾਂ, ਫਿਰ ਇਹਨਾਂ ਦੇ ਸਵਾਲ ਕਰਾਂਗੇ ਅੱਗੇ ਜਾ ਕੇ ਵੀ ਕਿਵੇਂ ਸਵਾਲ ਪੁੱਛ ਸਕਦਾ। ਠੀਕ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੇਨ ਸਟ੍ਰੀਮ ਅਡੋਪਸ਼ਨ ਐਂਡ ਇੰਟੀਗ੍ਰੇਸ਼ਨ ਇਨ ਅਰਲੀ 2000 ਬ੍ਰੌਡਬੈਂਡ ਇੰਟਰਨੈਟ ਬਿਕਮ। ਇਹ ਤਾਂ ਸ਼ਾਇਦ ਮੈਨੂੰ ਲੱਗਦਾ ਉਹ ਵੀ ਕੰਪਲੀਟ ਹੋ ਗਿਆ। ਹਾਂ ਇੱਥੇ ਆ ਗਏ ਆਪਾਂ, ਆ ਵੀ ਚਲੋ ਵਿੱਚ ਪੜ੍ਹਨਾ, ਪੁਆਇੰਟ ਪੜ੍ਹ ਲੈਂਦੇ ਹਾਂ। In the early 2000 broadband internet became more prevalent and VoIP service start gaining mainstream acceptance। 2000 ਦੇ ਵਿੱਚ mainstream acceptance ਦੇ ਵਿੱਚ ਇਹਦੀ mainstream acceptance ਹੋਣ ਲੱਗੀ, ਪਪੂਲੈਰਿਟੀ ਹੋ ਗਈ। ਕੰਪਨੀਜ਼ ਲਾਈਕ ਸਕਾਈਪ 2003 ਦੇ ਵਿੱਚ ਸਕਾਈਪ ਫਾਊਂਡ ਹੋਈ, ਤੇ ਇਹਨਾਂ ਨੇ ਤੁਹਾਨੂੰ ਪਤਾ ਹੀ ਸੀਗਾ ਵੀ ਸਕਾਈਪ ਦੇ ਵਿੱਚ ਪਹਿਲਾਂ ਵੀਡੀਓ ਕਾਲ ਕਰਦੇ ਸੀ, ਪਹਿਲਾਂ ਡਾਇਰੈਕਟ ਵੀਡੀਓ ਕਾਲਿੰਗ ਨਹੀਂ ਹੁੰਦੀ ਸੀ, ਸਕਾਈਪ ਦੇ ਥਰੂ ਹੁੰਦੀ ਸੀ, ਤਾਂ ਇਹਨਾਂ ਨੇ VoIP ਸਰਵਿਸ ਸਟਾਰਟ ਕੀਤੀ। ਠੀਕ ਹੈ। ਕੰਪਿਊਟਰ ਟੂ ਕੰਪਿਊਟਰ ਕਾਲ, ਲੋ ਕਾਸਟ, ਬਹੁਤ ਘੱਟ ਪੈਂਦੀ ਸੀ, ਫੋਰਨ ਵਾਲੇ ਬੰਦੇ ਜ਼ਿਆਦਾਤਰ ਸਕਾਈਪ ਤੇ ਹੀ ਗੱਲ ਕਰਦੇ ਸੀ। ਠੀਕ ਹੈ। ਬਾਕੀ ਤਾਂ ਉਹੀ ਚੀਜ਼ਾਂ ਨੇ। ਕਹਿੰਦਾ ਟ੍ਰੈਡੀਸ਼ਨਲ ਟੈਲੀਕਾਮ ਕੰਪਨੀਜ਼ recognize the potential of VoIP and begin integrating it into their infrastructure। ਉਹਨਾਂ ਨੇ ਇਹਦਾ ਪੋਟੈਂਸ਼ੀਅਲ ਦੇਖਿਆ ਵੀ ਇਹ ਜ਼ਿਆਦਾ ਤਕੜੀ ਚੀਜ਼ ਹੈ, ਕਿ ਉਹਨਾਂ ਨੇ ਆਪਦੇ ਇਨਫਰਾਸਟ੍ਰਕਚਰ ਦੇ ਵਿੱਚ VoIP ਨੂੰ ਅਡਾਪਟ ਕੀਤਾ। This led to the development of IP based private branch exchange। IPv ਇਹਦੀ ਐਬਰੀਵੇਸ਼ਨ ਪੁੱਛ ਸਕਦਾ ਆਪਾਂ ਨੂੰ, IPPBX system allowing business to migrate from traditional phone system to VoIP। ਕਹਿੰਦਾ IP based PBX ਕੀ ਹੁੰਦਾ? ਪ੍ਰਾਈਵੇਟ ਬ੍ਰਾਂਚ ਐਕਸਚੇਂਜ। ਜਿਹੜਾ ਕੰਪਨੀਆਂ ਦੇ ਇਨਸਾਈਡ ਪ੍ਰਾਈਵੇਟ ਕਮਿਊਨੀਕੇਸ਼ਨ ਹੁੰਦਾ ਹੈ, ਉਹ ਸਾਰੇ ਕਾਹਦੇ ਤੇ ਸ਼ਿਫਟ ਹੋ ਗਏ? IP ਬੇਸਡ। IP ਦਾ ਮਤਲਬ ਹੁੰਦਾ ਇੰਟਰਨੈਟ ਪ੍ਰੋਟੋਕਾਲ, ਜਾਨੀ ਕਿ ਉਹੀ VoIP। ਕਲੀਅਰ ਹੋਈ ਗੱਲ? ਅੱਗੇ VoIP ਟੈਕਨੋਲੋਜੀ ਹੈਜ਼ ਕੰਟੀਨਿਊ ਟੂ ਇਵੋਲਵ ਐਂਡ ਇੰਪਰੂਵ। ਨਿਊ ਕੋਡਕ ਲਾਈਕ ਓਪਸ ਵਰਗੇ ਨਿਊ ਆਪਣੇ ਕੋਲੇ ਕੋਡਕ ਆ ਗਏ। ਫਿਰ ਕਲਾਊਡ ਕੰਪਿਊਟਿੰਗ ਦਾ ਕਨਸੈਪਟ ਇਹਦੇ ਵਿੱਚ ਆ ਗਿਆ। ਉਹ ਵਾਈਫਾਈ ਤੇ ਸੈਲੂਲਰ ਡਾਟਾ ਨੈਟਵਰਕਸ ਦੇ ਵਿੱਚ VoIP ਐਪਲੀਕੇਸ਼ਨਾਂ ਬਣਨ ਲੱਗੀਆਂ। ਇਹ ਸਾਰੀਆਂ ਹੀ ਕੰਟੀਨਿਊਡ ਐਵੋਲੂਸ਼ਨ ਹੋਈਆਂ VoIP ਦੀਆਂ। ਠੀਕ ਹੈ। ਸੋ ਇਹ ਪੜ੍ਹਨਾ ਵੀ ਆਪਾਂ ਨੂੰ ਥੋੜਾ ਬਹੁਤ ਪਤਾ ਹੋਣਾ ਚਾਹੀਦਾ। ਸਵਾਲ ਤਾਂ ਚਲੋ ਇਹਦੇ ਵਿੱਚ ਇੰਨੇ ਜ਼ਿਆਦਾ ਨਹੀਂ ਪੁੱਛਦਾ। ਹੁਣ ਆਪਾਂ ਪੜ੍ਹਦੇ ਹਾਂ ਵੀ ਲੇਟੈਂਸੀ, ਜਿਟਰ ਤੇ ਪੈਕੇਟ ਲਾਸ ਕੀ ਹੁੰਦਾ, ਇਹਦੇ ਚੋਂ ਸਵਾਲ ਬਣ ਸਕਦਾ। ਸਭ ਤੋਂ ਪਹਿਲਾਂ ਜਿਵੇਂ ਹੈ ਲੇਟੈਂਸੀ। ਲੇਟੈਂਸੀ ਕੀ ਹੁੰਦਾ ਹੈ? ਲੇਟੈਂਸੀ ਦਾ ਮਤਲਬ ਹੁੰਦਾ ਟਾਈਮ। ਜਿਵੇਂ ਆਪਾਂ ਮੈਮਰੀ ਵਾਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ ਲੇਟੈਂਸੀ ਟਾਈਮ ਜਾਂ ਰੋਟੇਸ਼ਨਲ ਲੇਟੈਂਸੀ, ਹੈ ਨਾ, ਉਵੇਂ ਹੀ ਇੱਥੇ ਲੇਟੈਂਸੀ ਰੈਫਰਸ ਟੂ ਦੀ ਟਾਈਮ ਇਟ ਟੇਕਸ ਫॉर ਡੇਟਾ ਟੂ ਟਰੈਵਲ ਫਰੋਮ ਇਟਸ ਸੋਰਸ ਟੂ ਇਟਸ ਡੈਸਟੀਨੇਸ਼ਨ। ਕਹਿੰਦਾ ਇੱਕ ਸੋਰਸ ਤੋਂ ਲੈ ਕੇ ਦੂਜੇ ਡੈਸਟੀਨੇਸ਼ਨ ਤੱਕ ਪਹੁੰਚਣ ਲਈ ਜਿੰਨਾ ਟਾਈਮ ਲੱਗਦਾ ਉਸਨੂੰ ਲੇਟੈਂਸੀ ਬੋਲਦੇ ਆ। ਮੰਨ ਲਓ ਇਹ ਹੈਗਾ ਸੈਂਡਰ, ਆ ਰਸਤੇ ਦੇ ਵਿੱਚ ਪੈਂਦੇ ਨੋਡ ਨੇ, ਤੇ ਅੱਗੇ ਇੱਧਰ ਦੀ ਵੀ ਰਸਤਾ ਹੈਗਾ। ਠੀਕ ਹੈ। ਇਸ ਤਰ੍ਹਾਂ ਕਰਕੇ ਰਸਤਾ। ਲੇਟੈਂਸੀ ਦਾ ਮਤਲਬ ਹੁੰਦਾ ਇੱਕ ਪੈਕੇਟ, ਇੱਥੇ 2 ਪੈਕੇਟ ਇੱਧਰ ਦੀ ਗਏ, 2 ਇੱਧਰ ਦੀ ਗਏ, 2 ਪੈਕੇਟ ਉੱਪਰ ਦੀ ਗਏ, 2 ਥੱਲੇ ਦੀ ਗਏ। ਲੇਟੈਂਸੀ ਦਾ ਮਤਲਬ ਹੈ ਵੀ ਰੈਫਰਸ ਟੂ ਦੀ ਟਾਈਮ ਇਟ ਟੇਕਸ ਫॉर ਡੇਟਾ ਟੂ ਟਰੈਵਲ ਫਰੋਮ ਇਟ ਸੋਰਸ। ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਪਹੁੰਚਣ ਦੇ ਲਈ ਕਿੰਨਾ ਟਾਈਮ ਲੱਗਦਾ, ਉਹਨੂੰ ਲੇਟੈਂਸੀ ਬੋਲਦੇ ਆ। ਇਹ ਕਾਹਦੇ 'ਚ ਮੈਜ਼ਰ ਕੀਤਾ ਜਾਂਦਾ? ਮਿਲੀ ਸੈਕਿੰਡਸ ਦੇ ਵਿੱਚ ਮੈਜ਼ਰ ਕੀਤਾ ਜਾਂਦਾ। ਜਿੰਨਾ ਟਾਈਮ ਹੁੰਦਾ ਸਾਰਾ ਇਹ ਮਿਲੀ ਸੈਕਿੰਡਸ ਦੇ ਵਿੱਚ ਮੈਜ਼ਰ ਕੀਤਾ ਜਾਂਦਾ। ਅਗਲਾ ਹੈਗਾ ਲੇਟੈਂਸੀ ਕੈਨ ਬੀ ਇਫੈਕਟਡ ਬਾਈ ਵੇਰੀਅਸ ਫੈਕਟਰਸ। ਬਹੁਤ ਸਾਰੇ ਫੈਕਟਰਸ ਨੇ ਜਿਹੜੇ ਲੇਟੈਂਸੀ ਨੂੰ ਇਫੈਕਟ ਕਰਦੇ ਨੇ, ਇਨਕਲੂਡਿੰਗ ਦੀ ਡਿਸਟੈਂਸ ਬਿਟਵੀਨ ਦਾ ਸੋਰਸ ਐਂਡ ਡੈਸਟੀਨੇਸ਼ਨ। ਸੋਰਸ ਤੇ ਡੈਸਟੀਨੇਸ਼ਨ ਦੇ ਵਿੱਚ ਡਿਸਟੈਂਸ ਕਿੰਨੀ ਹੈ, ਲੇਟੈਂਸੀ ਉਨੀ ਜ਼ਿਆਦਾ ਵੱਧ ਹੋਊਗੀ। ਨੰਬਰ ਆਫ ਨੈਟਵਰਕ ਹੋਪਸ, ਆ ਹੋਪ ਹੁੰਦੇ ਨੇ ਰਸਤੇ ਦੇ ਵਿੱਚ, ਰਾਊਟਰ ਤੇ ਸਵਿਚ ਕਿੰਨੇ ਲੱਗੇ ਹੋਏ ਨੇ, ਜੇ ਜ਼ਿਆਦਾ ਨੇ ਤਾਂ ਜ਼ਿਆਦਾ ਟਾਈਮ ਲੱਗੂਗਾ। ਐਂਡ ਕੁਆਲਿਟੀ ਆਫ ਦਾ ਨੈਟਵਰਕ ਇਨਫਰਾਸਟ੍ਰਕਚਰ, ਜਿਹੜਾ ਨੈਟਵਰਕ ਇਨਫਰਾਸਟ੍ਰਕਚਰ ਆ ਉਹ ਕਿਵੇਂ ਦਾ। ਜਿਵੇਂ ਸੜਕਾਂ ਆਪਣੀਆਂ ਜੇ ਖੱਡੇ ਖੁੱਡੇ ਪਾਏ ਹੋਏ ਨੇ ਤਾਂ ਜ਼ਿਆਦਾ ਟਾਈਮ ਲੱਗੂਗਾ, ਲੇਟੈਂਸੀ ਜ਼ਿਆਦਾ ਹੋਊਗੀ। ਜੇ ਇਨਫਰਾਸਟ੍ਰਕਚਰ ਵਧੀਆ ਤਾਂ ਲੇਟੈਂਸੀ ਘੱਟ ਲੱਗੂਗੀ। ਠੀਕ ਹੈ।
ਹੁਣ ਨੈਟਵਰਕ ਆਪਾਂ ਕੀ ਚਾਹੁੰਦੇ ਆ, ਆਪਾਂ ਚਾਹੁੰਦੇ ਆ ਲੋਅਰ ਲੇਟੈਂਸੀ ਜਨਰਲੀ ਪ੍ਰੈਫਰਡ, ਆਪਾਂ ਚਾਹੁੰਦੇ ਆ ਵੀ ਲੇਟੈਂਸੀ ਘੱਟ ਤੋਂ ਘੱਟ ਹੋਵੇ, ਸਪੈਸ਼ਲੀ ਫॉर ਰੀਅਲ ਟਾਈਮ ਐਪਲੀਕੇਸ਼ਨਸ ਲਾਈਕ ਆਨਲਾਈਨ ਗੇਮਿੰਗ ਦੇ ਵਿੱਚ ਜਿੱਥੇ ਆਪਾਂ ਰੀਅਲ ਟਾਈਮ ਅੱਜ ਕੱਲ੍ਹ ਬੜੀਆਂ ਗੇਮਾਂ ਗੂਮਾਂ ਚੱਲਦੀਆਂ PUBG ਵਰਗੀਆਂ, ਤਾਂ ਉੱਥੇ ਆਪਾਂ ਨੂੰ ਹੁੰਦਾ ਵੀ ਲੇਟੈਂਸੀ ਜਿਹੜੀ ਹੈ ਘੱਟ ਤੋਂ ਘੱਟ ਹੋਵੇ। ਵੀਡੀਓ ਕਾਨਫਰੈਂਸਿੰਗ ਐਂਡ ਵੌਇਸ ਕਾਲ ਹੋਵੇ ਤਾਂ ਰਿਡਿਊਸਿਸ ਦੀ ਪਰਸੀਵਡ ਡਿਲੇ ਔਰ ਲੈਗਸ, ਤਾਂ ਆਪਾਂ ਚਾਹੁੰਦੇ ਆ ਵੀ ਲੇਟੈਂਸੀ ਜਿਹੜੀ ਹੈ ਟਾਈਮ ਹੈ ਇਹ ਘੱਟ ਤੋਂ ਘੱਟ ਲੱਗੇ। ਅਗਲਾ ਹੈਗਾ ਜਿਟਰ। ਦੇਖੋ ਇਹ ਜਿਟਰ ਲੇਟੈਂਸੀ ਦੇ ਨਾਲ ਹੀ ਰਿਲੇਟ ਕਰਦਾ, ਬਹੁਤ ਵਧੀਆ ਇਹ ਵੀ ਕਨਸੈਪਟ ਹੈ। ਜਿਟਰ ਇਜ਼ ਦੀ ਵੇਰੀਏਸ਼ਨ ਇਨ ਲੇਟੈਂਸੀ ਔਰ ਇਨਕਨਸਿਸਟੈਂਸੀ ਇਨ ਅਰਾਈਵਲ ਆਫ ਦੀ ਡੇਟਾ ਪੈਕੇਟਸ। ਜਿਵੇਂ ਹੁਣ ਆਪਾਂ ਗੱਲ ਕੀਤੀ ਸੀ ਵੀ ਆਹ ਵਾਲਾ ਆਪਣਾ A ਹੈ, ਆਹ ਰਸਤੇ ਦੇ ਵਿੱਚ ਹੋਪ ਲੱਗੇ ਹੋਏ ਨੇ, ਆ B ਆ, ਪੈਕੇਟ ਆਪਾਂ ਭੇਜ ਰਹੇ ਹਾਂ 3, ਪਹਿਲਾ ਦੂਜਾ ਤੀਜਾ। ਪਹਿਲੇ ਪੈਕੇਟ ਨੂੰ ਇੱਥੋਂ ਪਹੁੰਚਣ ਦੇ ਲਈ 5 ਮਿਲੀ ਸੈਕਿੰਡ ਲੱਗ ਗਏ, ਦੂਜਾ ਪੈਕੇਟ ਪਹੁੰਚਿਆ 7 ਮਿਲੀ ਸੈਕਿੰਡ ਤੇ, ਤੀਜੇ ਪੈਕੇਟ ਨੇ ਲੈ ਲਏ 10 ਮਿਲੀ ਸੈਕਿੰਡ, ਯਾਨੀ ਕਿ ਪਹਿਲਾ 5 ਮਿਲੀ ਸੈਕਿੰਡ ਟਾਈਮ ਲੈ ਲੈਂਦਾ ਇੱਥੋਂ ਲੈ ਕੇ ਇੱਥੋਂ ਤੱਕ ਜਾਣ ਤੇ, ਦੂਜਾ 7 ਲੈ ਜਾਂਦਾ, ਤੀਜਾ 10 ਲੈ ਜਾਂਦਾ। ਤਾਂ ਇਹ ਆਪਣੇ ਕੋਲੇ ਜਿਟਰ ਹੋ ਗਿਆ, ਯਾਨੀ ਕਿ ਵੇਰੀਏਸ਼ਨ ਹੋ ਗਿਆ ਲੇਟੈਂਸੀ ਦੇ ਵਿੱਚ। ਹਾਲਾਂਕਿ ਲੱਗਣਾ ਸਾਰਿਆਂ 'ਚ 5 ਚਾਹੀਦਾ ਸੀ, ਪਹਿਲਾ ਵੀ 5 ਸਕਿੰਟ ਲੈਂਦਾ, ਦੂਜਾ 5 ਲੈਂਦਾ, ਤੀਜਾ 5 ਲੈਂਦਾ। ਕਿਉਂ? ਕਿਉਂਕਿ ਇਕੱਠੇ ਹੀ ਟਰਾਂਸਮਿਟ ਹੋਏ ਸੀ ਤੇ ਇਕੱਠੇ ਹੀ ਰਿਸੀਵ ਹੋਣੇ ਚਾਹੀਦੇ ਸੀ, ਹਨਾ। ਚਲੋ 5 ਜੇ ਆ 5 ਤੇ ਭੇਜਿਆ ਸੀ, ਦੂਜਾ 6 ਤੇ, ਅਗਲਾ 7 ਤੇ, ਤਾਂ 5 6 7 ਹੋਣਾ ਚਾਹੀਦਾ ਸੀ, ਯੂਨੀਫਾਰਮ ਹੋਣਾ ਚਾਹੀਦਾ ਸੀ। ਬਟ ਜੇਕਰ ਵੇਰੀਏਸ਼ਨ ਆ ਜਾਂਦੀ ਹੈ ਤਾਂ ਉਹਨੂੰ ਜਿਟਰ ਬੋਲਦੇ ਆ। ਜਿਟਰ ਇਜ਼ ਦੀ ਵੇਰੀਏਸ਼ਨ ਇਨ ਲੇਟੈਂਸੀ ਔਰ ਇਨਕਨਸਿਸਟੈਂਸੀ ਇਨ ਅਰਾਈਵਲ ਟਾਈਮ ਆਫ ਦਾ ਡੇਟਾ ਪੈਕੇਟਸ। ਡੇਟਾ ਪੈਕੇਟਸ ਦੇ ਅਰਾਈਵਲ ਟਾਈਮ ਦੇ ਵਿੱਚ ਜੇਕਰ ਇਨਕਨਸਿਸਟੈਂਸੀ ਆਉਂਦੀ ਹੈ ਤਾਂ ਉਹਨੂੰ ਜਿਟਰ ਬੋਲ ਦਿੰਦੇ ਆ। ਜੇਕਰ ਸਾਰੇ 5 ਸਕਿੰਟ ਤੇ ਪਹੁੰਚ ਗਏ ਤਾਂ ਜਿਟਰ ਕਿੰਨਾ ਹੋ ਜਾਊਗਾ? 0 ਹੋ ਜਾਊਗਾ। ਤਾਂ ਹੁਣ ਇੱਥੇ ਜਿਟਰ ਐਗਜ਼ਿਸਟ ਕਰਦਾ, ਠੀਕ ਆ। ਮਿਲੀ ਸੈਕਿੰਡ ਦੇ ਵਿੱਚ ਮੈਜ਼ਰ ਕਰਦੇ ਆ ਇਨ ਨੈਟਵਰਕ ਵਿਦ ਹਾਈ ਜਿਟਰ। ਜੇਕਰ ਕਹਿੰਦਾ ਜਿਟਰ ਜ਼ਿਆਦੇ ਆ, ਦੀ ਡਿਲੇ ਬਿਟਵੀਨ ਪੈਕੇਟਸ ਕੈਨ ਬੀ ਸਿਗਨੀਫੀਕੈਂਟਲੀ ਰਿਜ਼ਲਟਿੰਗ ਅਨਈਵਨ ਔਰ ਅਨਪ੍ਰੈਡਿਕਟੇਬਲ ਡਿਲੀਵਰੀ ਟਾਈਮਸ। ਸੋ ਇਹ ਕੋਈ ਪ੍ਰੈਡਿਕਟ ਨਹੀਂ ਕਰ ਸਕਦੇ ਵੀ ਡਿਲੀਵਰੀ ਮੈਸੇਜ ਦੀ ਕਦੋਂ ਹੋਊਗੀ, ਅਨਈਵਨ ਹੋ ਜਾਂਦੀ ਹੈ ਜੇ ਉਹਦੇ ਵਿੱਚ ਜਿਟਰ ਜ਼ਿਆਦੇ ਹੈ। ਤਾਂ ਜਿਟਰ ਕੈਨ ਕਾਜ਼ ਡਿਸਟਰਪਸ਼ਨ ਇਨ ਰੀਅਲ ਟਾਈਮ ਐਪਲੀਕੇਸ਼ਨ। ਰੀਅਲ ਟਾਈਮ ਐਪਲੀਕੇਸ਼ਨ ਜਿਵੇਂ ਕਾਲਿੰਗ ਕਰ ਰਹੇ ਆ, ਆਡੀਓ ਵੀਡੀਓ ਕਾਲ ਕਰ ਰਹੇ ਆ ਆਪਾਂ, ਤਾਂ ਉਹਦੇ ਵਿੱਚ ਚੌਪਿੰਗ ਹੋ ਜਾਂਦੀ ਹੈ, ਕੱਟ ਕੇ ਜਾਣ ਲੱਗ ਜਾਂਦਾ ਜੇ ਉਹਦੇ ਵਿੱਚ ਜਿਟਰ ਜ਼ਿਆਦਾ ਹੋਵੇ। ਤਾਂ ਨੈਟਵਰਕ ਵਧੀਆ ਤਾਂ ਹੀ ਹੋਊਗਾ ਜੇ ਲੇਟੈਂਸੀ ਘੱਟ ਹੋਵੇ ਤੇ ਜਿਟਰ ਜ਼ਿਆਦਾ ਹੋਵੇ, ਠੀਕ ਆ। ਕਹਿੰਦਾ ਇਟ ਇਜ਼ particularly important to maintain low jitter। ਕਹਿੰਦਾ ਇਹ ਜ਼ਰੂਰੀ ਹੁੰਦਾ ਹੈ ਕਿ low jitter ਅਸੀਂ ਮੇਨਟੇਨ ਕਰੀਏ in application that require consistent and steady data flow such as voice and video communication। ਕਿਸੇ ਨਾਲ ਆਪਾਂ ਵੀਡੀਓ ਕਾਲ ਕਰ ਰਹੇ ਹਾਂ ਤਾਂ ਉਹ ਜੇ ਡੇਟਾ ਲਗਾਤਾਰ ਫਲੋ ਹੋ ਰਿਹਾ, ਜਿਟਰ ਘੱਟ ਆ, ਫਿਰ ਤਾਂ ਸਾਨੂੰ ਵਧੀਆ ਲੱਗਦਾ ਹੈ। ਅਦਰਵਾਈਜ਼ ਜੇ ਥੋੜਾ ਸਮਾਂ ਲੱਗ ਰਿਹਾ ਹੁੰਦਾ ਚੀਜ਼ਾਂ ਤੇ, ਜਿਟਰ ਆ ਜੇ ਵਿੱਚ, ਤਾਂ ਸਾਨੂੰ ਉਹਦੀ ਦਿੱਕਤ ਹੋਣ ਲੱਗ ਜਾਂਦੀ ਹੈ, ਠੀਕ ਆ। ਅੱਗੇ ਹੋ ਗਿਆ ਪੈਕੇਟ ਲਾਸ। Packet loss occur when data packets being transmit across a network fail to reach their destination। ਇੱਕ ਪੈਕੇਟ ਮੰਨ ਲਓ ਸੈਂਡਰ ਨੇ 3 ਪੈਕੇਟ ਭੇਜੇ ਡੈਸਟੀਨੇਸ਼ਨ ਤੇ, ਰਸਤੇ ਦੇ ਵਿੱਚ ਹੋਪ ਲੱਗੇ ਹੋਏ ਨੇ, ਇਹ A ਸੈਂਡਰ ਹੈ, B ਡੈਸਟੀਨੇਸ਼ਨ ਹੈ। 3 ਪੈਕੇਟ ਭੇਜੇ ਆਪਾਂ, 3 ਦੇ ਵਿੱਚੋਂ ਸਿਰਫ ਇੱਕੋ ਹੀ ਪਹੁੰਚਿਆ ਤਾਂ ਫੇਲ ਹੋ ਗਿਆ ਨੈਟਵਰਕ ਤੇ ਪਹੁੰਚਣ ਨੂੰ। ਉਹਨੂੰ ਕੀ ਬੋਲਦੇ ਨੇ? ਪੈਕੇਟ ਲਾਸ। ਪੈਕੇਟ ਲਾਸ ਹੋਣ ਦੇ ਬਹੁਤ ਸਾਰੇ ਕਾਰਨ ਨੇ। ਕਹਿੰਦਾ ਨੈਟਵਰਕ ਦੇ ਵਿੱਚ ਟ੍ਰੈਫਿਕ ਜ਼ਿਆਦਾ ਹੋ ਸਕਦਾ, ਕੰਜੈਸ਼ਨ ਜ਼ਿਆਦਾ ਹੋ ਸਕਦਾ ਹੈ, ਹਾਰਡਵੇਅਰ ਫੇਲ ਹੋ ਸਕਦਾ, ਆ ਡਿਵਾਈਸ ਹੀ ਖਰਾਬ ਹੋ ਜੇ। ਐਰਰ ਇਨ ਟਰਾਂਸਮਿਸ਼ਨ ਕਰਨ ਦੇ ਵਿੱਚ ਵੀ ਐਰਰ ਹੋ ਜਾਂਦਾ ਕਈ ਵਾਰੀ, ਹਨਾ। ਕਈ ਵਾਰੀ ਅਸੀਂ ਖਾਲੀ ਮੇਲ ਨਹੀਂ ਭੇਜ ਦਿੰਦੇ, ਅਟੈਚਮੈਂਟ ਕਰਨੀ ਭੁੱਲ ਜਾਂਦੇ ਆ, ਇਹ ਵੀ ਹੋ ਸਕਦਾ। ਪੈਕੇਟ ਲਾਸ ਕੈਨ ਰਿਜ਼ਲਟ ਇਨ ਡੀਗ੍ਰੇਡੇਸ਼ਨ ਆਫ ਕੰਪਲੀਟ ਲਾਸ ਆਫ ਡੇਟਾ। ਜਾਂ ਤਾਂ ਡੀਗ੍ਰੇਡੇਸ਼ਨ ਕੁਆਲਿਟੀ ਘਟ ਜਾਂਦੀ ਹੈ ਜਾਂ ਕੰਪਲੀਟਲੀ ਲਾਸ ਹੋ ਜਾਂਦਾ ਡਾਟਾ, ਲੀਡਿੰਗ ਟੂ ਇਸ਼ੂ ਲਾਈਕ ਡਿਸਟੋਰਟਡ ਆਡੀਓ ਆਵਾਜ਼ ਕੱਟ ਕੇ ਆਉਣ ਲੱਗ ਜਾਂਦੀ ਹੈ, ਉਦੋਂ ਪੈਕੇਟ ਲਾਸ ਹੋ ਰਹੇ ਹੁੰਦੇ ਆ। ਜੇ ਤੁਸੀਂ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹੋਵੋਗੇ ਤਾਂ ਤੁਸੀਂ ਉਹ ਬੰਦੇ ਨੂੰ ਕਹੋ ਵੀ ਯਾਰ ਵੀਰੇ ਪੈਕੇਟ ਲਾਸ ਹੋ ਰਿਹਾ, ਮੇਰੇ ਕੋਲ ਸਾਰੇ ਪੈਕੇਟ ਨਹੀਂ ਪਹੁੰਚ ਰਹੇ, ਤੂੰ ਥੋੜਾ ਬਹੁਤ ਉੱਚਾ ਹੋ ਜਾ, ਕਿਸੇ ਹੋਰ ਜਗ੍ਹਾ ਤੇ, ਰੇਂਜ ਵਾਲੀ ਜਗ੍ਹਾ ਤੇ ਚਲਾ ਜਾ। ਪਿਕਸਲੇਟਡ ਵੀਡੀਓ ਆਪਾਂ ਦੇਖਿਆ ਨਹੀਂ, ਵੀਡੀਓ ਦੇ ਪਿਕਸਲ ਟੁੱਟਣ ਲੱਗ ਜਾਂਦੇ ਨੇ। ਔਰ ਇੰਟਰਪਟਡ ਕਮਿਊਨੀਕੇਸ਼ਨ, ਇੰਟਰਪਟ ਹੋ ਜਾਣਾ, ਖਰਾਬ ਜਿਹਾ ਹੋ ਜਾਂਦਾ, ਮਤਲਬ ਸਮੂਥਨਿੰਗ ਨਹੀਂ ਰਹਿੰਦੀ ਉਹਦੇ 'ਚ, ਠੀਕ ਹੈ। ਤਾਂ ਇੱਥੇ ਇਹ ਪੈਕੇਟ ਲਾਸ ਵੀ ਹੈ ਜਿਹੜਾ ਘੱਟ ਤੋਂ ਘੱਟ ਹੋਣਾ ਚਾਹੀਦਾ। ਉਹੀ ਚੀਜ਼ਾਂ ਨੇ। ਕੋਰਸ ਬਾਰੇ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਹੀ ਦੱਸਦਾ। ਜਿਹੜੇ ਬੱਚਿਆਂ ਨੇ ਲਿਆ ਹੋਇਆ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਇੰਜੋਏ ਕਰ ਰਹੇ ਨੇ, ਮਤਲਬ ਕਿ ਪੁਰਾਣੇ ਕੁਐਸਚਨਾਂ ਨੇ ਹੀ ਸਾਨੂੰ ਦੱਸਣਾ ਵੀ ਕੰਮ ਅਸੀਂ ਕਿਵੇਂ ਕਰ ਰਹੇ ਹਾਂ। ਆਪਾਂ ਆਨਲਾਈਨ ਟੈਸਟ ਸੀਰੀਜ਼ ਉਹ ਤੁਹਾਡੀ ਹੈਲਪ ਕਰਨ ਦੇ ਲਈ ਹੀ ਬਣਾਈ ਆ, ਉਹਨਾਂ ਪੁਆਇੰਟਸ ਨੂੰ ਹੀ ਤੁਸੀਂ ਧਿਆਨ ਨੂੰ ਰੱਖ ਕੇ ਬਣਾਈ ਹੈ ਕਿ ਅਸੀਂ ਨੈਗੇਟਿਵ ਮਾਰਕਿੰਗ ਨੂੰ ਕਿਵੇਂ ਹੈਂਡਲ ਕਰਨਾ,
ਤੇ ਟਾਈਮ ਮੈਨੇਜਮੈਂਟ ਨੂੰ ਕਿਵੇਂ ਧਿਆਨ ਦੇ ਵਿੱਚ ਆਪਾਂ ਰੱਖ ਕੇ ਆਪਦੀ ਇੰਪਰੂਵਮੈਂਟ ਕਰ ਸਕਦੇ ਹਾਂ। ਉਹ ਸਾਰੇ ਪੁਆਇੰਟ ਜਿੱਥੇ ਅਸੀਂ ਲੈਗ ਕਰਦੇ ਹਾਂ ਜਾਂ ਅਸੀਂ ਸਿਲੀ ਮਿਸਟੇਕ ਕਰ ਦਿੰਦੇ ਹਾਂ ਤਾਂ ਉਹਦੇ ਲਈ ਇਹ ਟੈਸਟ ਸੀਰੀਜ਼ ਆ। ਤਾਂ ਬਿਲਕੁਲ ਲਾਸਟ ਵਾਲਾ ਟਾਈਮ ਹੈ ਹੁਣ, ਇਹ ਟੈਸਟ ਸੀਰੀਜ਼ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰੂਗੀ। 2021 ਦੇ ਤੇ 2022 ਦੇ ਸਾਰੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਇਕੱਲੇ ਉਹ ਸਵਾਲ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ। ਸਿਰਫ 249 ਰੁਪਏ ਦੇ ਵਿੱਚ ਇਹ ਟੈਸਟ ਸੀਰੀਜ਼ ਅਵੇਲੇਬਲ ਹੈ। ਅਗਰ ਤੁਸੀਂ ਚਾਹੁੰਦੇ ਹੋ ਤਾਂ 94,635 ਤੇ 90,346 ਤੇ ਸਾਨੂੰ ਮੈਸੇਜ ਕਰੋ, ਅਸੀਂ ਵਿਦਿਨ 10 ਮਿੰਟ ਤੁਹਾਨੂੰ ਕੋਰਸ ਦੇ ਵਿੱਚ ਐਡ ਕਰ ਦਾਂਗੇ। ਅਗਰ ਤੁਹਾਡੇ ਕੋਲ ਲੈਪਟਾਪ ਹੈ ਤਾਂ ਤੁਸੀਂ ਵੈਬਸਾਈਟ ਖੋਲ ਕੇ ਲੈਪਟਾਪ ਤੇ ਵੀ ਕਰ ਸਕਦੇ ਹੋ। ਤੇ ਆਪਣੀ ਇੱਕ ਐਪ ਵੀ ਹੈ ਜਿਹੜੀ ਐਂਡਰੋਇਡ ਤੇ iOS ਦੋਨਾਂ ਤੇ ਚੱਲਦੀ ਹੈ, ਠੀਕ ਆ। ਸੋ ਕੋਈ ਆਪਾਂ ਨੂੰ ਅਲੱਗ ਤੋਂ ਇਹ ਨਹੀਂ ਵੀ ਕਲਾਸ ਪਲੱਸ ਦੇ ਲਈ ਕਰਨਾ ਪਊ, ਆਪਾਂ ਕਲਾਸ ਪਲੱਸ ਪਲੇਟਫਾਰਮ ਨਾਲ ਨਹੀਂ ਜਾ ਰਹੇ। ਆਪਣੇ ਕੋਲੇ ਪਲੇਟਫਾਰਮ ਹੈ ਓਪਨ ਸੋਰਸ ਪਲੇਟਫਾਰਮ ਆਪਾਂ ਯੂਜ਼ ਕਰ ਰਹੇ ਹਾਂ, ਮੂਡਲ ਪਲੇਟਫਾਰਮ ਆਪਾਂ ਯੂਜ਼ ਕਰ ਰਹੇ ਹਾਂ, ਠੀਕ ਹੈ। ਸੋ ਇਹਦੇ ਵਿੱਚ ਤੁਹਾਨੂੰ ਈਅਰ ਵਾਈਜ਼ ਫੁੱਲ ਲੈਂਥ ਮਿਲ ਜਾਣਗੇ, 26 ਤੁਹਾਨੂੰ ਫੁੱਲ ਲੈਂਥ ਟੈਸਟ ਮਿਲ ਜਾਣਗੇ, ਸਬਜੈਕਟ ਵਾਈਜ਼ ਜਾ ਸਕਦੇ ਹੋ ਤੇ ਚੈਪਟਰ ਵਾਈਜ਼ ਜਾ ਸਕਦੇ ਹੋ ਵਿਦ ਨੈਗੇਟਿਵ ਮਾਰਕਿੰਗ ਐਂਡ ਆਲਸੋ ਟਾਈਮ ਮੈਨੇਜਮੈਂਟ ਵੀ ਹੈ, ਟਾਈਮ ਵੀ ਦਿੱਤਾ ਹੋਇਆ ਫੁੱਲ ਲੈਂਥ ਦੇ ਵਿੱਚ, ਠੀਕ ਹੈ। ਸੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਹਦਾ ਬੈਨੀਫਿਟ ਬਿਲਕੁਲ ਐਂਡ ਵਾਲੇ ਸਮੇਂ ਤੇ ਬਿਲਕੁਲ 2 ਦਿਨ ਪਹਿਲਾਂ ਰਹਿੰਦੇ ਵੀ ਇਹਦਾ ਬੈਨੀਫਿਟ ਲੈ ਸਕਦੇ ਹੋ, ਠੀਕ ਹੈ। ਸੋ VoIP ਦੇ ਵਿੱਚ ਕਿਹੜੇ-ਕਿਹੜੇ ਡਿਵਾਈਸ ਯੂਜ਼ ਹੁੰਦੇ ਨੇ ਉਹ ਆਪਾਂ ਦੇਖ ਲੈਂਦੇ ਹਾਂ। ਇਹਦੇ ਤੇ ਵੀ ਸਵਾਲ ਬਣ ਸਕਦਾ ਵੀ ਕਿਹੜੇ-ਕਿਹੜੇ ਡਿਵਾਈਸ ਨੇ ਜਿਹੜੇ ਉਹ VoIP ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਜਿਵੇਂ ਸਭ ਤੋਂ ਪਹਿਲਾਂ IP ਫੋਨ ਨੂੰ VoIP ਫੋਨ ਵੀ ਕਿਹਾ ਜਾਂਦਾ ਹੈ। ਇਹ ਸਪੈਸ਼ਲੀ ਡਿਜ਼ਾਈਨ ਟੂ ਵਰਕ ਵਿਦ VoIP ਸਿਸਟਮ। ਇਹ VoIP ਸਿਸਟਮ ਦੇ ਨਾਲ ਕੰਮ ਕਰਨ ਲਈ ਹੀ ਇਹ ਫੋਨ ਬਣਾਏ ਜਾਂਦੇ ਨੇ ਤੇ ਉਸੇ ਲਈ ਡਾਇਰੈਕਟ ਆਪਾਂ ਤਾਰ ਲਾ ਕੇ ਇੰਟਰਨੈਟ ਦੀ ਇਹਨੂੰ ਚਲਾ ਸਕਦੇ ਹਾਂ। ਤੇ ਇਹਦੇ ਵਿੱਚ ਬਹੁਤ ਸਾਰੀਆਂ ਬਿਲਟ ਇਨ ਕੈਪੇਬਿਲਿਟੀਜ਼ ਹੁੰਦੀਆਂ ਨੇ VoIP ਦੀਆਂ, ਤੇ ਇਹਦੀਆਂ ਬਹੁਤ ਸਾਰੀਆਂ ਵੇਰੀਏਸ਼ਨਸ ਹੋ ਸਕਦੀਆਂ ਨੇ। ਜਿਵੇਂ ਡੈਸਕਟਾਪ ਫੋਨ ਹੋ ਸਕਦਾ ਹੈ, ਕਾਨਫਰੰਸ ਫੋਨ ਹੋ ਸਕਦਾ ਹੈ, ਵਾਇਰਲੈਸ DECT ਹੁੰਦਾ ਡਿਜੀਟਲ ਐਨਹਾਂਸ ਕਾਰਡਲੈਸ ਟੈਲੀਕਮਿਊਨੀਕੇਸ਼ਨ ਫੋਨ। ਸੋ ਇਹ ਸਾਰੇ ਫੋਨ ਨੇ ਜਿਹੜੇ IP ਫੋਨ ਦੇ ਵਿੱਚ ਆਉਂਦੇ ਨੇ। ਤਾਂ ਸਪੈਸੀਫਿਕ ਟਾਈਪ ਦਾ ਇੱਕ ਡੈਡੀਕੇਟਡ IP ਫੋਨ ਵੀ ਆਉਂਦਾ ਜਿਹਨੂੰ ਤੁਸੀਂ ਲੈ ਸਕਦੇ ਹੋ, ਚਲਾ ਸਕਦੇ ਹੋ, ਹਨਾ। ਅੱਗੇ ਆ ਗਿਆ ਸੌਫਟ ਫੋਨ। ਸੌਫਟ ਫੋਨ ਅਸਲ ਦੇ ਵਿੱਚ ਇੱਕ ਸੌਫਟਵੇਅਰ ਐਪਲੀਕੇਸ਼ਨ ਹੀ ਹੁੰਦਾ। ਜਿਵੇਂ ਆਪਣੇ ਕੋਲੇ ਫੇਸਬੁੱਕ ਤੇ ਆਪਾਂ ਕਾਲ ਕਰ ਸਕਦੇ ਹਾਂ, WhatsApp ਤੇ ਕਰ ਸਕਦੇ ਹਾਂ, ਇੰਸਟਾਗ੍ਰਾਮ ਤੇ ਕਰ ਸਕਦੇ ਹਾਂ। ਫੇਸਬੁੱਕ ਨੇ ਕਾਲਿੰਗ ਦੀ ਫੈਸਿਲਿਟੀ ਵਿੱਚ ਇਨਕਲੂਡ ਕੀਤੀ ਹੋਈ ਹੈ। ਕੱਲਾ VoIP ਕਾਲ ਦਾ ਸੌਫਟਵੇਅਰ ਵੀ ਹੋ ਸਕਦਾ। ਸੋ ਇਹ ਵਾਲੇ ਬਹੁਤ ਸਾਰੇ ਸੌਫਟਵੇਅਰ ਵੀ ਆਉਂਦੇ ਨੇ ਜਿਹੜੇ ਬਿਲਟ ਇਨ ਮਾਈਕ੍ਰੋਫੋਨ ਤੇ ਸਪੀਕਰ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ, ਠੀਕ ਹੈ। ਅਗਲਾ ਇਹ ਜ਼ਿਆਦਾ ਇੰਪੋਰਟੈਂਟ ਹੈ, ਇਹਦੇ ਵਿੱਚ ਸਵਾਲ ਪੁੱਛਿਆ ਗਿਆ ਐਨਾਲੌਗ ਟੈਲੀਫੋਨ ਅਡਾਪਟਰ, ਜਾਂ ਤਾਂ ATA ਹੋ ਸਕਦਾ ਹੈ ਜਾਂ ਇਸੇ ਨੂੰ VoIP ਅਡਾਪਟਰ ਵੀ ਬੋਲ ਸਕਦੇ ਹਾਂ। ਤਾਂ ਪੁਰਾਣੇ ਜਿਹੜੇ ਟ੍ਰੈਡੀਸ਼ਨਲ ਟੈਲੀਫੋਨ ਸੀਗੇ ਉਹਨਾਂ ਦੇ ਨਾਲ ਅਸੀਂ ਐਨਾਲੌਗ ਟੈਲੀਫੋਨ ਅਡਾਪਟਰ ਲਗਾ ਕੇ ਹੈਂਡਸੈਟ, ਪੁਰਾਣੇ ਹੀ ਹੈਂਡਸੈਟ ਨਾਲ ਜੋੜ ਕੇ ਅਡਾਪਟਰ ਲਾ ਕੇ ਅਸੀਂ ਉਹਨਾਂ ਤੋਂ ਇੰਟਰਨੈਟ ਦੇ ਥਰੂ ਕਾਲ ਕਰ ਸਕਦੇ ਹਾਂ। ਜਿਵੇਂ ਵਿਦ ਐਨ VoIP ਅਡਾਪਟਰ ਯੂ ਕੈਨ ਯੂਜ਼ ਏ ਰੈਗੂਲਰ ਲੈਂਡਲਾਈਨ ਫੋਨ ਟੂ ਮੇਕ ਕਾਲ ਓਵਰ ਦੀ ਇੰਟਰਨੈਟ। ਪਹਿਲਾਂ ਵਾਲਾ ਰੈਗੂਲਰ ਲੈਂਡਲਾਈਨ ਫੋਨ ਸੀ ਉਹਦੇ ਲਈ ਜਾਂ ਤਾਂ ATA ਕਨਵਰਟਰ ਲੱਗੂਗਾ ਜਾਂ VoIP ਅਡਾਪਟਰ ਵੀ ਉਹਨੂੰ ਬੋਲਿਆ ਜਾਂਦਾ, ਕਈ ਵਾਰੀ ਹੋਰ ਲਾ ਕੇ ਆਪਾਂ ਕਾਲ ਕਰ ਸਕਦੇ ਹਾਂ, ਠੀਕ ਹੈ। ਸੋ ਅਗਲਾ ਜਿਵੇਂ VoIP ਗੇਟਵੇ ਹੈ, ਜਿਵੇਂ VoIP ਅਡਾਪਟਰ ਹੈ ਬਿਲਕੁਲ ਉਵੇਂ ਦੀ ਤਰ੍ਹਾਂ ਹੀ VoIP ਗੇਟਵੇ, ਬਿਲਕੁਲ ਨਾਮ ਹੀ ਬਦਲਿਆ। ਉਹਦੇ ਵਿੱਚ PBX, ਜਿਵੇਂ ਮੈਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਪ੍ਰਾਈਵੇਟ ਬ੍ਰਾਂਚ ਐਕਸਚੇਂਜ ਜਾਂ ਪਬਲਿਕ ਸਵਿਚ ਟੈਲੀਫੋਨ ਨੈਟਵਰਕਸ ਜਿਹੜੇ ਪੁਰਾਣੇ ਟ੍ਰੈਡੀਸ਼ਨਲ ਨੇ ਤਾਂ ਉਹਨਾਂ ਦੇ ਵਿੱਚ ਗੇਟਵੇ ਲੱਗ ਜਾਂਦਾ VoIP ਗੇਟਵੇ, ਜਿਹੜਾ ਕਿ ਇੰਟਰਨੈਟ ਦੇ ਥਰੂ ਬਾਕੀ ਕਾਲ ਆਪਣੀ ਕਨੈਕਟ ਕਰਾ ਦਿੰਦਾ। ਕੰਪਿਊਟਰ ਸਿਸਟਮ, ਕੰਪਿਊਟਰਾਂ ਤੋਂ ਵੀ ਆਪਾਂ ਕਾਲ ਕਰ ਸਕਦੇ ਹਾਂ, ਲੈਪਟਾਪ ਤੋਂ ਕਾਲ ਹੋ ਸਕਦੀ ਹੈ, ਕੰਪਿਊਟਰ ਤੋਂ ਕਾਲ ਹੋ ਸਕਦੀ ਹੈ। ਸੌਫਟਵੇਅਰ ਉਹਦੇ ਵਿੱਚ ਆਪਾਂ ਸੌਫਟਵੇਅਰ ਪਾ ਲਾਂਗੇ ਤੇ ਉਸ ਦੇ ਨਾਲ ਕਾਲ ਕਰ ਸਕਦੇ ਹਾਂ। ਮੋਬਾਈਲ ਫੋਨ ਦੇ ਵਿੱਚ ਵੀ ਸੌਫਟਵੇਅਰ ਪਾ ਕੇ ਐਪਲੀਕੇਸ਼ਨ ਇੰਸਟਾਲ ਕਰਕੇ ਆਪਾਂ ਕਾਲ ਕਰ ਸਕਦੇ ਹਾਂ, ਠੀਕ ਹੈ। ਕਾਨਫਰੰਸ ਰੂਮ ਸਿਸਟਮ, ਕਾਨਫਰੰਸ ਰੂਮ ਦੇ ਵਿੱਚ ਅਲੱਗ ਇੱਕ ਵੀਡੀਓ ਕੈਮਰਾ ਲੱਗਿਆ ਹੁੰਦਾ, ਕਾਨਫਰੰਸ ਫੋਨ ਲੱਗਿਆ ਹੁੰਦਾ, IP ਬੇਸਡ ਹੁੰਦਾ ਸਪੈਸੀਫਿਕ। ਸੋ ਇਹ ਵੀ ਹੋ ਸਕਦਾ ਡਿਵਾਈਸ। ਵੈਸੇ ਤਾਂ ਚਲੋ ਸੌਫਟਵੇਅਰ ਦੀ ਗੱਲ ਹੋਈ ਗਈ, ਪਰ ਆਪਾਂ ਨੂੰ ਲੱਗੂਗਾ ਵੀ ਮੋਬਾਈਲ ਫੋਨ, ਕੰਪਿਊਟਰ ਤੇ ਮੋਬਾਈਲ ਫੋਨ ਤੇ ਸੌਫਟਵੇਅਰ ਇੱਕੋ ਹੀ ਗੱਲ ਹੈ। ਜਿਹੜਾ ਸੌਫਟਵੇਅਰ ਉਹ ਇਹਨਾਂ ਤੇ ਚੱਲੂਗਾ, ਪਰ ਇਹ ਵੀ ਕਈ ਵਾਰੀ ਨਾਮ ਆਪਾਂ ਨੂੰ ਦੱਸਣੇ ਜ਼ਰੂਰੀ ਹੋ ਜਾਂਦੇ ਨੇ ਤਾਂ ਕਰਕੇ ਸਾਨੂੰ ਪਤਾ ਲੱਗੇ ਵੀ ਮੋਬਾਈਲ ਫੋਨ ਤੇ ਕੰਪਿਊਟਰ ਤੋਂ ਵੀ ਆਪਾਂ ਕਾਲਿੰਗ ਕਰ ਸਕਦੇ ਹਾਂ। ਹੁਣ ਹੈਗਾ ਵੀ ਕਿਹੜੀਆਂ ਸਰਵਿਸਿਜ਼ ਆਫਰ ਕਰਦਾ VoIP। ਜਿਵੇਂ ਵੌਇਸ ਕਾਲਿੰਗ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਬਾਹਲਾ ਡਿਟੇਲ 'ਚ ਨਹੀਂ ਜਾਊਂਗਾ, ਤੁਹਾਨੂੰ ਪਤਾ ਹੀ ਆਪਾਂ ਵੌਇਸ ਕਾਲ, ਫੋਨ ਕਾਲ ਕਰ ਸਕਦੇ ਹਾਂ। ਹਾਈ ਕੁਆਲਿਟੀ ਵੌਇਸ ਟਰਾਂਸਮਿਸ਼ਨ ਹੁੰਦੀ ਹੈ ਇੰਟਰਨੈਟ ਦੁਆਰਾ, ਤੇ ਵੀਡੀਓ ਕਾਲਿੰਗ ਆਪਾਂ ਕਰ ਸਕਦੇ ਹਾਂ, ਇਹ ਵੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਤੇ ਇੰਸਟੈਂਟ ਮੈਸੇਜਿੰਗ ਕਰ ਸਕਦੇ ਹਾਂ, ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਤੇ ਆਪਾਂ ਕਰਦੇ ਹਾਂ, ਉਹ ਸਾਰੀ ਕੀ ਹੁੰਦੀ ਹੈ, ਇੰਸਟੈਂਟ ਮੈਸੇਜਿੰਗ ਹੁੰਦੀ ਹੈ। ਨੈਕਸਟ, ਪ੍ਰੈਜ਼ੈਂਸ ਐਂਡ ਅਵੇਲੇਬਿਲਿਟੀ, ਆਪਾਂ ਚੈੱਕ ਕਰ ਸਕਦੇ ਹਾਂ ਵੀ ਕੀ ਬੰਦਾ ਸਾਡਾ ਆਨਲਾਈਨ ਹੈਗਾ, ਕਿ ਉਹ ਬਿਜ਼ੀ ਹੈ ਜਾਂ ਇੱਥੇ ਨਹੀਂ ਹੈਗਾ, ਅਵੇਲੇਬਲ ਨਹੀਂ ਹੈਗਾ ਕਮਿਊਨੀਕੇਸ਼ਨ ਕਰਨ ਦੇ ਲਈ। ਜਿਵੇਂ ਉਹ ਬਲੂ ਟਿਕ ਲੱਗ ਜਾਂਦੇ ਆ ਜਾਂ ਉੱਥੇ ਸ਼ੋਅ ਕਰ ਦਿੰਦਾ ਆਨਲਾਈਨ ਹੈ। ਇਹ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ VoIP ਪ੍ਰੋਵਾਈਡ ਕਰਦਾ।
ਪ੍ਰੈਜ਼ੈਂਸ ਐਂਡ ਅਵੇਲੇਬਿਲਿਟੀ। ਕਾਲ ਫਾਰਵਰਡਿੰਗ, ਜਿਵੇਂ ਨਾਰਮਲ ਫੋਨ ਤੇ ਆਪਾਂ ਫਾਰਵਰਡਿੰਗ ਲਾ ਦਿੰਦੇ ਆ। ਸਪੋਜ਼ ਕਰੋ ਮੈਨੂੰ ਕੋਈ ਬੰਦਾ ਕਾਲ ਕਰੇ, ਜਦੋਂ ਮੇਰੀ ਐਬਸੈਂਸ ਦੇ ਵਿੱਚ ਉਹ ਕਾਲ ਅਗਰ ਮੈਂ ਫੋਨ ਨਾ ਚੱਕਾਂ ਤਾਂ ਕਿਸੇ ਦੂਜੇ ਬੰਦੇ ਨੂੰ ਟ੍ਰਾਂਸਫਰ ਕੀਤੀ ਜਾ ਸਕੇ। ਸੋ ਇਹਦਾ ਵੀ ਬੜਾ ਬੈਨੀਫਿਟ ਹੁੰਦਾ ਹੈ। ਇਹ ਤੁਸੀਂ ਪੁਆਇੰਟਸ ਪੜ੍ਹਨੇ ਹੋਏ ਪੜ੍ਹ ਲਓ, ਨਹੀਂ ਤਾਂ ਤੁਹਾਨੂੰ ਮੈਂ ਵੈਸੇ ਹੀ ਦੱਸ ਰਿਹਾ ਕਾਲ ਫਾਰਵਰਡਿੰਗ ਦਾ ਫੀਚਰ ਵੀ ਇਹਦੇ 'ਚ ਅਵੇਲੇਬਲ ਹੁੰਦਾ ਹੈ। ਅੱਗੇ ਹੈ ਵੌਇਸ ਮੇਲ। ਵੌਇਸ ਮੇਲ ਕੀ ਹੁੰਦਾ? ਵੌਇਸ ਨਹੀਂ ਭੇਜ ਦਿੰਦੇ, ਵੌਇਸ ਨੋਟ ਆਪਾਂ ਜਿਵੇਂ WhatsApp ਤੇ ਭੇਜਦੇ ਆ, ਇਹ ਸਾਰੀਆਂ ਚੀਜ਼ਾਂ ਫੰਕਸ਼ਨੈਲਿਟੀ ਪ੍ਰੋਵਾਈਡ ਕਰਦਾ ਵੀ ਤੁਸੀਂ ਵੌਇਸ ਭੇਜ ਸਕਦੇ ਹੋ ਆਪਦਾ। WhatsApp ਤੇ ਆਪਾਂ ਵੌਇਸ ਨੋਟ ਬੰਦੇ ਨੂੰ ਭੇਜ ਸਕਦੇ ਹਾਂ, ਤਾਂ ਕਰਕੇ ਬਾਅਦ ਦੇ ਵਿੱਚ ਮੈਸੇਜ ਟਾਈਪ ਕਰਕੇ ਆਪਾਂ ਗੱਲ ਸਮਝਾਉਣੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ। ਵੌਇਸ ਨੋਟ ਦੇ ਨਾਲ ਥੋੜੀ ਜਿਹੀ ਜ਼ਿਆਦਾ ਕਲੈਰਿਟੀ ਹੋ ਜਾਂਦੀ ਹੈ। ਅਗਲਾ ਹੈ ਕਾਲ ਰਿਕਾਰਡਿੰਗ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੁਝ ਸਿਸਟਮ ਨੇ ਜਿਹੜੇ ਕਾਲ ਰਿਕਾਰਡਿੰਗ ਨੂੰ ਸਪੋਰਟ ਕਰਦੇ ਨੇ, ਜਿਵੇਂ ਆਪਣੇ ਕੋਲੇ ਇੰਸਟਾਗ੍ਰਾਮ ਹੋ ਗਿਆ, WhatsApp ਹੋ ਗਿਆ, ਨਹੀਂ ਸਪੋਰਟ ਕਰਦੇ। ਕੁਝ ਸਪੈਸੀਫਿਕ ਫੋਨ ਆਉਂਦੇ ਨੇ ਜਿਹਦੇ ਵਿੱਚ ਉਹ ਗਵਰਨਮੈਂਟ ਦੀਆਂ ਪਰਮਿਸ਼ਨਸ ਲੱਗੀਆਂ ਹੁੰਦੀਆਂ ਨੇ, ਉਹਦੇ ਹਿਸਾਬ ਨਾਲ ਉਹ ਰਿਕਾਰਡਿੰਗ ਕਰਦੇ ਨੇ। ਜਿਵੇਂ ਅੱਜ ਕੱਲ ਗਵਰਨਮੈਂਟ ਨੇ ਇਹ ਦਿੱਤਾ ਹੋਇਆ ਵੀ ਨਵੇਂ ਫੋਨ ਆ ਰਹੇ ਆ, ਉਹਨਾਂ ਦੇ ਵਿੱਚ ਉਹ ਦੱਸ ਨਹੀਂ ਹੁੰਦਾ ਵੀ ਯੂਅਰ ਕਾਲ ਰਿਕਾਰਡਿੰਗ ਇਜ਼ ਔਨ, ਤਾਂ ਉਹ ਗਵਰਨਮੈਂਟ ਦੀਆਂ ਰਿਸਟ੍ਰਿਕਸ਼ਨਾਂ ਇੰਪੋਜ਼ ਹੋਣ ਕਾਰਨ ਉਹ ਫੋਨਾਂ ਨੂੰ ਐਵੇਂ ਬਣਾਇਆ ਗਿਆ ਸਰਕਾਰ ਨੇ ਵੀ ਅਗਰ ਤੁਸੀਂ ਰਿਕਾਰਡਿੰਗ ਕਰਨਾ ਚਾਹੁੰਦੇ ਹੋ ਤਾਂ ਦੂਜੇ ਬੰਦੇ ਨੂੰ ਇਨਫੋਰਮ ਹੋਣਾ ਚਾਹੀਦਾ। ਠੀਕ ਹੈ, ਸੋ ਕਈ ਪੁਰਾਣੇ ਫੋਨ 'ਚ ਨਹੀਂ ਆਉਂਦਾ, ਅੱਜ ਕੱਲ ਵੀ ਨਵੇਂ ਕਈ ਫੋਨ ਆ ਰਹੇ ਆ ਜਿਹਦੇ ਵਿੱਚ ਇਹ ਆਵਾਜ਼ ਨਹੀਂ ਸੁਣਾਈ ਦਿੰਦੀ। ਫਿਰ ਹੈਗਾ ਕਾਨਫਰੈਂਸਿੰਗ ਐਂਡ ਕੋਲੈਬੋਰੇਸ਼ਨ। ਤਾਂ ਤੁਸੀਂ ਇੱਕ ਤੋਂ ਜ਼ਿਆਦਾ, ਜਿਵੇਂ ਕਾਨਫਰੰਸ ਦੇ ਵਿੱਚ ਪਾ ਸਕਦੇ ਹਾਂ ਆਪਾਂ ਨਾਰਮਲ ਸਰਕਟ ਸਵਿਚਿੰਗ ਨੂੰ, ਆਪਣੇ ਸੈਲੂਲਰ ਨੈਟਵਰਕ ਦੇ ਵਿੱਚ ਇੱਕ ਤੋਂ ਜ਼ਿਆਦਾ ਬੰਦਿਆਂ ਨੂੰ ਕਾਨਫਰੰਸ ਤੇ ਆਪਾਂ ਕਰ ਸਕਦੇ ਹਾਂ, ਕੋਲੈਬੋਰੇਟ ਕਰ ਸਕਦੇ ਹਾਂ। ਉਵੇਂ ਹੀ VoIP, ਜਿਵੇਂ WhatsApp ਦੇ ਵਿੱਚ ਆਪਾਂ ਮਲਟੀਪਲ ਵੀਡੀਓ ਕਾਲ ਪਾ ਸਕਦੇ ਹਾਂ, ਹਨਾ। ਸੋ ਉਵੇਂ ਹੀ ਕਾਨਫਰੰਸ ਕਾਲ ਆਡੀਓ ਤੇ ਵੀਡੀਓ ਨੇ ਜਿਹੜੀਆਂ, ਇਹ ਫੈਸਿਲਿਟੀ ਵੀ ਸਾਨੂੰ VoIP ਪ੍ਰੋਵਾਈਡ ਕਰਦਾ। ਵੈਸੇ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਪਤਾ ਨੇ, ਪਰ ਫਿਰ ਵੀ ਮੈਂ ਦੱਸ ਰਿਹਾ ਵੀ ਪੇਪਰ ਦੇ ਵਿੱਚ ਪੁੱਛ ਲੈਂਦਾ, ਉੱਥੇ ਸਾਨੂੰ ਡਾਊਟ ਹੋ ਜਾਂਦਾ ਵੀ ਇਹ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ, ਹਨਾ। ਨੈਕਸਟ ਹੈਗਾ ਇੰਟੀਗ੍ਰੇਸ਼ਨ ਵਿਦ ਅਦਰ ਐਪਲੀਕੇਸ਼ਨ। ਦੂਜੀਆਂ ਜਿਹੜੀਆਂ ਐਪਲੀਕੇਸ਼ਨ ਨੇ, ਜਿਵੇਂ CRM ਹੈ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਜਿਹਦੇ ਵਿੱਚ ਕਸਟਮਰ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ, ਆਟੋਮੈਟਿਕ ਸਿਸਟਮ ਬਣਾਇਆ ਜਾਂਦਾ ਹੈ, ਹੈਲਪ ਡੈਸਕ ਸੌਫਟਵੇਅਰ ਹੈ, ਬਿਜ਼ਨਸ ਪ੍ਰੋਡਕਟਿਵਿਟੀ ਟੂਲਸ ਨੇ, ਉਹਨਾਂ ਸਾਰਿਆਂ ਦੇ ਵਿੱਚ ਵੀ ਅੱਜ ਕੱਲ VoIP ਸਰਵਿਸਿਜ਼ ਨੇ ਜਿਹੜੀਆਂ ਔਨ ਕੀਤੀਆਂ ਗਈਆਂ ਨੇ। ਸੋ ਇਹ ਸੀਗਾ ਪਾਰਟ 1 ਚੈਪਟਰ 15 VoIP। ਇਹਦੇ ਵਿੱਚ ਆਪਾਂ ਸਿਰਫ ਬੇਸਿਕ ਕਨਸੈਪਟ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਜਾਂ ਥੋੜੇ ਬਹੁਤ ਆਪਾਂ ਸਵਾਲ ਨੇ ਜਿਹੜੇ ਉਹ ਸਰਕਟ ਸਵਿਚਿੰਗ ਤੇ ਪੈਕੇਟ ਸਵਿਚਿੰਗ ਦੇ ਕੀਤੇ ਨੇ। ਸੋ ਨੈਕਸਟ ਜਿਹੜੇ ਪਾਰਟ ਆਉਣਗੇ ਅਪਕਮਿੰਗ ਪਾਰਟ, ਉਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਕੁਐਸਚਨਾਂ ਤੇ ਜਿਹੜਾ ਕੰਟੈਂਟ ਪੁੱਛਿਆ ਜਾਂਦਾ ਪੇਪਰਸ ਦੇ ਵਿੱਚ, ਉਹ ਕੰਟੈਂਟ ਤੇ ਆਪਾਂ ਫੋਕਸ ਕਰਾਂਗੇ ਤੇ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ। ਸੋ ਇਸ ਵੀਡੀਓ ਦੇ ਵਿਊ ਨੇ ਜਿਹੜੇ ਲਗਭਗ ਆਪਣੇ 1500 ਤੋਂ 2000 ਵਾਲੇ ਨਹੀਂ, ਆਪਾਂ ਕਹਿੰਦੇ 2000K ਤੱਕ ਆਪਣੇ ਵਿਊ ਹੋਣੇ ਚਾਹੀਦੇ ਨੇ। ਇਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਸਟੇਟਸ ਲਾ ਕੇ ਬਾਕੀ ਬੱਚਿਆਂ ਤੱਕ ਪਹੁੰਚਾਓ। ਸੋ ਮਿਲਦੇ ਹਾਂ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ, ਇਸ ਤੋਂ ਬਾਅਦ ਵਾਲੀ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਤੁਸੀਂ ਆਪਦੀ ਤਿਆਰੀ ਕਰਦੇ ਰਹੋ। ਥੈਂਕ ਯੂ।